खालसा वाहिगुरू जी की फतेह जी। वाहिगुरू जी का खालसा वाहिगुरू जी की फतेह। हाँ जी जो सब टाइम हो गया जी। हाँ जी वीर जी। हाँ जी वीर जी। ਅੱਜ ਆਪਾਂ 52 ਅੱਖਰੀ ਜਿਹੜੀ ਕਬੀਰ ਜੀ ਦੀ ਲੈ ਰਹੇ ਸੀਗੇ ਉਹ ਉਸੇ ਨੂੰ ਉਹ ਅੱਗੇ ਵਧਾ ਰਹੇ ਆ। ਉਹਦੇ ਵਿੱਚ ਜਿਹੜੇ ਹੈਗੇ 36ਵਾਂ ਅੰਕ ਹੈਗਾ 36th ਔਰ 342 342 ਅੰਗ ਹੈਗੇ ਮਹਾਰਾਜ ਦੇ। ਉਹਦੇ ਉੱਤੇ ਗਿਆਨ ਹੈਗਾ ਜਿਹੜੇ 52 ਅੱਖਰਾਂ ਦੇ ਥਰੂ ਕਬੀਰ ਜੀ ਕਹਿੰਦੇ ਆ ਬਈ ਕੋਸ਼ਿਸ਼ ਕੀਤੀ ਹੈ ਬਈ ਇਹਦੇ ਇਹ ਗਿਆਨ ਦੇਣ ਦੀ ਬਈ ਜਿਹੜੀ ਉਹ ਅਨਹਤ ਸ਼ਬਦ ਹੈਗਾ ਜਿਹੜਾ ਕਿ ਅੱਖਰਾਂ ਦੇ ਵਿੱਚ ਨਹੀਂ ਆਉਂਦਾ, ਜਿਹਦੇ ਨਾਲ ਕਿ ਅੰਮ੍ਰਿਤ ਰਸ ਆਉਣਾ ਆ, ਜਿਹਦੇ ਨਾਲ ਕਿ ਸੁਰਤ ਨੇ ਆਤਮਾ ਦੇ ਵਿੱਚ ਟਿਕਣਾ ਆ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਬੀਰ ਜੀ ਨੇ। ਤੇ 36ਵਾਂ ਅੰਕ ਕਬੀਰ ਜੀ ਜਿਹੜੇ ਹੈਗੇ ਗਿਆਨ ਦੇ ਰਹੇ ਆ ਲੱਲੇ ਅੱਖਰ ਤੋਂ। ਲੱਲਾ ਐਸੇ ਲਿਵ ਮਨ ਲਾਵੈ। ਕਬੀਰ ਜੀ ਕਹਿੰਦੇ ਆ ਇਹ ਜਿਹੜੀ ਯਾਤਰਾ ਹੈਗੀ ਆ, ਇਹ ਜਿਹੜਾ ਲਿਵ ਵਾਲਾ ਕੰਮ ਹੈਗਾ, ਇਹ ਜਿਹੜਾ ਹੈਗਾ ਮਨ ਨੇ ਕਰਨਾ ਹੈਗਾ, ਇਹ ਮਨ ਦੇ ਨਾਲ ਹੋਣਾ ਹੈ। ਲੱਲਾ ਐਸੇ ਲਿਵ ਮਨ ਲਾਵੈ। ਇਸ ਤਰੀਕੇ ਦੇ ਨਾਲ ਕਹਿੰਦੇ ਆ ਮਨ ਨੇ ਲਿਵ ਲਗਾਉਣੀ ਆ, ਮਨ ਨੇ ਵਿਚਾਰ ਬੰਦ ਕਰਨੇ ਆ। ਅਨੰਤ ਨਾ ਜਾਏ ਪਰਮ ਸੱਚ ਪਾਵੈ। ਕਹਿੰਦੇ ਬਸ ਕਿਤੇ ਵਿਚਾਰਾਂ ਦੇ ਵਿੱਚ ਨਾ ਗੁੰਮ ਹੋ ਜਾਏ। ਅਨੰਤ ਕਹਿੰਦੇ ਆ ਲਿਵ ਪਰਮਾਤਮਾ, ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਧਿਆਨ, ਉਹਦੀ ਯਾਦ ਤੋਂ ਖੁੰਝ ਕੇ ਕਿਤੇ ਜਿਹੜਾ ਹੈਗਾ ਮਾਇਆ ਦੇ ਵਿੱਚ ਨਾ ਘੁੰਮੇ। ਪਰਮ ਸੱਚ ਪਾਵੇ ਤਾਂ ਉਹ ਪਰਮ ਸੱਚ ਜਿਹੜਾ ਹੈਗਾ, ਜਿਹੜਾ ਸਦੀਵ, ਜਿਹੜਾ ਹਮੇਸ਼ਾ ਸੱਚ ਹੈਗਾ, ਇੱਕੋ ਜਿਹਾ ਜਿਹੜਾ ਕਦੇ ਵਿਨਾਸ਼ ਹੀ ਨਹੀਂ ਹੋਣਾ, ਉਹ ਅਵਿਨਾਸ਼ੀ, ਉਹ ਮਾਲਕ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਔਰ ਜੋ ਤਹਾਂ ਪ੍ਰੇਮ ਲਿਵ ਲਾਵੈ ਤੇ ਔਰ ਫਿਰ ਉੱਥੇ ਉਸ ਦੇ ਨਾਲ ਮਾਲਕ ਦੇ ਨਾਲ ਪਿਆਰ ਪੈ ਜਾਂਦਾ ਹੈ ਔਰ ਲਿਵ ਲੱਗ ਜਾਂਦੀ ਹੈ। ਪਹਿਲਾਂ ਦੱਸਿਆ ਲਿਵ ਕਿਵੇਂ ਲੱਗਣੀ ਆ, ਕਹਿੰਦੇ ਵਿਚਾਰ ਬੰਦ ਕਰਨੇ ਪੈਣੇ ਆ ਭਾਈ। ਲੱਲਾ ਐਸੇ ਮਨ ਲਿਵ ਲਾਵੈ ਅੰਤ ਨਾ ਜਾਏ ਪਰਮ ਸੱਚ ਪਾਵੇ। ਤਾਂ ਉਹ ਪਰਮ ਸੱਚ ਜਿਹੜਾ ਹੈਗਾ, ਸਦੀਵ ਸੱਚ ਜਿਹੜਾ ਹੈਗਾ, ਮੂਲ ਜਿਹੜਾ ਹੈਗਾ, ਉਹਨੂੰ ਆਪਾਂ ਪਾ ਸਕਦੇ ਹਾਂ। ਔਰ ਜੋ ਤਹਾਂ ਪ੍ਰੇਮ ਲਿਵ ਲਾਵੈ ਤੋ ਅੱਲਾ ਲਹਿ ਚਰਨ ਸਮਾਵੇ। ਕਲੀਅਰ ਕੱਟ ਲਿਖ ਦਿੱਤਾ। ਤਾਂ ਬਈ ਪਰਮਾਤਮਾ ਜਿਹੜਾ ਅੰਦਰ ਪ੍ਰਗਟ ਹੋਏਗਾ, ਉਹਦੇ ਚਰਨਾਂ ਵਿੱਚ ਸਮਾ ਜਾਏਗਾ, ਜਨਮ ਮਰਨ ਦੇ ਗੇਟ ਤੋਂ ਬਾਹਰ ਹੋ ਜਾਏਗਾ। ਹਾਂਜੀ ਵੀਰ ਜੀ। ਲੱਲਾ ਐਸੇ ਲਿਵ ਮਨ ਲਾਵੇ ਅਨੰਤ ਨਾ ਜਾਏ ਪਰਮ ਸੱਚ ਪਾਵੇ। ਹਾਂਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਹੁਣ ਦੇਖੋ ਅੱਜ ਕਬੀਰ ਜੀ ਬੜੀ ਕਲੀਅਰਲੀ ਸਾਨੂੰ ਸਮਝਾ ਦੇਣਗੇ। ਦੇਖੋ ਸਾਰੀ ਦੁਨੀਆ ਹੀ ਕਹਿੰਦੇ ਨਾ ਕਿ ਰਾਮ ਰਾਮ ਕਰਤਾ ਸਭ ਜੱਗ ਫਿਰੇ ਤੇ ਰਾਮ ਨਾ ਪਾਇਆ ਜਾਏ। ਕਿਉਂਕਿ ਉਹ ਰਾਮ ਜਿਹੜਾ ਕਰਨ ਦਾ ਤਰੀਕਾ ਉਹਦੇ ਦਾਦਾ ਹੀ ਕੋਈ ਨਹੀਂ ਹੁਣ ਦੱਸੇ ਕਿਹੜਾ ਜਿਹੜਾ ਆਪ ਗਿਆ ਹੋਵੇ। ਬਿਲਕੁਲ ਸਹੀ ਗੱਲ। ਉਹ ਬਾਣੀ ਜਿਹੜੀ ਹੈ ਨਾ, ਬਾਣੀ ਨਿਜਰ ਸਾਹਿਬ ਆਤਮ ਗਿਆਨ ਤੋਂ ਇਲਾਵਾ ਕਿਤੇ ਹਿਲਦੀ ਨਹੀਂ ਹੈ। ਉਹ ਕਹਿੰਦੀ ਹੈ ਧਿਆਨ ਤੇ ਸਿਮਰਨ। ਹੁਣ ਸਿਮਰਨ ਵੀ ਕਹਿੰਦੇ ਉਹ ਕਿੱਦਾਂ ਕਰਨਾ, ਪਹਿਲਾਂ ਕਹਿੰਦੇ ਤੇਰੇ ਮਨ ਦੀ ਤਿਆਰੀ ਚਾਹੀਦੀ ਹੈ। ਮਨ ਤੇਰਾ ਜਿਹੜਾ ਵਾ ਉਹ ਸਾਬਤ ਚਾਹੀਦਾ, ਟੁੱਟਾ ਭੱਜਾ ਨਹੀਂ ਚਾਹੀਦਾ। ਟੁੱਟਾ ਭੱਜਾ ਮਤਲਬ ਨੇ ਜਿਸਾ ਵਿਚਾਰਾਂ ਚ ਗਵਾਚਿਆ। ਬਿਲਕੁਲ। ਉਹ ਕਹਿੰਦੇ ਆ ਕਿ ਇਕਾਗਰ ਚਿੱਤ ਹੋ ਕੇ ਤੈਨੂੰ ਧਿਆਉਣਾ ਪਊਗਾ। ਤੇ ਇੱਥੇ ਮੇਨ ਜਿਹੜੀ ਸਾਧਨਾ ਆਪਣੀ ਆ, ਮੇਨ ਆਪਾਂ ਦੋ ਕੰਮ ਕਰਦੇ ਆ। ਆਪਾਂ ਕਰਦੇ ਪਏ ਧਿਆਨ ਤੇ ਸਿਮਰਨ। ਸਭ ਤੋਂ ਪਹਿਲਾਂ ਤੇ ਆਪਾਂ ਇਕਾਗਰਤਾ ਨੂੰ ਬਣਾ ਰਹੇ ਹਾਂ। ਕਿਉਂਕਿ ਜਦ ਤੱਕ ਅਸੀਂ ਉਸ ਪੋਜੀਸ਼ਨ ਚ ਨਹੀਂ ਹੈਗੇ, ਆਪਾਂ ਦੇਖੋ ਟੂਟੀ ਦੇ ਥੱਲੇ ਜਦੋਂ ਗੜਵਾ ਕਰੀਦਾ ਹੈ ਨਾ ਤਾਂ ਹੀ ਉਸ ਟੂਟੀ ਦਾ ਪਾਣੀ ਪੈਂਦਾ। ਹੁਣ ਟੂਟੀ ਕਿਤੇ ਹੋਵੇ ਤੇ ਗੜਵਾ ਕਿਤੇ ਪਿਆ ਹੋਵੇ ਤੇ ਨੀਚੇ ਪਾਣੀ ਟੂਟੀ ਗੜਵੇ ਚ ਪੈਣਾ ਹੀ ਨਹੀਂ, ਇੱਕ ਬੂੰਦ ਵੀ ਨਹੀਂ ਪੈਣੀ। ਹਾਂ, ਤੇ ਮਨ ਵੀ ਸਾਡਾ ਇਹੋ ਕੁਝ ਕਰ ਰਿਹਾ। ਮਨ ਉੱਥੇ ਮੌਜੂਦ ਹੀ ਨਹੀਂ ਹੈ ਟੂਟੀ ਦੇ ਥੱਲੇ। ਔਰ ਆਮ ਤੌਰ ਤੇ ਤੁਸੀਂ ਸਾਰਿਆਂ ਨੂੰ ਲਾਗੇ ਬੰਨੇ ਨਜ਼ਰ ਮਾਰੋ, ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ। ਆਪਾਂ ਮਾਮਾ ਜੀ ਕਹਿੰਦੇ ਕਾਹਨੂੰ ਕਿਸੇ ਦਾ ਨਾਂ ਲੈਂਦੇ ਜੋ। ਮੈਂ ਗੱਲ ਮਾਮਾ ਜੀ ਨਾਂ ਲੈਣ ਦੀ ਨਹੀਂ ਆ ਗੱਲ। ਹੁਣ ਨਿੱਜਰ ਸਾਹਿਬ ਕੱਲ ਦੀ ਤੁਹਾਨੂੰ ਮੈਂ ਰਿਕਾਰਡਿੰਗ ਭੇਜੀ, ਉਹ ਵੇਖਿਆ ਉਹ ਬੰਦਾ ਕਿੱਡੀ ਵੱਡੀ ਪੋਜੀਸ਼ਨ ਤੇ ਬੈਠਾ ਤੇ ਕਿਹੜੀ ਗੱਲ ਕਰਨ ਦਿਆ। ਦੇਖਿਆ ਸੁਣੀ ਰਿਕਾਰਡਿੰਗ ਵੀਡੀਓ ਵੇਖੀ ਆਪ ਜੀ ਨੇ? ਉਹ ਜਿਹੜੀ ਢੱਡਰੀਆਂ ਵਾਲਿਆਂ ਦੀ
ਹਾਂ ਹਾਂ, ਉਹ ਵੇਖੋ ਬੰਦੇ ਦੀ ਸੋਚ ਕੀ ਕਹਿ ਰਹੇ ਹੋ, ਕਿੱਡਾ ਵੱਡਾ ਬੰਦਾ ਉਹਦੇ ਤੇ ਬੈਠਾ ਹੋ, ਉਹ ਲੱਖਾਂ ਹੀ ਬੰਦੇ ਉਹਨੂੰ ਫੋਲੋ ਕਰ ਰਹੇ ਆ, ਔਰ ਉਹ ਬੰਦਾ ਕਿ ਇੱਕ ਸਧਾਰਨ ਜੀ ਗੱਲ ਕਰਦੇ। ਆਪ ਜਸਟ ਸੋਚ ਲਓ ਕਿ ਉਹਨੇ ਜਿਹਨੂੰ ਵੀ ਗਿਆਨ ਦੇਣਾ ਹੈ ਉਹ ਕਿੰਨੀ ਗੜਬੜ ਕਰ ਦੇਗਾ। ਇਸੇ ਲਈ ਬਾਣੀ ਤੇ ਖਾਸ ਕਰਕੇ ਕਿਹਾ ਕਿ ਧਾਰਮਿਕ ਜਿਹੜਾ ਆਗੂ ਹੁੰਦਾ ਹੈ ਨਾ, ਉਹ ਬੜਾ ਸਹੀ ਬੰਦਾ ਚਾਹੀਦਾ, ਕਿਉਂਕਿ ਉਹਨੇ ਪੂਰਾਂ ਦੇ ਪੂਰੀ ਲੈ ਜਾਣੇ ਆ ਨਾਲ। ਬਿਲਕੁਲ ਲੈ ਜਾਣੇ, ਪੂਰਾਂ ਦੇ ਪੂਰ ਲੈ ਜਾਣੇ, ਔਰ ਪਤਾ ਨਹੀਂ ਕਿੰਨੇ ਕੁ ਜਨਮ ਜਿਹੜੇ ਗਵਾ ਦੇਣੇ ਆ ਭਾਈ, ਕਿੰਨੇ ਕੁ ਜਨਮ ਹੋਰ ਲੈਣੇ ਪਊਗੇ। ਹਾਂ, ਔਰ ਐਸੇ ਬੰਦੇ ਖਤਰਨਾਕ ਨੇ, ਬਹੁਤ ਖਤਰਨਾਕ ਨੇ। ਇਸ ਕਰਕੇ ਆਪ ਜਸਟ ਦੇਖੋ ਸਾਧ ਸੰਗਤ ਜੀ, ਅੱਜ ਕਬੀਰ ਜੀ ਸਾਨੂੰ ਕੀ ਸਮਝਾ ਰਹੇ ਨੇ। ਅੱਜ ਨਹੀਂ, ਹਰ ਦਿਨ ਹੀ ਉਹ ਚੀਜ਼ ਸਮਝਾਉਂਦੇ ਆ। ਉਹ ਕਹਿੰਦੇ ਆ ਜਦ ਤੱਕ ਤੇਰੇ ਮਨ ਦੇ ਅੰਦਰ ਵਿਚਾਰ ਚੱਲਣ ਦੇ ਆ ਨਾ, ਉਹਨਾਂ ਚਿਰ ਤੱਕ ਤੇਰਾ ਧਿਆਨ ਜਿਹੜਾ ਉਹ ਪੱਕਾ ਨਹੀਂ ਆ, ਸਮਝ ਲਾ ਤੂੰ ਅਜੇ ਰਾਹ 'ਚ ਹੀ ਤੁਰਿਆ ਫਿਰਨੇ ਆ। ਕਿਉਂਕਿ ਉਹ ਜਿਹੜੀ ਸਾਡੀ ਪ੍ਰਮਾਤਮਾ ਨਾਲ ਜਿਹੜੀ ਕਮਿਊਨੀਕੇਸ਼ਨ ਕਰਨ ਦੀ ਗੱਲ ਹੈ ਨਾ, ਉਹ ਤੇ ਵਿਚਾਰਾਂ ਤੋਂ ਮੁਕਤ ਅਵਸਥਾ ਹੈ। ਉਸ ਤੋਂ ਬਿਨਾਂ ਤਾਂ ਕਮਿਊਨੀਕੇਸ਼ਨ ਹੁੰਦਾ ਹੀ ਨਹੀਂ ਬ੍ਰਹਮ ਦੇ ਨਾਲ। ਬਿਲਕੁਲ। ਪਰ ਉਹ ਵਿਚਾਰਾਂ ਤੋਂ ਮੁਕਤ ਕੋਈ ਜਾਊਗਾ ਤੇ ਫੇਰ ਹੀ ਦੱਸੂਗਾ ਕੋਈ ਰਾਹ ਨਿੱਜਰ ਸਾਹਿਬ। ਔਰ ਇਸ ਕਰਕੇ ਫਿਰ ਉਹ ਕੀ ਕਹਿੰਦੇ ਆ ਕਿ ਕਰਮ ਕਾਂਡ ਕਰੀ ਜਾਓ, 4-5 ਬਾਣੀਆਂ ਦਾ ਪਾਠ ਕਰ ਲਓ, ਇਸ਼ਨਾਨ ਕਰੋ ਤੇ ਬਸ ਲੰਗਰ ਵਰਤਾ ਦਿਓ, ਗੁਰਦੁਆਰੇ ਜਾਓ, ਉੱਥੇ ਸੇਵਾ ਕਰ ਆਓ। ਪਰ ਗੱਲ ਤੇ ਉਹੀ ਆ ਕਿ ਫਿਰ ਉਹ ਕਬੀਰ ਜੀ ਇੱਥੇ ਬਾਣੀ ਚ ਕਿਉਂ ਏਦਾਂ ਸਮਝਾ ਰਹੇ ਨੇ? ਉਹਨਾਂ ਕਿਉਂ ਨਹੀਂ ਕਹਿਤਾ ਕਿ ਵੀ ਸਿੰਪਲ ਜਿਹਾ ਰਸਤਾ ਮੰਨੋ, ਤੁਸੀਂ ਜਾਓ। ਬਿਲਕੁਲ। ਗੁਰੂ ਨਾਨਕ ਪਾਤਸ਼ਾਹ ਵੀ ਸਾਨੂੰ ਕਿਉਂ ਨਹੀਂ ਸਮਝਾ ਕੇ ਗਏ ਕਿ ਬਈ ਤੁਸੀਂ ਆ ਪਾਠ ਪੜ੍ਹ ਲਓ 5-6 ਬਾਣੀਆਂ ਦਾ, ਬਸ ਏਦਾਂ ਜੀ ਤੁਸੀਂ ਹੁਣ ਅੰਮ੍ਰਿਤ ਛਕ ਲਿਆ ਵਾ ਤੇ ਬਸ 1-2 ਵਾਰੀ ਗੁਰਦੁਆਰੇ ਆ ਗਏ, ਬਸ ਗੱਲ ਖਤਮ ਹੋ ਗਈ। ਪਰ ਇਹ ਵੇਖੋ ਬਾਣੀ ਕੀ ਕਹਿ ਰਹੀ ਹੈ। ਬਾਣੀ ਤੇ ਸਾਨੂੰ ਇਹ ਸਮਝਾ ਰਹੀ ਹੈ ਸ਼ੁਰੂਆਤ ਲਈ ਜ਼ਰੂਰੀ ਹੈ ਕੋਈ ਵੀ ਚੀਜ਼, ਪਰ ਅੱਗੇ ਵੀ ਚੱਲ। ਤੂੰ ਜਿਹਨੂੰ ਮੰਜ਼ਿਲ ਸਮਝ ਕੇ ਬੈਠਾ, ਮੰਜ਼ਿਲ ਨਹੀਂ, ਉਹ ਮੰਜ਼ਿਲ ਤੇ ਤੇਰੀ ਅੱਗੇ। ਹਾਂ, ਨਾਲੇ ਤੂੰ ਦਾਖਲਾ ਹੀ ਲਿਆ ਨਿਜਰ ਸਾਹਿਬ। ਹਾਂਜੀ ਬਿਲਕੁਲ। ਨਾਲੇ ਦੇਖੋ ਗੁਰਕੀ ਸਾਹਿਬ, ਕਮਾਲ ਦੀ ਗੱਲ ਹੈ, 36ਵਾਂ ਅੰਕ ਆਪਾਂ ਲੈ ਰਹੇ ਹਾਂ, ਔਰ 36 ਬ੍ਰਹਮ ਗਿਆਨੀ ਜਿਹੜੇ ਹੈਗੇ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੇ, ਔਰ 36 ਦੇ 36 ਇੱਕੋ ਹੀ ਗੱਲ ਕਹਿ ਰਹੇ ਆ। ਕੋਈ ਵੀ ਜਿਹੜਾ ਹੈਗਾ ਆਪਣੀ ਜਿਹੜਾ ਕਿਸੇ ਦੂਸਰੀ ਗੱਲ ਕਹਿ ਹੀ ਨਹੀਂ ਰਹੇ, ਬਸ ਸਾਰੇ ਇੱਕੋ ਹੀ ਗੱਲ ਕਹਿ ਰਹੇ। ਆਹ ਤੇ ਵੇਖ ਲਓ ਨਿੱਜਰ ਸਾਹਿਬ ਕਿੰਨੀ ਗੁੱਝੀ ਗੱਲ ਆ। ਤੇ ਹੁਣ ਦੱਸੋ ਇਹ ਬਾਰੇ ਕਿਸੇ ਨੂੰ ਕਹਿ ਵੀ ਦਿਓ ਤੇ ਮੰਨਣਾ ਹੀ ਨਹੀਂ ਅਗਲੇ ਨੇ। ਉਹ ਕਹਿੰਦੇ ਤੇ ਐ ਵਾ। ਅੱਜ ਵੀ ਇੱਕ ਬਾਬਾ ਜੀ ਦੀ ਪਾਤੀ ਵਿੱਚ ਉਹਦੇ ਰਿਕਾਰਡਿੰਗ ਪਾਈ ਅਮਰਪਾਲ ਜੀ ਨੇ, ਤੇ ਵੇਖ ਲਓ ਕਹਿੰਦਾ ਮੈਂ ਪਤਾ ਨਹੀਂ ਕਿੰਨਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ। ਮੈਂ ਕਿ ਤੂੰ ਪੜ੍ਹਿਆ ਵਾ, ਤੂੰ ਪੜ੍ਹਨਾ ਵਾ, ਉਹਨੂੰ ਸਮਝ ਦੀ ਵੀ ਗੱਲ ਕਰ ਰਹੇ ਜੋ, ਪਰ ਸਮਝਣ ਦਾ ਮਤਲਬ ਤੇ ਬੜੀ ਉੱਚੀ ਗੱਲ ਆ। ਸਮਝ ਲਿਆ ਤੁਸੀਂ ਤੇ ਫਿਰ ਤੇ ਗੱਲ ਹੀ ਖਤਮ ਹੋ ਗਈ। ਬਿਲਕੁਲ। ਫਿਰ ਤੁਹਾਨੂੰ ਬਾਣੀ ਦੀ ਤੁਕਾਂ ਬੋਲਣ ਦੀ ਲੋੜ ਨਹੀਂ ਆ, ਫਿਰ ਤੁਸੀਂ ਡਾਇਰੈਕਟ ਬੋਲੋ, ਕਿਉਂਕਿ ਤੁਸੀਂ ਸਮਝ ਲਿਆ ਨਾ। ਸਮਝ ਲਿਆ ਮਤਲਬ ਨਿੱਜਰ ਸਾਹਿਬ, ਜਿੱਦਾਂ ਹੁਣ ਮੈਂ ਤੁਹਾਡਾ ਫਾਰਮੂਲਾ ਪੜ੍ਹ ਲਿਆ ਵਾ, ਮੈਂ ਸਿੱਖ ਲਿਆ ਵਾ, ਤੇ ਮੈਂ ਤੁਹਾਡੀ ਫਿਰ ਕਿਤਾਬ ਕਿਉਂ ਚੁੱਕੀ ਫਿਰਦਾ ਹਾਂ? ਨਹੀਂ ਗੋਰਕੀ ਸਾਹਿਬ, ਇੱਕ ਗੱਲ ਦੇਖੋ, ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ, ਜੇ ਆਪਾਂ ਜਿਹੜੇ ਹੈਗੇ ਆ ਉਹ ਬ੍ਰਹਮ ਗਿਆਨ ਦੀ ਸਟੇਜ ਤੇ ਪਹੁੰਚੇ ਹੀ ਨਹੀਂ ਆ, ਤੇ ਫਿਰ ਆਪਾਂ ਨੇ ਕਿਹੜੇ ਪਾਸਿਓਂ ਸਮਝ ਲਿਆ? ਮੈਂ ਤਾਂ ਸਮਝਦਾ ਕਿ ਆਪਾਂ ਨੇ ਕੁਝ ਵੀ ਨਹੀਂ ਸਮਝਿਆ। ਆਹ ਤੁਸੀਂ ਦੇਖ ਲਓ ਨਿੱਜਰ ਸਾਹਿਬ, ਅੱਜ ਦੀ ਗੱਲ ਆ। ਵੈਸੇ ਵੀ ਹੁਣ ਇੱਕ ਆ ਜਿਹੜੇ ਕੀ ਕਹਿੰਦੇ ਨੇ ਆਪਣੇ ਸਾਡੇ ਇੱਕ ਲੇਖਕ ਨੇ ਆਪਣੇ ਭਾਈ ਵੀਰ ਸਿੰਘ ਜੀ। ਹਾਂਜੀ ਹਾਂਜੀ। ਉਹ ਵੀ ਵੇਖ ਲਓ, ਉਹ ਇਹ ਗੱਲ ਨੂੰ ਪਤਾ ਨਹੀਂ ਮੈਨੂੰ ਹੁਣ ਕਿਸੇ ਨੂੰ ਕਹਿਣਾ ਸਹੀ ਜਾਂ ਗਲਤ ਆ। ਲਿਖਣਾ ਉਹਨਾਂ ਨੇ ਵੀ ਲਿਖਿਆ ਬੜਾ, ਪਰ ਉਹ ਚੀਜ਼ ਨੂੰ ਅਨੁਭਵ ਕਰਨਾ ਇੱਕ ਅਲੱਗ ਚੀਜ਼ ਹੈ। ਅਧਿਆਤਮਿਕ ਸਫ਼ਰ ਪਤਾ ਕੀ ਹੈ ਨਿੱਜਰ ਸਾਹਿਬ, ਜਦ ਤੱਕ ਤੁਸੀਂ ਉਸ ਚੀਜ਼ ਨੂੰ ਖੁਦ ਨਹੀਂ ਨਾ ਪੀ ਲੈਂਦੇ, ਉਹਨਾਂ ਚਿਰ ਤੱਕ ਤੁਸੀਂ ਉਸ ਚੀਜ਼ ਦੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ, ਨਾ ਹੀ ਕਰਨੀ ਚਾਹੀਦੀ ਹੈ। ਪਰ ਜੇ ਕਰਾਂਗਾ ਤੇ ਕਨਫਿਊਜ਼ਨ ਕ੍ਰੀਏਟ ਕਰਾਂਗਾ ਮੈਂ। ਬਿਲਕੁਲ। ਆਪਣੇ ਤੁਸੀਂ ਦੱਸੋਗੇ, ਮੈਂ ਤੁਹਾਨੂੰ ਦੱਸਾਂ ਇੱਥੇ ਨਾ ਆਪਣੇ ਕਾਫੀ ਜ਼ਿਆਦਾ ਐਸੇ ਮਨੁੱਖ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਆਪਣਾ ਜੀਵਨ ਹੀ ਬਾਣੀ ਤੇ ਲਾਇਆ। ਪੜ੍ਹਦੇ ਰਹੇ ਔਰ ਬਾਣੀ ਤੇ ਕਹਿੰਦੀ ਹੈ ਕਿ ਤੈਨੂੰ ਸਾਧਨਾ ਕਰਨੀ ਪੈਣੀ ਹੈ, ਤੈਨੂੰ ਭਗਤੀ ਕਰਨੀ ਪੈਣੀ ਹੈ, ਕਿਉਂਕਿ ਤੂੰ ਅੱਖਾਂ ਚੋਂ ਲੱਭਣ ਨੇ, ਅੱਖਾਂ 'ਚ ਨਹੀਂ ਹੈਗਾ ਉਹ। ਬਿਲਕੁਲ। ਨਾਲੇ ਇੱਕ ਆਪਾਂ ਉਸ ਜਗ੍ਹਾ ਤੇ ਪਹੁੰਚੇ ਹੀ ਨਹੀਂ ਆ, ਦੇਖੋ ਉਸ ਦੇਸ਼ ਦੇ ਵਿੱਚ ਗਏ ਹੀ ਨਹੀਂ ਆ, ਤੇ ਉਹਦੀਆਂ ਖਾਲੀ ਗੱਲਾਂ ਕਰ ਰਹੇ ਆ ਬਸ। ਉੱਥੇ ਗਏ ਹੀ ਨਹੀਂ, ਆਪਣੀ ਐਕਸੈਸ ਹੀ ਨਹੀਂ ਹੈਗੀ, ਨਾ ਆਪਾਂ ਨੇ ਸਫ਼ਰ ਕੀਤਾ ਹੈ। ਆਹ ਤੇ ਫਿਰ ਉਹ ਤੇ ਆਪਾਂ ਨੁਕਸ ਕੱਢੀ ਜਾਂਦੇ ਹਾਂ। ਹੁਣ ਸਾਡੀ ਬੁੱਧੀ 'ਚ ਜਿੰਨੀ ਕਮਾਲ ਆ, ਆਪਾਂ ਉਸ ਹਿਸਾਬ ਨਾਲ ਗੱਲ ਕਰਨੀ। ਜਿੰਨੀ ਕ ਮੈਂ ਗੱਲ ਕਰੂੰਗਾ, ਹੁਣ ਮੇਰੀ ਨਜ਼ਰ 10 ਫੁੱਟ ਦੀ ਆ, ਤੇ ਨਜ਼ਰ ਤਾਂ ਮੈਂ 10 ਫੁੱਟ ਦੀ ਗੱਲ ਕਰਨੀ ਆ, ਮੈਂ 20 ਫੁੱਟ ਦੀ ਗੱਲ ਕਿੱਥੋਂ ਕਰ ਸਕਦਾ? ਹੁਣ ਕਿਸੇ ਬੰਦੇ ਦੀ ਨਜ਼ਰ ਹੈ, ਜਿੱਦਾਂ ਬ੍ਰਹਮ ਗਿਆਨੀ ਦੀ ਨਜ਼ਰ 1000 ਮੀਲ ਤੱਕ ਜਾਂਦੀ ਹੈ, ਤੇ ਉਹਨੇ 1000 ਮੀਲ ਦੀ ਗੱਲ ਕਰਨ ਦਿਆਂ। ਹੁਣ ਮੈਂ ਇੱਥੇ ਬੈਠਾ 10-20 ਫੁੱਟ ਤੇ, ਮੇਰੀ ਨਜ਼ਰ ਚ ਉਹਨਾਂ ਹੈ ਹੀ ਨਹੀਂ, ਸ਼ਕਤੀ ਨਹੀਂ ਹੈਗੀ ਉਹ ਚੀਜ਼ ਨੂੰ ਸਮਝਣ ਦੀ। ਬਿਲਕੁਲ। ਤੇ ਉਹੀ ਹਿਸਾਬ ਆ ਕਿ ਇਸ ਲਈ ਸਾਧ ਸੰਗਤ ਜੀ, ਹਮੇਸ਼ਾ ਹੀ ਗਿਆਨ ਜਿਹੜਾ ਹੈ ਉਹ ਤੁਹਾਡਾ ਆਪਣਾ ਹੈ,
ਉਹਨੂੰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਭਗਤੀ ਹੀ ਕਰਨੀ ਪਊ, ਕਿਉਂਕਿ ਜੀਵਨ ਦੀ ਸੋਝੀ ਜਿਹੜੀ ਆਉਣੀ ਹੈ ਨਾ ਉਹ ਸਾਡੇ ਅੰਦਰ ਛੁਪੀ ਆ, ਸਾਡੇ ਅੰਦਰ ਲੁਕਾਈ ਆ। ਔਰ ਉਹੀ ਤੇ ਪਹੇਲੀ ਆ, ਉਹ ਇੱਕ ਸਭ ਤੋਂ ਅਨਮੋਲ ਚੀਜ਼ ਆ ਜਿਹੜੀ ਜਦੋਂ ਮਨੁੱਖ ਪ੍ਰਾਪਤ ਕਰਦਾ ਹੈ ਨਾ ਤੇ ਉਹਦਾ ਮੁੱਖ ਉਜਲਾ ਹੋ ਜਾਂਦਾ। ਔਰ ਉਹਦਾ ਰਸਤਾ ਇੱਕ ਸੌਖਾ ਜਿਹਾ ਹੀ ਆ, ਕੋਈ ਔਖਾ ਰਸਤਾ ਨਹੀਂ ਹੈ। ਇਹ ਜਿਹੜੀ ਤੁਸੀਂ ਸਾਧਨਾ ਕਰਦੇ ਪਏ ਜੋ ਨਾ ਬੜੀ ਉੱਚ ਕੋਟੀ ਦੀ ਸਾਧਨਾ ਹੈ। ਇਹ ਪਹਿਲੀ ਗੱਲ ਤੇ ਇਹ ਸਾਧਨਾ ਆਮ ਸਧਾਰਨ ਬੰਦੇ ਨੂੰ ਤੇ ਦਿੱਤੀ ਨਹੀਂ ਕਿਸੇ ਨੇ। ਇਹ ਕੇਵਲ ਜਿਹੜੇ ਬ੍ਰਹਮ ਗਿਆਨੀ ਸਨ ਉਹਨਾਂ ਕੋਲ ਸੀ। ਉਹ ਵੀ ਜਿਹੜਾ ਬੰਦਾ ਕਾਬਲ ਹੁੰਦਾ ਸੀ ਉਹਨੂੰ ਗਾਹ ਦਿੰਦੇ ਸੀ, ਓਦਾਂ ਨਹੀਂ ਦਿੰਦੇ ਸੀ। ਆਹ ਤੇ ਹੁਣ ਤੇ ਲੰਗਰ ਲੱਗਾ ਪਿਆ, ਕਲ ਯੁੱਗ ਹੈਗਾ। ਪਰ ਇਹ ਜਿਹੜਾ ਜ਼ਿਆਦਾਤਰ ਬਾਹਰੀ ਮੁਖੀ ਸੰਸਾਰ ਚ ਹੀ ਲੋਕਾਂ ਨੂੰ ਲਾਉਂਦੇ ਸੀ। ਅੱਜ ਦੀ ਡੇਟ ਚ ਤੁਸੀਂ ਦੇਖੋਗੇ ਨਾ ਸਾਧਨਾ ਤੇ ਸਾਰੀ ਦੁਨੀਆ ਹੀ ਕਰਦੀ ਆ, ਪਰ ਉਸ ਨੂੰ ਜੀਵਨ ਦਾ ਹਿੱਸਾ ਬਣਾਉਣਾ ਬਹੁਤ ਵੱਡੀ ਗੱਲ ਆ। ਔਰ ਜਦ ਤੱਕ ਜਿੱਦਾਂ ਆਪਾਂ ਰੋਟੀ ਖਾਂਦੇ ਆ, ਪਾਣੀ ਪੀਂਦੇ ਆ, ਇਹ ਸਾਧਨਾ ਸਾਡੇ ਜੀਵਨ ਦਾ ਹਿੱਸਾ ਨਹੀਂ ਨਾ ਬਣ ਜਾਂਦੀ, ਉਹਨਾਂ ਚਿਰ ਸਮਝ ਲਓ ਕਿ ਆਪਾਂ ਹਜੇ ਗੜਬੜ ਆ। ਕਿਉਂਕਿ ਉਹ ਬਾਣੀ ਚ ਵੀ ਲਿਖਿਆ ਹੈ ਔਰ ਕਹਿੰਦੇ ਇੱਕ ਘੜੀ ਨਾ ਮਿਲਦੇ ਤੇ ਕਲਯੁਗ ਹੋਤਾ। ਇੱਕ ਪਲ ਵੀ ਨਹੀਂ ਮਿਲਦੇ ਜਾਂ ਘੜੀ ਨਹੀਂ ਮਿਲਦੇ। ਉਸ ਸਮੇਂ ਦੀ ਗੱਲ ਕਰਦੇ ਆ ਕਿ ਐਸੀ ਚੀਜ਼ ਆ ਕਿ ਜਦੋਂ ਮੇਰੀ ਸੁਰਤੀ ਕਹਿੰਦੇ ਆ, ਹੁਣ ਮੈਨੂੰ ਪਤਾ ਨਹੀਂ ਕਿੰਨੇ ਕਿਹਾ ਸੀ ਕਿ ਸੰਤ ਨੇ ਕਿਹਾ ਕਿ ਮੈਂ ਜਦੋਂ ਸੂਈ ਦੇ ਵਿੱਚ ਧਾਗਾ ਪਾਉਂਦਾ, ਫੂਕ ਮਾਰਦਾ ਨਾ, ਉਦੋਂ ਮੇਰੀ ਲਿਵ ਟੁੱਟ ਜਾਂਦੀ ਹੈ। ਕਬੀਰ ਜੀ ਨੇ ਕਿਹਾ ਸੀ, ਕਬੀਰ ਜੀ ਨੇ, ਜਿਨ੍ਹਾਂ ਦੀ ਬਾਣੀ ਲੈ ਰਹੇ ਆਪਾਂ। ਹਾਂ, ਕਬੀਰ ਜੀ ਨੇ ਕਿਹਾ। ਹੁਣ ਉਹ ਕਹਿੰਦੇ ਧਾਗੇ 'ਚ ਮੈਂ ਸੂਈ ਪਾਉਂਦੇ ਆ, ਮਤਲਬ ਇੰਨਾ ਸਮਝਾਉਂਦੇ ਆ। ਇਹ ਨੀ ਕਿ ਉਹਨਾਂ ਦੀ ਸੂਈ ਚ ਧਾਗਾ ਪਾਉਣ ਲੱਗੇ ਲਿਵ ਟੁੱਟ ਜਾਂਦੀ ਆ, ਉਹ ਕੇਵਲ ਸਾਨੂੰ ਸਮਝਾਉਂਦੇ ਆ। ਹਾਂਜੀ, ਉਹ ਕਹਿੰਦੇ ਆ ਜਬ ਲਗ ਤਾਗਾ ਬਾਹੋਂ ਬੇਹੀ, ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਬਿਸਰੇ ਰਾਮ ਸਨੇਹੀ। ਹਾਂ, ਮਤਲਬ ਕਹਿਣ ਤੋਂ ਬਾਅਦ ਸਾਨੂੰ ਸਮਝਾਉਂਦੇ ਕਿ ਮੈਂ ਇੱਕ ਛੋਟਾ ਜਿਹਾ ਇੱਕ ਕੰਮ ਕਰਦਾ ਵਾ, ਉਹਦੇ ਚ ਮੇਰਾ ਪਰਮਾਤਮਾ ਵਿਚੜਦਾ, ਕਿ ਮੇਰਾ ਇੰਨਾ ਉਹਦੇ ਨਾਲ ਸੰਪਰਕ ਆ, ਇੰਨੀ ਮੇਰੀ ਉਹਦੇ ਨਾਲ ਇੱਕ ਮਿੱਕ ਹੋ ਚੁੱਕਿਆ ਮੈਂ। ਅੱਜ ਜੱਜ ਸਾਹਿਬ ਆਪ ਬੋਲੋ ਜੀ, ਸ਼ੁਰੂ ਕਰੀਏ। ਹਾਂਜੀ, ਹੁਣ ਇਹਦੇ ਵਿੱਚ ਨਾ ਦੇਖੋ, ਇਹ ਹੁਣ ਅਖੀਰ ਜਿਹੜਾ ਹੈਗਾ 52 ਅੱਖਰ ਜਿਹੜੇ ਹੈਗੇ ਉਹਨਾਂ ਤੋਂ 36ਵੇਂ ਤੇ ਅੰਕ ਤੇ ਆਪਾਂ ਆ ਗਏ ਆ। ਤੇ ਕਬੀਰ ਜੀ ਜਿਹੜੇ ਹਨ ਹੁਣ ਆਖਰੀ ਉਹਦੇ ਵਿੱਚ ਆਪਾਂ ਨੂੰ ਇਹ ਨਾਮ ਅਭਿਆਸ, ਧਿਆਨ, ਸਿਮਰਨ, ਇਹ ਸਾਧਨਾ ਕਿਵੇਂ ਕਰਨੀ ਆ ਉਹਦੇ ਬਾਰੇ ਪੂਰੇ ਦੇ ਪੂਰੇ ਨੁਕਤੇ ਦੇ ਰਹੇ। ਬਹੁਤ ਚੌਕਸ ਹੋ ਕੇ ਇਹਨਾਂ ਨੂੰ ਰਹਿਣ ਦੀ ਲੋੜ ਹੈ। ਲੱਲਾ ਐਸੇ ਲਿਵ ਮਨ ਲਾਵੈ, ਕਹਿੰਦੇ ਐਵੇਂ ਧਿਆਨ ਸਿਮਰਨ ਕਰਨਾ, ਐਵੇਂ ਲਿਵ ਲਗਾਉਣੀ ਆ, ਮਨ ਲਗਾਉਣਾ ਆ, ਅੰਤ ਨਾ ਜਾਏ। ਕਹਿੰਦੇ ਵਿਚਾਰ ਨਹੀਂ ਆਉਣਾ ਚਾਹੀਦਾ, ਵਿਚਾਰ ਆ ਗਿਆ ਤੇ ਮਾਇਆ ਨੇ ਫੜ ਲਿਆ ਤੈਨੂੰ। ਅੰਤ ਨਾ ਜਾਏ ਪਰਮ ਸੱਚ ਪਾਵੈ, ਤਾਂ ਜਿਹੜਾ ਹੈਗਾ ਉਹ ਪਰਮ ਸੱਚ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ, ਉੱਥੇ ਤੱਕ ਤੂੰ ਪਹੁੰਚ ਸਕਦਾ ਆ। ਤੂੰ ਕੀ ਪਹੁੰਚ ਸਕਦਾ ਹੈ? ਮਾਲਕ ਅੰਦਰ, ਮਾਲਕ ਤੈਨੂੰ ਆਪਣੇ ਨਾਲ ਮਿਲਾਊਗਾ। ਔਰ ਜੋ ਤਹਾਂ ਪ੍ਰੇਮ ਲਿਵ ਲਾਵੈ, ਜੇ ਉੱਥੇ ਫਿਰ ਪ੍ਰੇਮ ਹੀ ਪੈ ਜੇ ਤੇ ਪ੍ਰੇਮ ਦੇ ਨਾਲ ਲਿਵ ਲੱਗ ਜੇ ਤੇਰੀ, ਤੇ ਬਸ ਫਿਰ ਤੋ ਅੱਲਾ ਲਹਿ ਚਰਨ ਸਮਾਵੈ, ਹੋ ਗਈ ਯਾਤਰਾ ਪੂਰੀ। ਉਹ ਮਾਲਕ ਪਰਮਾਤਮਾ ਦੇ ਨਾਲ ਬੂੰਦ ਸਾਗਰ ਦੇ ਵਿੱਚ ਮਿਲ ਗਏ, ਇੱਕ ਮਿਕ ਹੋ ਗਿਆ। ਉਹ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ, ਅੱਲਾ ਪ੍ਰਗਟ ਹੋ ਗਿਆ। ਹਾਂਜੀ ਵੀਰ ਜੀ, ਹਾਂਜੀ ਠੀਕ ਹੈ ਸਾਧ ਸੰਗਤ ਜੀ, ਕੋਈ ਔਖੀ ਗੱਲ ਤੇ ਨਹੀਂ ਨਾ ਕੀਤੀ ਕਬੀਰ ਜੀ ਨੇ। ਇੱਕ ਹੀ 2-4 ਲਾਈਨਾਂ ਦੇ ਵਿੱਚ ਹੀ ਤੇ ਬ੍ਰਹਮ ਦਾ ਸਾਰ ਕੱਢ ਕੇ ਬਾਹਰ ਰੱਖਤਾ। ਉਹ ਕਹਿੰਦੇ ਨੇ ਕਿ ਲੱਲਾ ਐਸੇ ਲਿਵ ਮਨ ਲਾਏ, ਲਾਵੇ। ਹਾਂਜੀ, ਹਾਂ, ਲਿਵ ਦਾ ਮਤਲਬ ਸਾਧ ਸੰਗਤ ਜੀ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ, ਸੁਰਤ ਦਾ ਇੱਕ ਜਗ੍ਹਾ ਤੇ ਟਿਕ ਜਾਣਾ, ਬਾਕੀ ਭੁੱਲ ਜਾਣਾ। ਬਾਕੀ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਛੱਡ ਦੇਣੀਆਂ, ਇੱਕ ਜਗ੍ਹਾ ਤੇ ਸਾਡੀ ਸੁਰਤ ਦਾ ਮਤਲਬ ਪਤਾ ਕੀ ਹੈ? ਸੁਰਤ ਆਪ ਜਦੋਂ ਟੀਵੀ ਪੈਂਦੇ ਜੋ ਨਾ ਤੁਹਾਡੀ 100% ਸੁਰਤ ਉੱਥੇ ਹੈਗੀ ਆ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਆ। ਜਦ ਦੁਨੀਆ ਦੇ ਰਸ ਮਾਣਦੇ ਆ, ਸੁਰਤ ਪੂਰੀ ਦੀ ਪੂਰੀ ਉੱਥੇ ਹੁੰਦੀ ਆ, ਉਦੋਂ ਸਮਾਂ ਭੁੱਲ ਜਾਂਦਾ ਆਪਾਂ ਨੂੰ। ਇਸੇ ਤਰ੍ਹਾਂ ਆਪਣੇ ਪਰਮਾਤਮਾ ਦੇ ਨਾਲ ਵੀ ਸਮਾਂ ਭੁੱਲਣਾ ਚਾਹੀਦਾ। ਹਾਂ, ਔਰ ਇੱਕ ਚੋਰ ਦੀ ਪੂਰੀ ਸੁਰਤ ਚੋਰੀ ਚ ਜੇ ਉਹਨੂੰ ਪਤਾ ਵਾ ਜੇ ਮੈਂ ਗਲਤੀ ਕੀਤੀ, ਰੌਲਾ ਪੈ ਗਿਆ, ਖੜਕਾ ਹੋ ਗਿਆ, ਮੈਂ ਫੜੇ ਜਾਣਾ ਵਾ। ਜਦੋਂ ਪਰਸ ਕੱਢਦਾ ਨਾ ਚੋਂ ਚੋਰੀ ਕਰਦਾ ਵਾ, ਉਹਦੀ ਸੁਰਤ ਉੱਥੇ ਆ। ਇਹ ਦੇਖੋ, ਇੱਕ ਠੱਗ ਦੀ ਸੁਰਤ ਉਸੇ ਠੱਗੀ ਚ ਬੈਠਾ, 101% ਮਨ, ਤਨ, ਚਿੱਤ, ਬੁੱਧੀ A to Z ਜਿਹੜਾ ਹੈਗਾ ਉੱਥੇ ਬੈਠਾ ਜੀ, ਤੁਸੀਂ ਵੇਖ ਲਓ। ਪਰ ਜਦੋਂ ਆਪਾਂ ਭਗਤੀ ਕਰਦੇ ਹਾਂ ਉੱਥੇ ਕੋਈ ਵੀ ਨਹੀਂ ਹੁੰਦਾ, ਕਿਉਂਕਿ ਉਹ ਅਲੱਗ ਚੀਜ਼ ਆ। ਜਦ ਕਿ ਉਹ ਕਹਿੰਦੇ ਆ ਕਿ ਲਿਵ ਤੋਂ ਬਿਨਾ ਜਿੰਨਾ ਚਿਰ ਤੇਰਾ ਮਨ ਹੀ ਨਹੀਂ ਉੱਥੇ ਮੌਜੂਦ, ਤੇਰਾ ਤਨ ਉੱਥੇ ਬੈਠਾ ਹੈ, ਤਨ ਤੇ ਜੜ ਆ, ਇਹ ਤੇ ਇੱਕ ਮਸ਼ੀਨ ਹੈ। ਹੁਣ ਤੂੰ ਪਤਾ ਕੀ ਕਰਦਾ ਹੈ? ਹੁਣ ਜਿੱਦਾਂ ਡਰਾਈਵਰ ਆਪ ਗੱਡੀ ਨੂੰ ਛੱਡ ਆਵੇ ਗੁਰਦੁਆਰੇ, ਤੇ ਡਰਾਈਵਰ ਆਪ ਘਰੇ ਆ ਜੇ ਨਜਾ ਸਾਹਿਬ, ਜਿਹਨੇ ਡਰਾਈਵਿੰਗ ਸਿੱਖਣੀ ਆ,
ਉਹ ਕਾਰ ਨੂੰ ਉੱਥੇ ਛੱਡ ਆਉਂਦੇ ਆ। ਕਹਿਣ ਤੋਂ ਭਾਵ ਕਾਰ ਦਾ ਮਤਲਬ ਆਪਣਾ ਸਰੀਰ। ਉਹ ਆਪਾਂ ਗੁਰਦੁਆਰੇ ਲੈ ਜਾਂਦੇ ਆ, ਉੱਥੇ ਮੰਦਿਰ ਚ ਲੈ ਜਾਂਦੇ ਆ, ਮਸਜਿਦ ਚ ਲੈ ਜਾਂਦੇ ਆ। ਉਹ ਜਿੰਨੇ ਸਬਕ ਲੈਣਾ ਵਾ ਉਹ ਤੇ ਬਹਿੰਦਾ ਹੀ ਨਹੀਂ ਉੱਥੇ। ਬਿਲਕੁਲ ਨਹੀਂ ਬਹਿੰਦਾ, ਬਸ ਸਰੀਰ ਕੱਲਾ ਬੈਠਾ ਹੈ ਉੱਥੇ। ਹਾਂ, ਔਰ ਤੁਸੀਂ ਫਿਰ ਬਾਅਦ ਚ ਕਹਿੰਦੇ ਜੇ ਆਨੰਦ ਸਾਹਿਬ ਪੂਰਾ ਹੋ ਗਿਆ ਵਾ, ਸ਼ੁਰੂ ਕੀਤਾ ਸੀ ਖਤਮ ਹੋ ਗਿਆ। ਉਹ ਪਤਾ ਵੀ ਤਾਂ ਲੱਗਦਾ ਜਦੋਂ ਆਖਰੀਆਂ ਤੁਕਾਂ ਆ ਜਾਂਦੀਆਂ ਨੇ। ਇਹੋ ਜੀਵਨ ਦਾ ਸਭ ਤੋਂ ਵੱਡਾ ਇੱਕ ਭਰਮ ਹੈ। ਕੋਈ ਕਹੀ ਜਾਂਦਾ ਵਾ ਇਹ ਜੀ ਆਤਮਾ ਨਹੀਂ ਪ੍ਰਮਾਤਮਾ ਹੁੰਦੀ, ਪਤਾ ਨਹੀਂ ਕੀ ਲੋਕੀ ਬੋਲੀ ਜਾਂਦੇ ਆ। ਇੱਥੇ ਕੋਈ ਚੱਕਰਾਂ ਚ ਪੈਣ ਦੀ ਲੋੜ ਨਹੀਂ। ਇੱਕ ਛੋਟਾ ਜਿਹਾ ਹੀ ਕੰਮ ਕਰਨਾ। ਅੱਜ ਜਿਹੜੀ ਕਬੀਰ ਸਾਹਿਬ ਦੀਆਂ 4 ਤੁਕਾਂ ਨੂੰ ਜੇ ਤੁਸੀਂ ਪੜ੍ਹ ਲੈਂਦੇ ਜੋ ਨਾ ਤੇ ਤੁਸੀਂ ਬ੍ਰਹਮ ਗਿਆਨੀ ਬਣ ਜਾਓ। ਕੋਈ ਔਖਾ ਕੰਮ ਨਹੀਂ ਆ, ਬਿਲਕੁਲ ਸਿੰਪਲ ਜਿਹਾ ਹੀ ਕੰਮ ਆ। ਕਹਿੰਦੇ ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਉਹ ਪਤਾ ਕੀ ਕਹਿੰਦੇ ਆ, ਉਹ ਕਹਿੰਦੇ ਕਿੱਦਾਂ ਕਰ, ਪਨੀਰੀ ਦੇ ਵਿੱਚ ਤੇਰਾ ਮਨ ਫਸਿਆ, ਬਹੁਤ ਸਾਰੀਆਂ ਪਨੀਰੀ ਉੱਗੀ ਆ, ਉਹ ਚੋਂ ਇੱਕ ਪੁੱਟ ਲਾ। ਤੇਰਾ ਮਨ ਨੂੰ ਉਹ ਪਨੀਰੀ ਚੋਂ ਪੁੱਟ ਕੇ ਤੇ ਇੱਕ ਸਾਫ਼ ਸੁਥਰੀ ਜਗ੍ਹਾ ਚਲਾ ਦੇ ਜਿੱਥੇ ਦੂਜੀ ਪਨੀਰੀ ਨਹੀਂ ਹੈਗੀ। ਨਿਜਰ ਸਾਹਿਬ ਬਿਲਕੁਲ ਸਹੀ ਗੱਲ। ਜੇ ਗੰਢੇ ਜ਼ਿਆਦਾ ਉੱਗੇ ਆ, ਉਹ ਕਹਿੰਦੇ ਕਿ ਗੰਢਿਆਂ ਨੂੰ ਗੰਢਾ ਪਾਣੀ ਲਾਉਂਦੇ, ਕਹਿੰਦੇ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਕਿੱਥੋਂ ਪੁੱਟਣਾ, ਵਿਚਾਰਾਂ ਚੋਂ ਪੁੱਟਣਾ ਤੇ ਨਿਰਵਿਚਾਰ ਚ ਲਾਉਣਾ। ਇੰਨਾ ਸੌਖਾ ਕੰਮ। ਤੇ ਸਾਡੇ ਇੱਥੇ ਪਤਾ ਨਹੀਂ ਕੀ ਲੋਕੀ ਬਣਾਈ ਜਾਂਦੇ ਆ। ਉਹ ਤੈਨੂੰ ਬਾਬਾ ਮਿਲਾਊਗਾ, ਉਹ ਬਾਬਾ ਕਿੱਥੋਂ ਮਿਲਾ ਦੂਗਾ? ਬਾਬਾ ਆਪ ਮਿਲਿਆ? ਬਾਬੇ ਨੂੰ ਪੁੱਛੋ ਕਿ ਇਹਨੂੰ ਪਤਾ ਕੀ ਪਰਮਾਤਮਾ ਨੂੰ ਪਾਉਣਾ ਕੀ ਕਹਿੰਦੇ ਨੇ। ਕਬੀਰ ਸਾਹਿਬ ਦੀ ਬਾਣੀ ਪੜ੍ਹਦੇ ਜੋ ਤੁਸੀਂ ਵਿਚਾਰ ਕੀਤੀ ਕਿਤੇ ਕਬੀਰ ਸਾਹਿਬ ਕੀ ਕਹਿ ਗਏ ਨੇ, ਗੁਰੂ ਨਾਨਕ ਪਾਤਸ਼ਾਹ ਕੀ ਕਹਿ ਗਏ ਨੇ, ਜਾਂ ਦੂਜੇ ਗੁਰੂ ਕੀ ਕਹਿ ਰਹੇ ਨੇ। ਉਹ ਨਿਜਰ ਸਾਹਿਬ ਉਹ ਬੋਲੋ ਤੁਕ ਜਿਹੜਾ ਇੱਕ ਵਾਰੀ ਫਿਰ ਉਹਦੀ ਰਾਮਾਨੰਦ ਦੀ ਕੱਤ ਜਾਈਏ ਰੇ, ਕੱਤ ਜਾਈਏ ਰੇ ਘਰੇ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ। ਕਹਿੰਦੇ ਮੇਰਾ ਚਿੱਤ ਨਹੀਂ ਚੱਲਦਾ, ਮਨ ਕਿਉਂਕਿ ਅਪੰਗ ਹੋ ਗਿਆ, ਲੂਲਾ ਲੰਗੜਾ ਹੋ ਗਿਆ। ਲੂਲਾ ਲੰਗੜਾ ਕਿੱਥੋਂ ਤੁਰੂਗਾ? ਕੀੜੇ ਦੀਆਂ ਵੇਖੇ ਕਿੰਨੀਆਂ ਕੀੜੇ ਦੀਆਂ ਲੱਤਾਂ ਟੁੱਟ ਜਾਂਦੀਆਂ ਨੇ, ਉੱਥੇ ਘੁੰਮੀ ਜਾਂਦੇ ਨੇ, ਉੱਥੇ ਬਹਿ ਜਾਂਦੇ ਨੇ। ਉਹ ਬਿਲਕੁਲ ਬਹਿ ਜਾਂਦੇ। ਔਰ ਤੁਸੀਂ ਵੇਖਿਆ ਹੋਣਾ ਵਾ ਆਮ ਜਿਹੜੇ ਬਰਸਾਤਾਂ ਦੇ ਵਿੱਚ ਕੀੜੇ ਨਿਕਲਦੇ ਮੁੜ ਕੇ ਉੱਥੇ ਮੁੱਦੇ ਪੈ ਜਾਂਦੇ, ਉੱਥੇ ਪੈਰ ਜੇ ਮਰੀ ਜਾਂਦੇ ਆ, ਆਪ ਮੁੱਦੇ ਪੈ ਜਾਂਦੇ ਆ। ਉਹੀ ਹਿਸਾਬ ਸਾਡੇ ਮਨ ਦਾ। ਮਨ ਕੱਟ ਜਾਈਏ ਰੇ, ਮੈਂ ਕਿੱਥੇ ਜਾਵਾਂ? ਕਹਿੰਦੇ ਮੈਂ ਕਿੱਥੇ ਜਾਵਾਂ, ਮੈਨੂੰ ਦੱਸੋ। ਮੇਰੇ ਤੇ ਘਰੇ ਰੰਗ ਲੱਗ ਗਿਆ। ਘਰ ਕਿਹਨੂੰ ਕਹਿੰਦੇ ਆ? ਕਿਤੇ ਘਰ ਆਪਣੇ ਘਰ ਨੂੰ ਥੋੜੀ ਕਹਿੰਦੇ। ਉਹ ਕਹਿੰਦੇ ਮੇਰੇ ਆਪਣਾ ਘਰ, ਮੇਰਾ ਸਰੀਰ, ਉਹ ਚ ਹੀ ਰੰਗ ਲੱਗ ਗਿਆ ਮੈਨੂੰ, ਉਹ ਚ ਹੀ ਕਿਰਪਾ ਹੋ ਗਈ। ਸਾਰੀ ਦੁਨੀਆ ਦੇ ਵਿੱਚ ਇਹ ਭਰਮ ਪਾਇਆ ਗਿਆ ਕਿ ਤੁਸੀਂ ਕਿਤੇ ਹੋਰ ਬੈਠੇ ਹੋ, ਪਰਮਾਤਮਾ ਪਤਾ ਨਹੀਂ ਕਿੱਥੇ ਬੈਠਾ। ਮਤਲਬ ਕੋਈ ਵੀ ਨਹੀਂ ਕਹਿੰਦਾ ਕਿ ਤੂੰ ਪਰਮਾਤਮਾ ਤੇਰੇ ਤੋਂ ਵੱਖ ਨਹੀਂ ਆ। ਉਹ ਕਹਿੰਦਾ ਰੱਬ ਤੇਰੇ ਤੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਬਿਲਕੁਲ ਹੈ। ਪਰ ਉਹ ਵੱਖ ਨਹੀਂ ਦਾ ਮਤਲਬ ਕੀ ਆ? ਜਿੰਨਾ ਚਿਰ ਤੇਰੇ ਚ ਵਿਚਾਰ ਹੈਗੇ ਆ ਤੇ ਪਰਮਾਤਮਾ ਇੰਨਾ ਕੁ ਜ਼ਿਆਦਾ ਤੇਰੇ ਤੋਂ ਦੂਰ ਹੀ, ਤੇਰੇ ਤੋਂ ਇੰਨਾ ਕੁ ਜ਼ਿਆਦਾ ਦੂਰ ਹੀ ਤੇਰੀ ਸੋਚ ਵੀ ਨਹੀਂ ਸੋਚ ਸਕਦੀ। ਪਰ ਜਿੱਦਣ ਪਰਮਾਤਮਾ ਨੇ ਤੇ ਮਿਹਰ ਕੀਤੀ, ਤੈਨੂੰ 2-4 ਮਿੰਟ ਨਿਰਵਿਚਾਰ ਸਮਾਧੀ ਮਿਲ ਗਈ ਤੇ ਉਹੀ ਪਰਮਾਤਮਾ ਦੇ ਅੰਦਰ ਤੂੰ ਸਮਾ ਜਾਏਗਾ ਤੇ ਤੈਨੂੰ ਬਾਹਰ ਲੱਭਣ ਦੀ ਲੋੜ ਨਹੀਂ। ਬਾਹਰ ਕਿੱਥੇ ਆ ਪਰਮਾਤਮਾ? ਇਹ ਪਰਮਾਤਮਾ ਤੋਂ ਬਿਨਾਂ ਕੁਛ ਵੀ ਨਹੀਂ ਹੈਗਾ। ਬਾਹਰ ਦਾ ਜਿਹੜਾ ਪਰਮਾਤਮਾ ਹੈ ਉਹ ਸਾਨੂੰ ਸ਼ਾਂਤ ਨਹੀਂ ਕਰ ਸਕਦਾ। ਜੇ ਕਿਤੇ ਬਾਹਰ ਹੁੰਦਾ ਤੇ ਸਾਨੂੰ ਮਿਲ ਜਾਣਾ ਸੀ। ਕੋਈ ਹਿਮਾਲਿਆ ਦੇ ਪਰਬਤ ਤੇ ਵੀ ਲੋਕੀ ਚੜ ਗਏ ਨੇ, ਮਾਊਂਟ ਐਵਰੈਸਟ ਸਭ ਤੋਂ ਉੱਚੀ ਆ, ਉੱਥੇ ਵੀ ਗਏ ਆ ਲੋਕੀ। ਚੰਦਰਮਾ ਤੇ ਵੀ ਹੋ ਆਏ ਆ। ਨਿਜਰ ਸਾਹਿਬ ਮੁਸਲਮਾਨ ਤੇ ਕਹਿੰਦੇ ਚੰਦਰਮਾ ਤੇ ਬੈਠਾ ਵਾ, ਉੱਥੇ ਵੀ ਹੋ ਆਏ ਨੇ, ਉੱਥੇ ਵੀ ਨਹੀਂ ਮਿਲਿਆ। ਤੋ ਇੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਲੱਲੇ ਅੱਖਰ ਤੋਂ ਗਿਆਨ ਕਰਾ ਰਹੇ ਨੇ। ਕਹਿੰਦਾ ਕਿ ਐਸੀ ਲਿਵ ਲਾਉਣੀ ਆ ਮਨ ਨੇ। ਇਹ ਵੇਖੋ ਤਨ ਦੀ ਗੱਲ ਨਹੀਂ ਕਰ ਰਹੇ। ਬਿਲਕੁਲ ਇਹ ਬੜਾ ਵੱਡਾ ਇੱਕ ਪ੍ਰੋਬਲਮ ਆ। ਆਪਾਂ ਵੈਗਰੂ ਵੈਗਰੂ ਕਹਿੰਦੇ ਆ ਮੂੰਹ ਦੇ ਨਾਲ, ਮਨ ਨਹੀਂ ਜੋ ਕਹਿੰਦਾ। ਬਹੁਤ ਵਧੀਆ। ਤੁਸੀਂ ਇਹ ਚੀਜ਼ ਨੂੰ ਨੋਟਿਸ ਕਰੋ, ਕਬੀਰ ਜੀ ਕੀ ਕਹਿ ਰਹੇ ਨੇ, ਗੱਲ ਬਹੁਤ ਕਲੀਅਰ ਕਰ ਗਏ ਨੇ ਤੇ ਡੇਰਾਵਾਦ ਦੀ ਖੁਦ ਹੀ ਖੰਡਨਾ ਕਰ ਰਹੇ ਨੇ। ਕਦੇ ਲੱਲਾ ਐਸਾ ਲਿਵ ਲਾਏ, ਲਿਵ ਮਨ ਲਾਵੇ, ਕਿ ਮਨ ਨੂੰ ਸਮਝਾ ਰਹੇ ਨੇ ਕਿ ਮਨ ਦੀ ਲਿਵ ਐਸੀ ਲੱਗ ਜਾਵੇ, ਅਨੰਤ ਨਾ ਜਾਏ ਪਰਮ ਸੱਚ ਪਾਵੇ। ਅਨੰਤ ਦਾ ਮਤਲਬ ਹੁੰਦਾ ਹੈ ਕਿ ਕਿਸੇ ਹੋਰ ਥਾਂ ਤੇ ਨਾ ਜਾਵੇ। ਮਨ ਜਿਹੜਾ ਹੈ ਸੁੱਤੀ ਦੇ ਵਿੱਚ ਲੀਨ ਹੋ ਜਾਏ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਮਨ ਕੀ ਕਰੇ? ਮਨ ਸ਼ਾਂਤ ਹੋ ਕੇ ਸੁਰਤੀ ਚ ਲੀਨ ਹੋ ਜਾਏ, ਸੁਰਤੀ ਚਿੱਤ ਚ ਲੀਨ ਹੋ ਜਾਏ ਤੇ ਚਿੱਤ ਬ੍ਰਹਮ ਚ ਲੀਨ ਹੋ ਜਾਏ। ਇਹੋ ਗੱਲ ਕਹਿ ਰਹੇ ਆ। ਕਹਿੰਦੇ ਆ ਫਿਰ ਅੱਗੇ ਕਹਿੰਦੇ ਆ ਕਿ ਅਨੰਤ ਨਾ ਜਾਏ ਪਰਮ ਸੱਚ ਪਾਵੇ।
कहता ਜਦੋਂ ਮਨ ਸ਼ਾਂਤ ਹੋ ਗਿਆ ਤੇਰਾ, ਮਨ ਆਪਣੇ ਚ ਅਸਤ ਹੋ ਗਿਆ। ਬਾਣੀ ਚ ਪਹਿਲਾਂ ਵੀ ਇੱਕ ਵਾਰੀ ਆਇਆ ਸੀ ਸਵੈ ਅਸਤ, ਸਵੈ ਦੇ ਵਿੱਚ ਅਸਤ ਹੋ ਜਾਣਾ। ਅਸਤ ਦਾ ਮਤਲਬ ਸੂਰਜ ਅਸਤ ਹੋ ਗਿਆ ਆਪਾਂ ਕਹਿੰਦੇ ਆ ਨਾ, ਹੁਣ ਸੂਰਜ ਛੁਪ ਗਿਆ। ਛੁਪ ਗਿਆ ਕਿੱਥੇ ਛੁਪ ਗਿਆ? ਉਹ ਇੱਕ ਐਸੀ ਅਵਸਥਾ ਬਣੀ ਆ ਜਦੋਂ ਸੂਰਜ ਜਿਹੜਾ ਅਸਤ ਹੋ ਜਾਂਦਾ, ਛੁਪ ਜਾਂਦਾ। ਇੱਕ ਤਾਂ ਸੂਰਜ ਚੜ ਰਿਹਾ ਨਾ, ਹੁਣ ਸਵੈ ਵਿੱਚ ਅਸਤ ਹੋ ਜਾਣਾ ਕਿੰਨੇ ਹੋਣਾ? ਸਾਡੇ ਮਨ ਨੇ। ਮਨ ਦਾ ਅਸਤ ਹੋ ਜਾਣਾ ਮਤਲਬ ਵਿਚਾਰਾਂ ਤੋਂ ਮੁਕਤ ਹੋ ਜਾਣਾ ਹੀ ਮਨ ਦਾ ਆਪਣੇ ਅੰਦਰ ਅਸਤ ਹੋ ਜਾਣਾ ਹੈ। ਅਨਮਨੀ ਅਵਸਥਾ, ਮਨ ਤੋਂ ਰਹਿਤ ਅਵਸਥਾ, ਮਨ ਦਾ ਆਪਣੇ ਆਤਮ ਤੱਤ ਦੇ ਸਰੋਤ ਚ ਸਮਾ ਜਾਣਾ, ਸੁਰਤੀ ਦੇ ਵਿੱਚ ਲੀਨ ਹੋ ਜਾਣਾ ਹੀ ਮਨ ਦਾ ਅਨਮਨੀ ਅਵਸਥਾ ਹੈ। ਉਹ ਕਹਿੰਦੇ ਜਦੋਂ ਤੁਹਾਡਾ ਮਨ ਇੱਕਦਮ ਭਟਕਣੋਂ ਬੰਦ ਹੋ ਗਿਆ ਔਰ ਸਵੈ ਚ ਅਸਤ ਹੋ ਗਿਆ ਤੇ ਫਿਰ ਕੀ ਹੋਊਗਾ? ਪਰਮ ਸੱਚ ਪਾਵੇ ਤੇ ਬਸ ਤੁਸੀਂ ਬ੍ਰਹਮ ਚ ਅੰਦਰ ਚਲ ਗਏ। ਕਿਉਂਕਿ ਉਹ ਬ੍ਰਹਮ ਜਿਹੜਾ ਵਾ ਉਹ ਮਨ ਤੋਂ ਅੱਗੇ ਹੈ। ਜਿੰਨਾ ਚਿਰ ਤੱਕ ਸਾਡੇ ਅੰਦਰ ਚਿੰਤਨ ਹੈ ਨਜ਼ਰ ਸਭ ਤਦ ਤੱਕ ਅਸੀਂ ਸੰਸਾਰ ਚ ਆ, ਪਰ ਜਦੋਂ ਚਿੰਤਨ ਰੁਕ ਗਿਆ ਤੇ ਫਿਰ ਨਾਲ ਸੰਸਾਰ ਕਿੱਥੇ ਆ? ਹੁਣ ਸਹਿਜ ਸਮਾਧੀ ਦਾ ਮਤਲਬ ਕੀ ਆ? ਹੁਣ ਸਮਾਧੀ ਲਾਉਣ ਦੀ ਲੋੜ ਨਹੀਂ ਕਿਉਂਕਿ ਮਨ ਹੀ ਨਹੀਂ ਹੈਗਾ। ਮਨ ਨਹੀਂ ਹੈਗਾ ਮਤਲਬ ਕੀ ਨਹੀਂ ਹੈਗਾ? ਚਿੰਤਨ ਨਹੀਂ ਹੈਗਾ, ਵਿਚਾਰ। ਆਪਾਂ ਵਿਚਾਰ ਹੀ ਖਤਮ ਹੋ ਗਿਆ। ਹੁਣ ਬ੍ਰਹਮ ਗਿਆਨੀ ਜਿਹੜਾ ਹੁੰਦਾ ਵਾ ਉਹ ਭਾਵੇਂ ਕੰਮ ਕਰੀ ਜਾਵੇ, ਭਾਵੇਂ ਖੇਤੀਬਾੜੀ ਕਰੀ ਜਾਵੇ। ਹੁਣ ਇੱਕ ਬ੍ਰਹਮ ਗਿਆਨੀ ਔਰਤ ਆ, ਰੋਟੀਆਂ ਪਕਾ ਰਹੀ ਆ, ਆਪਣੀ ਸਫਾਈ ਕਰ ਰਹੀ ਆ, ਆਪਣੇ ਕੱਪੜੇ ਧੋ ਰਹੀ ਆ, ਉਹਦੀ ਸੁਰਤੀ ਉਹਦੇ ਵਿੱਚ ਆ। ਜਿੱਦਾਂ ਤੁਸੀਂ ਨਾਟਕ ਵੇਖਦੇ ਜੋ ਨਾ, ਸੀਰੀਅਲ ਵੇਖਦੇ ਜੋ, ਦੇਖੋ ਕਿੱਦਾਂ ਲੋਕਾਂ ਦੇ ਕੰਨ ਖੜੇ ਹੋ ਜਾਂਦੇ ਆ ਕਿਉਂਕਿ ਤੁਸੀਂ 101% ਉੱਤੇ। ਤੁਹਾਨੂੰ ਨਹੀਂ ਪਤਾ ਰਸੋਈ 'ਚ ਕੀ ਹੋ ਰਿਹਾ, ਤੁਹਾਨੂੰ ਪਤਾ ਹੈ ਕਿ ਸੀਨ ਦੇ ਵਿੱਚ ਅੱਗੇ ਕੀ ਹੋਊਗਾ, ਅੱਗੇ ਕੀ ਹੋਊਗਾ। ਇਸੇ ਹੀ ਤਰ੍ਹਾਂ ਜਦੋਂ ਸੁਰਤੀ ਤੁਹਾਡੀ ਭਗਤੀ ਕਰਦਿਆਂ ਆਤਮ ਤੱਤ 'ਚ ਲੀਨ ਹੋ ਗਈ, ਸਵੈ ਦੇ ਵਿੱਚ ਖਲੋਗੀ, ਕਹਿਣ ਤੋਂ ਭਾਵ ਕਿ ਸੁਰਤੀ ਵਰਤਮਾਨ ਕਾਲ 'ਚ ਆ ਗਈ, ਨਾ ਅੱਗੇ ਨਾ ਪਿੱਛੇ। ਉਸ ਟਾਈਮ ਤੇ ਆਪਾਂ ਪ੍ਰਮਾਤਮਾ ਨੂੰ, ਪਰਮ ਸੱਚ ਨੂੰ ਅਨੁਭਵ ਕਰ ਸਕਦੇ। ਉਸ ਅਵਸਥਾ ਨੂੰ ਤੁਰੀਆ ਅਵਸਥਾ ਕਿਹਾ ਗਿਆ। ਸ਼ੁਰੂ ਚ ਤੁਹਾਨੂੰ ਤੁਰੀਆ ਅਵਸਥਾ ਹੀ ਪ੍ਰਾਪਤ ਹੋਣੀ ਆ। 5 ਮਿੰਟ ਦੀ ਮਿਲ ਜੇ, 10 ਮਿੰਟ ਦੀ ਮਿਲ ਜੇ, ਬਹੁਤੀ ਕਿਰਪਾ ਹੋ ਗਈ 10-20 ਮਿੰਟ ਦੀ ਸਮਾਧੀ ਮਿਲ ਗਈ, ਬੜੀ ਵੱਡੀ ਗੱਲ। ਉਸ 20 ਮਿੰਟ ਨੇ ਕੀ ਕਰਨਾ ਹੈ? ਨਿੱਜਰ ਸਾਹਿਬ ਚਿੱਤ ਦੀ ਕਲੀਨਿੰਗ ਕਰਨੀ ਹੈ ਕਿਉਂਕਿ ਸਟਾਪ ਕਰਤੀ ਨਾ ਮਸ਼ੀਨ ਤੁਸੀਂ। ਹੁਣ ਬਿਲਕੁਲ ਕੈਮਰਾ ਰੋਕਤਾ ਵਾ। ਹੁਣ ਉਸ ਅਵਸਥਾ ਚ ਕੈਮਰੇ ਦੇ ਅੰਦਰ ਪਤਾ ਕੀ ਹੋਣਾ ਵਾ? ਕੈਮਰੇ ਦੇ ਅੰਦਰ ਨਾ ਨਿੱਜਰ ਸਾਹਿਬ ਕੁਝ ਐਸੀਆਂ ਪਿਕਚਰਾਂ ਖਿੱਚੀਆਂ ਜਾਣੀਆਂ ਵਾ ਮਨ ਦੇ ਰੂਪੀ ਕੈਮਰੇ ਚ ਜਿੱਥੇ ਕੋਈ ਚਿੱਤਰ ਹੀ ਨਹੀਂ ਹੈਗਾ। ਇੱਕ ਪਿਕਚਰ, 2 ਪਿਕਚਰਾਂ, 4 ਪਿਕਚਰਾਂ। ਹੁਣ ਤੁਸੀਂ ਵੇਖੋ, ਇੱਕ ਬੜੀ ਵੱਡੀ ਕੰਧ ਆ, ਉੱਤੇ ਦੁਨੀਆ ਭਰ ਦੀਆਂ ਤੁਹਾਡੀਆਂ ਫੋਟੋਆਂ ਲੱਗੀਆਂ, ਪਰ ਜਿਹਦੇ ਚ ਬਲੈਕ ਫੋਟੋਆਂ ਲਾ ਦੋ ਨਿੱਜਰ ਸਾਹਿਬ। ਬਿਲਕੁਲ। ਹੁਣ ਉਹ ਏਡੀ ਵੱਡੀ ਕੰਧ ਆ, ਮੰਨ ਲਓ ਉਹਦੇ ਚ ਤੁਹਾਡੀਆਂ 10 ਵੀ ਅੱਜ ਬਲੈਕ ਲੱਗ ਗਈਆਂ ਜਿੱਥੇ ਕੋਈ ਫੋਟੋ ਨਹੀਂ ਆ, ਕੱਲ 10-15 ਹੋਰ ਲੱਗ ਗਈਆਂ, ਪਰਸੋਂ ਹੋਰ ਲੱਗ ਗਈਆਂ। ਏਦਾਂ ਕਰਦਿਆਂ ਇੱਕ ਸਮਾਂ ਆਉਣਾ ਹੈ ਕੰਧ ਪੂਰੀ ਬਲੈਕ ਹੋ ਜਾਣੀ ਆ। ਬਿਲਕੁਲ, ਵਿਚਾਰ ਖਤਮ ਹੋ ਜਾਣੇ। ਹਾਂ, ਔਰ ਬਿਲਕੁਲ ਖਤਮ ਹੋ ਜਾਣੇ ਆ। ਮੈਂ ਕਹਿੰਦਾ ਤੁਹਾਨੂੰ ਕੋਈ ਵਿਚਾਰ ਫੜ ਹੀ ਨਹੀਂ ਸਕਦਾ। ਤੁਸੀਂ ਖੁਦ ਵੀ ਕੋਸ਼ਿਸ਼ ਕਰੋਗੇ ਨਾ ਕਿ ਮੈਂ ਵਿਚਾਰਾਂ ਤੇ ਚੱਲ ਜਾ, ਤੁਹਾਡੀ ਸੁਰਤੀ ਜਾਣੀ ਨਹੀਂ ਕਿਉਂਕਿ ਸੁਰਤੀ ਜਿੱਥੇ ਚੱਲ ਗਈ ਆ ਉੱਥੋਂ ਬਾਹਰ ਨਹੀਂ ਨਿਕਲ ਸਕਦੀ। ਹੁਣ ਪਰਮਾਤਮਾ 'ਚ ਚੱਲ ਗਈ ਆ। ਬਹੁਤ ਔਖਾ, ਬਹੁਤ ਔਖਾ। ਕੋਈ ਬੰਦਾ ਬਹੁਤਾ ਜਿੱਦ ਕਰੇ, ਬਹੁਤਾ ਜ਼ਿਆਦਾ ਕੋਸ਼ਿਸ਼ ਕਰੇ, ਉਹ ਡਿੱਗ ਜੇ ਤੇ ਵੱਖਰੀ ਗੱਲ ਆ, ਪਰ ਜਿਹੜਾ ਬੰਦਾ ਇੱਕ ਵਾਰੀ ਚੜ ਜਾਂਦਾ ਨਾ, ਉਹਦੀ ਡਿੱਗਣਾ ਬਹੁਤ ਔਖਾ ਕਿਉਂਕਿ ਉਹਨੂੰ ਡਿੱਗਣ ਦੇ ਲਈ ਨਿੱਜਰ ਸਾਹਿਬ ਰੱਸੀ ਚਾਹੀਦੀ ਹੈ। ਰੱਸੀ ਤੇ ਹੈ ਹੀ ਨਹੀਂ ਕੋਈ। ਰੱਸੀਆਂ ਤੇ ਵੱਢ ਦਿੱਤੀਆਂ। ਹੁਣ ਉਹ ਜਿਹੜਾ ਉਸ ਸਵੈ ਵਿੱਚ ਅਸਤ ਹੋ ਗਿਆ, ਉਹਨੂੰ ਸੁੱਟਣਾ ਬਹੁਤ ਔਖਾ। ਹੁਣ ਕਹਿੰਦੇ ਆ ਅਗਲੀ ਤੁਕ ਬੋਲੋ ਨਿੱਜਰ ਸਾਹਿਬ, ਔਰ ਜੋ ਤਹਾਂ ਪ੍ਰੇਮ ਲਿਵਲਾਵੇ। ਹੁਣ ਜਿਹੜਾ ਹੈ ਉਹ ਪ੍ਰੇਮ ਲੱਗ ਜਾਣਾ ਮਾਲਕ ਪਰਮਾਤਮਾ ਦੇ ਨਾਲ। ਕਹਿੰਦੇ ਆ ਹੁਣ ਪ੍ਰੇਮ ਪੈਦਾ ਹੋ ਜਾਣਾ ਮਾਲਕ ਦੇ ਨਾਲ। ਤਉ ਅੱਲਾ ਲਹਿ ਚਰਨ ਸਮਾਵੇ। ਤਾਂ ਉਹ ਕਹਿੰਦੇ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਭਾਈ, ਫਿਰ ਇੱਕ ਰੂਪ ਹੋ ਜਾਂਦਾ ਹੈ, ਚਰਨਾਂ ਦੇ ਵਿੱਚ ਸਮਾ ਜਾਂਦਾ ਹੈ ਫਿਰ। ਹਾਂਜੀ, ਬਿਲਕੁਲ ਠੀਕ ਹੈ। ਹੁਣ ਕਹਿੰਦੇ ਪ੍ਰੇਮ ਤੇ ਲਿਵ ਲਾਵੇ। ਹੁਣ ਜਿੱਥੇ ਆਪਣਾ ਪ੍ਰੇਮ ਹੋਵੇ, ਸਾਧ ਸੰਗਤ ਜੀ, ਤੁਹਾਡਾ ਕੋਈ ਨਾ ਕੋਈ ਸੱਜਣ ਤੇ ਹੋਊਗਾ ਨਾ, ਬਹੁਤ ਕਰੀਬੀ, ਤੁਹਾਡਾ ਕੋਈ ਰਿਸ਼ਤੇਦਾਰ ਜਿਹਦੇ ਨਾਲ ਤੁਸੀਂ ਦਿਲ ਦੀਆਂ ਗੱਲਾਂ ਕਰਦੇ ਜੋ, ਜਿਹਦੇ ਨਾਲ ਤੁਸੀਂ ਉਹ ਗੱਲਾਂ ਵੀ ਕਰਦੇ ਜੋ ਜਿਹੜੀ ਇੱਕ ਪਤਨੀ ਆਪਣੇ ਪਤੀ ਨੂੰ ਨਹੀਂ ਦੱਸਦੀ, ਇੱਕ ਪਤੀ ਆਪਣੇ ਪਤਨੀ ਨੂੰ ਨਹੀਂ ਦੱਸਦਾ, ਪਰ ਉਹਨੂੰ ਦੱਸਦਾ। ਉਹ ਇੱਕ ਪ੍ਰੇਮ ਪੈ ਜਾਂਦਾ, ਉਹ ਇੱਕ ਰਿਸ਼ਤਾ ਹੁੰਦਾ ਤੁਹਾਡਾ। ਤੁਹਾਡੀ ਜ਼ਿੰਦਗੀ 'ਚ ਇੱਕ ਬੰਦਾ ਜ਼ਰੂਰ ਹੋਣਗੇ, 1-2 ਬੰਦੇ ਜਿਹਦੇ ਨਾਲ ਤੁਸੀਂ ਬੜੀਆਂ ਪ੍ਰਾਈਵੇਟ ਗੱਲਾਂ ਕਰ ਲਈਆਂ।
ਇਸੇ ਹੀ ਤਰ੍ਹਾਂ ਕਹਿੰਦੇ ਕਿ ਤੂੰ ਤੇਰੀ ਪ੍ਰੇਮ ਦੇ ਨਾਲ परमात्मा ਦੇ ਨਾਲ ਤੇਰੀ ਲਿਵ ਲੱਗ ਗਈ ਪ੍ਰੇਮ ਰੂਪੀ, ਤੇ ਫਿਰ ਕੀ ਹੋਊਗਾ? ਅਗਲੀ ਤੁਕ ਜੋ ਕਹਿ ਰਹੇ ਨੇ, तो अल्लाह लह चरण समावे। ਤੇ ਫਿਰ ਕਹਿੰਦੇ ਆ ਕਿ ਉਹ ਪ੍ਰਮਾਤਮਾ ਨੇ ਉਹ ਤੁਹਾਨੂੰ ਜਗ੍ਹਾ ਦੇ ਦੇਣੀ, ਉਹ ਚਰਨਾਂ 'ਚ ਆਪਣੇ ਪੱਕੀ ਜਗ੍ਹਾ, ਜਿੱਥਾ ਪਰਮਾਨੈਂਟ ਜਗ੍ਹਾ, ਤੇ ਉੱਥੇ ਆਪਾਂ ਸਮਾ ਜਾਾਂਗੇ। ਪ੍ਰਮਾਤਮਾ ਦੇ ਚਰਨਾਂ 'ਚ ਜੋ ਮਜ਼ਾ ਹੈ, ਜੋ ਸੁੱਖ ਹੈ, ਉਹ ਬਾਹਰ ਤੇ ਹੈ ਹੀ ਨਹੀਂ। ਪਰ ਚਰਨਾਂ ਦੇ ਵਿੱਚ ਸਮਾਉਣ ਦਾ ਇੱਕੋ ਹੀ ਤਰੀਕਾ ਹੈਗਾ, ਉਹ ਕਹਿੰਦੇ ਆ ਮਨ ਦੀ ਭਟਕਣਾ ਨੂੰ ਰੋਕਣਾ ਪਏਗਾ, ਉਹ ਰਿਕੁਆਇਰਮੈਂਟ ਹੈਗੀ ਆ। ਠੀਕ ਹੈ ਜੀ, ਤੇ ਮਨ ਦੀ ਭਟਕਣ ਨੂੰ ਰੋਕਣ ਦਾ ਰਸਤਾ ਕਰੀਏ ਮਨ ਦੇ ਅੰਦਰ। ਹਾਂਜੀ, ਅੱਗੇ ਕਰੀ ਨੇ ਜੀ ਸਰ। ਹੁਣ ਦੇਖੋ ਅੱਗੇ ਦੱਸ ਰਹੇ, ਕਹਿੰਦੇ ਕਿ ਇਹ ਹੁਣ ਜਿਹੜਾ ਹੈਗਾ ਵਿਚਾਰ ਬੰਦ ਕਰਨੇ, ਇਹ ਕਹਿੰਦੇ ਆ ਕਿ ਕਹਿੰਦੇ ਆ ਕਿ ਲੱਲਾ ਐਸੇ ਲਿਵ ਮਨ ਲਾਵੇ, ਅੰਤ ਨ ਜਾਏ ਪਰਮ ਸੱਚ ਪਾਵੇ। ਤੇ ਹੁਣ ਅੱਗੇ ਇਸੇ ਚੀਜ਼ ਨੂੰ ਦੱਸ ਰਹੇ ਵੀ ਇਹ ਕਿਵੇਂ ਪ੍ਰਾਪਤ ਹੋਏਗਾ। ਕਹਿੰਦੇ ਵੱਵਾ ਬਾਰ ਬਾਰ ਬਿਸਨ ਸਮਾਰ, ਕਹਿੰਦੇ ਬਾਰ ਬਾਰ ਕਰ, ਬਾਰ ਬਾਰ ਧਿਆਨ ਸਮਰ ਕਰ, ਪਰਮੇਸ਼ਰ ਨੂੰ ਚੇਤੇ ਕਰ, ਬਾਰ ਬਾਰ ਸਮਾਧੀ ਦੇ ਵਿੱਚ ਜਾ, ਬਾਰ ਬਾਰ ਜਿਹੜਾ ਹੈਗਾ ਬੈਠ। ਵੱਵਾ ਬਾਰ ਬਾਰ ਬਿਸਨ ਸਮਾਰ, ਬਿਸਨ ਸਮਾਰ ਨਾ ਆਵੇ ਹਾਰ, ਫਿਰ ਨਹੀਂ ਹਾਰੇਗਾ ਤੂੰ, ਜਿੱਤ ਜਾਏਗਾ ਖੇਡ ਨੂੰ। ਇੱਕ ਵਾਰੀ ਚ ਨਹੀਂ ਗੱਲ ਬਣਨੀ ਤੇਰੀ, ਬਾਰ ਬਾਰ ਕਰਨਾ ਪਊਗਾ ਇਹ ਕੰਮ। ਬਲ ਬਲ ਜਾਉ ਜੇ ਬਿਸਨ ਤਨਾ ਜਸ ਗਾਵੇ, ਤੂੰ ਬਿਸਨ ਤਨਾ ਹੈਗਾ ਆ, ਤੂੰ ਪਰਮਾਤਮਾ ਦਾ ਪੁੱਤ ਹੈਗਾ ਆ। ਤਨਾ ਮਤਲਬ ਕਹਿੰਦੇ ਆ ਬਈ ਕਿੱਥੋਂ ਪੈਦਾ ਹੋਇਆ, ਇਹਦਾ ਤਨਾ ਕੀ ਹੈਗਾ, ਇਹ ਸ਼ਾਖਾ ਕਿੱਥੋਂ ਆਈ ਆ। ਬਲ ਬਲ ਜੇ ਬਿਸਨ ਤਨਾ ਜਸ ਗਾਵੇ, ਵਿਸਨ ਮਿਲੈ ਸਭ ਹੀ ਸੱਚ ਪਾਵੇ। ਬਸ ਮਿਲ ਜਾਏਗਾ, ਫਿਰ ਪੂਰਨ ਰੂਪ ਦੇ ਵਿੱਚ ਮਾਲਕ ਪਰਮਾਤਮਾ ਪ੍ਰਗਟ ਹੋ ਜਾਏਗਾ, ਉਹਦਾ ਰੂਪ ਹੋ ਜਾਏਗਾ, ਫਿਰ ਤਾਂ ਉਹ ਰਹੇਗਾ ਵੀ ਨਹੀਂ। ਹਾਂਜੀ ਵੀਰ ਜੀ। ਹਾਂਜੀ, ਹੁਣ ਤੇ ਸਾਧ ਸੰਗਤ ਜੀ ਉਹ ਸਾਡੇ ਮਨ ਨੂੰ ਸਮਝਾ ਰਹੇ ਨੇ। ਉਹ ਕਹਿੰਦੇ ਨੇ ਕਿ ਬਾਰ-ਬਾਰ ਕਰਨਾ ਪੈਣਾ ਤੇ ਇਹ ਨਹੀਂ ਕਿ ਤੂੰ 2-4 ਫੁੱਟ ਜਗ੍ਹਾ ਪੁੱਟ ਕੇ ਤੇ ਮੁੜ ਕੇ ਬਹਿ ਗਈ। ਹਰ ਦਿਨ ਬਿਲਕੁਲ ਹਰ ਦਿਨ ਖੂਹ ਨੂੰ ਪੁੱਟਣਾ ਪੈਣਾ ਹੀ ਭਾਈ। ਉਹਨਾਂ ਚਿਰ ਤੱਕ ਪੁੱਟਣਾ ਹੀ ਜਿੰਨਾ ਚਿਰ ਤੱਕ ਤੇਰਾ ਕੰਮ ਨਹੀਂ ਮਿਲ ਜਾਂਦਾ, ਬਣ ਜਾਂਦਾ। ਬਿਲਕੁਲ, ਕਿਉਂਕਿ ਜਦ ਤੱਕ ਮਿਲੂ ਨਹੀਂ ਤੇ ਪ੍ਰਾਪਤੀ ਤੇ ਨਾ ਹੋਈ ਕੋਈ। ਹੁਣ ਮੈਨੂੰ ਤੁਸੀਂ ਕਹੋਗੇ ਚਰਨਜੀਤ ਬੱਚੇ ਤੂੰ ਤੇਰਾ ਮਸਲਾ ਹੱਲ ਹੋ ਗਿਆ, ਮੈਂ ਕਹੂੰਗਾ ਨੱਜਾ ਸਾਹਿਬ 50-60 ਸਾਲ ਹੋ ਗਏ ਲੱਭਿਆ ਹੀ ਨਹੀਂ। ਪਰ ਇੱਥੇ ਪ੍ਰਾਪਤੀ ਤੇ ਨਹੀਂ ਨਾ ਹੋਈ, ਭਾਵੇਂ 50-60 ਸਾਲ ਤੋਂ ਹੀ ਲੱਭਦੇ। ਪਰ ਕਹਿੰਦੇ ਆ ਕਿ ਪਰਮਾਤਮਾ ਨੂੰ ਲੱਭਦੇ ਰਹੋ ਔਰ ਬਾਰ-ਬਾਰ ਜਾਣਾ ਹੈ, ਚਿੱਤ ਦੇ ਵਿੱਚ ਬਹਿਣਾ ਹੈ। ਪਤਾ ਵਾ ਚਿੱਤ ਚ ਬਹੁਤ ਪੁਰਾਣੇ ਵਿਚਾਰ ਨੇ, ਬੜੀਆਂ ਲੰਬੀਆਂ ਜੜ੍ਹਾਂ ਨੇ, ਔਰ ਇੱਕ ਐਸਾ ਘਰ ਆ ਜਿੱਥੇ ਤੂੰ ਗਿਆ ਹੀ ਨਹੀਂ ਕਿਤੇ, ਤੈਨੂੰ ਤਾਂ ਪਤਾ ਹੀ ਨਹੀਂ ਭੋਲਿਆ ਤੇਰੇ ਅੰਦਰ ਕੀ ਆ। ਜਦੋਂ ਆਪਣੇ ਅੰਦਰ ਤੂੰ ਐਂਟਰੀ ਮਾਰੀ, ਤੇਰਾ ਗਿਆਨ ਵਧਣਾ ਵਾ, ਤੈਨੂੰ ਪਤਾ ਲੱਗਣਾ ਦੁਨੀਆ ਭਰ ਦਾ ਫਾਲਤੂ ਕਚਰਾ ਅੰਦਰ ਪਿਆ। ਬਿਲਕੁਲ। ਔਰ ਤੂੰ ਬਾਹਰੋਂ ਬੜਾ ਚਮਕੰਦਿਆ, ਬੜੇ ਛੋਟੇ-ਛੋਟੇ ਕੱਪੜੇ ਪਾ ਕੇ ਬੈਠਾ ਵਾ, ਲੋਕੀ ਤੈਨੂੰ ਕਹਿੰਦੇ ਬੜਾ ਵੱਡਾ ਤੂੰ ਸੰਤ ਆ, ਬੜਾ ਵੱਡਾ ਭਗਤ ਆ, ਫੀਲਿੰਗ ਲਈ ਜਾਂਦੀ ਆ। ਤੇ ਅੱਖਾਂ ਬੰਦ ਕਰ, ਤੇ ਉਹ ਜਿਹੜਾ ਤੇ ਅੰਦਰ ਚੱਲਣ ਦਿਆ ਵਾ ਕਚਰਾ, ਉਹਨੂੰ ਲਿਖ ਲਾ ਪੇਪਰ ਤੇ। ਮੁੜ ਕੇ ਤੇਰੇ ਚ ਜੇ ਹਿੰਮਤ ਹੈਗੀ ਆ ਤੇ ਕਿਸੇ ਨੂੰ ਉਹਨੇ ਕੀ ਖੁਦ ਹੀ ਪੜ ਲਾ। ਤੇ ਜੇ ਹਿੰਮਤ ਹੈਗੀ ਆ ਤਾਂ ਆਪਣੇ ਘਰਦਿਆਂ ਨੂੰ ਦਿਖਾ, ਤੈਨੂੰ ਪਤਾ ਲੱਗੇ, ਤੈਨੂੰ ਦੱਖਣ ਕੀ ਆ, ਪਾਪਾ ਕੀ ਸੋਚਣ ਆ ਤੂੰ, ਮੰਮੀ ਇਹ ਕੀ ਸੋਚਦੇ ਪੈ ਜੇ ਤੂੰ, ਆਹ ਕੀ ਹੋਏ। ਫਿਰ ਦੱਸਿਓ ਕਿ ਇਹ ਮੈਂ ਵਾਂ, ਇਹ ਮੇਰਾ ਇੱਕ ਰੂਪ ਆ, ਕਿਸੇ ਨੂੰ ਨੀ ਪਤਾ, ਪਰ ਮੇਰੇ ਅੰਦਰ ਹੈ ਸਭ ਕੁਛ। ਫਿਰ ਬੋਲਣ ਲੱਗਿਆ ਵਿਚਾਰ ਕਰਿਓ, ਫਿਰ ਬੋਲਣ। ਦੇਖੋ ਬਾਣੀ ਕੀ ਕਹਿੰਦੀ ਆ ਕਿ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਏ। ਫਿਰ ਉਹ ਪੇਪਰ ਨੂੰ ਪੜ੍ਹ ਲਈ, ਫਿਰ ਉਸ ਤੋਂ ਬਾਅਦ ਬੋਲੀ। ਬੋਲ ਕੀ ਸਕਣਾ, ਫਿਰ ਤਾਂ ਬੋਲ ਹੀ ਨਹੀਂ ਸਕਣਾ। ਮਾਈ ਤਾਂ ਲਾ ਲਿਓ ਕੋਈ, ਨੱਜਾ ਤਾਂ ਪਹਿਲੀ ਲਿਖਣ ਦੀ ਹਿੰਮਤ ਨਹੀਂ ਕਿਸੇ ਦੀ। ਲਿਖੇ ਕੋਈ, ਫਿਰ ਉਹਨੂੰ ਪੜ੍ਹੋ, ਫਿਰ ਉਹਨੂੰ ਪੜ੍ਹ ਕੇ ਫਿਰ ਦੱਸਿਓ ਲੋਕਾਂ ਨੂੰ ਕਿ ਐ ਮੈਂ ਵਾਂ। ਪਰ ਇੰਨੀ ਹਿੰਮਤ ਕਿੱਥੇ ਆ। ਪਰ ਕਬੀਰ ਜੀ ਤੇ ਕਹਿੰਦੇ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਨੱਜਾ ਸਾਹਿਬ ਬਿਲਕੁਲ ਤੇ ਕਹਿੰਦੇ ਹਮ ਨਹੀਂ ਚੰਗੇ, ਉਹ ਕਹਿੰਦੇ ਆ ਕਿ ਮੈਂ ਨਹੀਂ ਆ ਚੰਗਾ। ਅਗਲੇ ਬੰਨੇ ਕਹਿੰਦੇ ਕਾਲੀ ਮੈਡੀ ਕੱਪੜੇ, ਕਾਲਾ ਮੈਂਡਾ ਵੇਸ, ਗੁਨਾਹ ਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਆਪ ਕਹਿੰਦੇ ਮੈਂ ਤੇ ਗੁਨਾਹ ਨਾ ਭਰਿਆ, ਲੋਕੀ ਕਹਿੰਦੇ ਦਰਵੇਸ਼ ਹੈ। ਆਪ ਦੇਖ ਲਓ ਉਹ ਬ੍ਰਹਮ ਗਿਆਨੀ ਜੀ ਕੀ ਲਿਖ ਰਹੇ ਨੇ, ਸਾਨੂੰ ਹੀ ਸਮਝਾ ਰਹੇ ਨੇ ਕਿ ਤੂੰ ਭੁੱਲਿਆ, ਕਿਹਨੂੰ ਧੋਖਾ ਦੇ ਰਿਹਾ। ਆਪਣੇ ਆਪ ਤੇ ਨਜ਼ਰ ਮਾਰ, ਆਪਣੀ ਪੀੜੀ ਥੱਲੇ ਟੋਟਾ ਮਾਰ, ਤੈਨੂੰ ਗਿਆਨ ਹੋਵੇ। ਜੋ ਤੂੰ ਲੋਕਾਂ ਨੂੰ ਦਿਖਾ ਰਿਹਾ ਨਾ, ਉਹ ਤੂੰ ਨਹੀਂ ਆ, ਕਿਹਨੂੰ ਧੋਖਾ ਦੇ ਰਿਹਾ।
ਜੀਵਨ ਤੇਰਾ ਹੀ ਹੱਥੋਂ ਲੰਘ ਰਿਹਾ। ਜਿਹੜੀ ਚੀਜ਼ ਤੇਰੇ ਕੋਲ ਨਹੀਂ ਹੈਗੀ ਆ ਉਹ ਬੇਵਕੂਫਾ ਕਾਹਨੂੰ ਲੋਕਾਂ ਨੂੰ ਝੂਠ ਮਾਰੀ ਜਾਂਦੇ ਆ। ਨੁਕਸਾਨ ਕੀ ਦਾ? ਨੁਕਸਾਨ ਤੇ ਤੇਰਾ ਵਾ। ਬਿਲਕੁਲ। ਜੇ ਤੇਰੇ ਕੋਲ ਨਹੀਂ ਹੈਗੀ ਤੇ ਇਹ 'ਚ ਕੋਈ ਸ਼ਰਮ ਨਹੀਂ ਆ। ਦੱਸ ਨਹੀਂ ਹੈਗੀ ਭਾਊ, ਉਹ ਦੱਸੋ ਦੱਸੋ। ਜੇ ਤੂੰ ਚੁੱਪ ਰਿਹਾ ਤੇ ਗੱਲ ਖਤਮ ਹੋ ਗਈ। ਔਰ ਤੂੰ ਫਿਰ ਪਤਾ ਕੀ ਨਿੱਜਰ ਸਾਹਿਬ, ਉਹ ਰਾਜੇ ਵਾਂਗੂ ਉਹੀ ਗੱਲ ਹੋ ਗਈ। ਉਹ ਰਾਜੇ ਨੂੰ ਕਹਿੰਦਾ ਨਹੀਂ ਸਵਰਗ ਲੋਕ ਚੋਂ ਕੱਪੜੇ ਆਉਣਗੇ, ਰਾਜਾ ਹੋ ਗਿਆ ਨੰਗਾ। ਉਹ ਫਿਰ ਬੰਦਾ ਬੇਸ਼ਰਮ ਜਿਹਾ ਹੋ ਜਾਂਦਾ ਤੇ ਉਹ ਫਿਰ ਨਕਲੀ ਨੂੰ ਅਸਲੀ ਕਹਿ ਕੇ ਪ੍ਰਚਾਰ ਕਰੀ ਜਾਂਦਾ। ਹਾਂ ਵੀ ਬੜਾ ਆਨੰਦ ਆਉਂਦਾ, ਮੇਰਾ ਜੀਵਨ ਬੜਾ ਬਦਲ ਗਿਆ, ਮੇਰੀਆਂ ਫਲਾਨੀਆਂ ਮਸਲੇ ਹੱਲ ਹੋ ਗਏ। ਸ਼ਰਮ ਆਉਂਦੀ ਹੈ ਫਿਰ, ਸ਼ਰਮ ਆਉਂਦੀ ਹੈ ਗੋਰਖੀ ਸਾਹਿਬ। ਫਿਰ ਆਪਣੇ ਤੇ ਵੀ ਇੰਨਾ ਸਮਾਂ ਲਗਾਇਆ ਹੈ, ਫਿਰ ਮੈਂ ਕਿਵੇਂ ਜਿਹੜਾ ਹੈਗਾ ਸੱਚਾਈ ਦੱਸਾਂ ਹੁਣ। ਹਾਂ ਤੇ ਪਰ ਬਾਣੀ ਕਹਿੰਦੀ ਏਦਾਂ ਨਾ ਕਰ। ਤੂੰ ਇੱਕ ਜਿਹੜੀ ਚੀਜ਼ ਕਹਿ ਰਿਹਾ ਨਾ, ਜਿਹੜੀ ਤੂੰ ਸ਼ੋਅ ਕਰ ਰਿਹਾ ਉਹ ਤੇਰੇ ਕੋਲ ਨਹੀਂ ਹੈਗੀ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ, ਇਹਦੇ ਚ ਛੁਪਾਉਣ ਦੀ ਤਾਂ ਲੋੜ ਹੀ ਨਹੀਂ ਹੈ। ਬਿਲਕੁਲ ਫੈਕਟ ਹੈਗਾ। ਤੇ ਹੁਣ ਜੇ ਪ੍ਰਮਾਤਮਾ ਨੂੰ ਕਵੇਂਗਾ, ਤੂੰ ਲੋਕਾਂ ਨੂੰ ਨਹੀਂ ਕਹਿਣ ਦਿਆ ਮੇਰੇ ਕੋਲ ਹੈਗੀ ਆ, ਤੂੰ ਪ੍ਰਮਾਤਮਾ ਨੂੰ ਵੀ ਕਹਿਣ ਦਿਆ ਤੇ ਪ੍ਰਮਾਤਮਾ ਨੂੰ ਵੀ ਪਤਾ ਤੇ ਝੂਠ ਬੋਲਣ ਦਿਆ। ਉਹ ਕਹਿੰਦਾ ਫਿਰ ਬੈਠਾ ਰਹਿ, ਤੂੰ ਹੈਗੀ ਆ ਤੇ ਲਈ ਰੱਖ, ਉਹਨੂੰ ਸੰਭਾਲੀ ਜਾ। ਹਾਂ, ਪਰਮਾਤਮਾ ਕਹਿੰਦਾ ਵਾ ਕਿ ਤੂੰ ਲੋਕਾਂ ਨੂੰ ਤੇ ਦੱਸ ਕਿ ਮੇਰੇ ਕੋਲ ਨਹੀਂ ਹੈਗਾ ਤੇ ਮੈਂ ਦੇ ਵੀ ਦਿੰਦਾ। ਹਾਂ, ਤੇ ਲੋਕਾਂ ਤੋਂ ਇੱਜ਼ਤ ਲਈ ਜਾਂਦਾ ਵਾ ਝੂਠੀ, ਔਰ ਤੂੰ ਮੇਰੇ ਕੋਲ ਆਉਣਾ ਵੀ ਆ। ਇਹ ਨਹੀਂ ਪਰਮਾਤਮਾ ਕੋਲ ਮੰਗਣ ਜਾਂਦਾ। ਉਹ ਕਹਿੰਦਾ ਕਿ ਤੂੰ ਲੋਕਾਂ ਨੂੰ ਕਹੀ ਜਾਂਦਾ ਮੇਰੇ ਕੋਲ ਹੈਗੀ ਹੈ, ਇੱਥੇ ਮੇਰੇ ਕੋਲ ਮੰਗਣ ਆ ਗਿਆ, ਕਿੱਦਾਂ ਦੇਦਾ ਤੈਨੂੰ ਮੈਂ? ਪਹਿਲੇ ਲੋਕਾਂ ਨੂੰ ਦੱਸ ਕਿ ਮੇਰੇ ਕੋਲ ਨਹੀਂ ਹੈਗਾ। ਜਿਹੜੇ ਸਾਹਿਬ ਇਹ ਵੀ ਸੱਚ ਜੀ। ਬਿਲਕੁਲ ਠੀਕ ਹੈ ਜੀ। ਪਰਮਾਤਮਾ ਦੇਖੋ ਕਹਿੰਦਾ ਪਰਮਾਤਮਾ ਤੇਥੋਂ ਵੱਖ ਨਹੀਂ, ਉਹ ਤੇਰੀ ਵੇਖਣ ਵਾਲੀ ਅੱਖ ਨਹੀਂ। ਕਹਿੰਦਾ ਤੂੰ ਨਕਲੀ ਨੂੰ ਅਸਲੀ ਸਮਝ ਕੇ ਤੇ ਤੂੰ ਹੁਣ ਲੋਕਾਂ ਨੂੰ ਪ੍ਰਚਾਰ ਕਰ ਰਿਹਾ। ਲੋਕਾਂ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਰੱਬ ਨਾਲ ਮਿਲਾਉਣਾ ਤੇ ਹੁਣ ਤੂੰ ਮੇਰੇ ਕੋਲ ਬੰਦਗੀ ਵੀ ਤੂੰ ਕਰ ਰਿਹਾ ਤੇ ਮੈਂ ਤੇਰੀ ਇਹ ਝੂਠੀ ਚੀਜ਼ ਨੂੰ ਨਹੀਂ ਮੰਨਦਾ। ਉਹ ਕਹਿੰਦੇ ਤਾਂ ਨਾ ਮੈਂ ਕਰਦਾ ਪ੍ਰੀਤ। ਉਹ ਕਹਿੰਦੇ ਮੈਂ ਤੁਹਾਡੀ ਪ੍ਰੀਤ ਨਹੀਂ ਕਰਦਾ। ਬਾਣੀ ਚ ਵੀ ਕਿਹਾ ਕਿ ਜਦੋਂ ਮੈਂ ਤੂੰ ਆਮ ਇਧਰ ਉਧਰ ਉਲਝਿਆ ਫਿਰਦਾ, ਤੂੰ ਤੇਰੀ ਸੋਚ ਇੱਧਰ ਉੱਧਰ ਦੀ ਆ, ਕਰਮ ਕਾਂਡਾਂ ਚ ਬੈਠਾ ਹੈ ਔਰ ਲੋਕਾਂ ਨੂੰ ਉਲਝਾ ਰਿਹਾ ਹੈ। ਔਰ ਬਾਅਦ ਚ ਜੇ ਇਹੋ ਜਿਹੇ ਬੰਦੇ ਪਰਮਾਤਮਾ ਦੀ ਬੰਦਗੀ ਕਰਨਗੇ ਨਿੱਜਰ ਸਾਹਿਬ, ਇਹਨਾਂ ਨੂੰ ਕੁਛ ਨਹੀਂ ਮਿਲਣਾ। ਔਰ ਤੁਸੀਂ ਅੱਜ ਰਿਕਾਰਡਿੰਗ ਵੇਖ ਲਈ ਨਾ ਢੱਡਰੀਆਂ ਵਾਲਿਆਂ ਦੀ। ਬਿਲਕੁਲ, ਜੋਏ ਗਹਿ ਵਿਪਰਨ ਕੀ ਰੀਤ ਹੋ ਨਾ ਕਰੋ ਇਨਕੀ ਪ੍ਰਤੀਤ। ਹਾਂ ਦੇਖੋ, ਬੰਦਾ ਮੈਂ ਸਾਧ ਸੰਗਤ ਚ ਗਰੁੱਪ ਪਾਉਂਗਾ ਰਿਕਾਰਡਿੰਗ ਉਸ ਬੰਦੇ ਦੀ, ਔਰ ਲੱਖਾਂ ਦੇ ਲੋਕ ਤੁਰੇ ਜਾਂਦੇ ਉਹਦੇ ਮਗਰ। ਉਹਨੇ ਤੇ ਡੁੱਬਣਾ ਲੱਖੀ ਹੋਰ ਲੈ ਜਾਣੇ ਆ। ਕਿਉਂਕਿ ਜਿਹੜਾ ਬੰਦਾ ਐਡੀ ਵੱਡੀ ਪੋਜੀਸ਼ਨ ਤੇ ਜਾ ਕੇ ਝੂਠ ਮਾਰਦਾ ਨਿੱਜਰ ਸਾਹਿਬ, ਪਰਮਾਤਮਾ ਤੋਂ ਬਹੁਤ ਨਫ਼ਰਤ ਕਰਦਾ। ਸੱਚ ਜੋ ਪਰਮਾਤਮਾ ਵੈਸੇ ਨਫ਼ਰਤ ਨਹੀਂ ਕਰਦਾ, ਕਿਉਂਕਿ ਉਸ ਬੰਦੇ ਨੇ ਥੋੜੇ ਜਿਹੇ ਪੈਸੇ ਬਦਲੇ ਕਿੰਨੇ ਕੁ ਲੋਕਾਂ ਦਾ ਜਿਹੜਾ ਜੀਵਨ ਸੀ ਨਾ, ਇਹ ਕਹਿਤਾ ਕਿ ਮੈਂ ਬ੍ਰਹਮਲੀਨ ਹੈ। ਤੇ ਬ੍ਰਹਮਲੀਨ ਕਹਿ ਦੇਣਾ ਨਿੱਜਰ ਸਾਹਿਬ, ਫਿਰ ਬ੍ਰਹਮ ਦਾ ਰਾਹ ਦੇਣਾ ਲੋਕਾਂ ਨੂੰ, ਕੀ ਉਹ ਪਰਮਾਤਮਾ ਸੱਚੀ ਉੱਚੀ ਨੂੰ ਲਾਈਕ ਕਰੂਗਾ? ਕਿੱਥੋਂ ਲਾਈਕ ਕਰੂਗਾ? ਉਹ ਕਹੂਗਾ ਕਿ ਤੂੰ ਕਹੀ ਮਾਇਆ ਤੇ ਖੁਸ਼ ਆ, ਮਾਇਆ ਦਾ ਤੈਨੂੰ ਰੰਗ ਚੜਿਆ। ਹਾਂ, ਤੂੰ ਨਾ ਮੇਰਾ ਵਰਤੀ ਜਾਣਦੇ ਆ, ਮੇਰੀ ਪਰਮਾਤਮਾ ਨਾਲ ਸਿੱਧੀ ਗੱਲ ਆ। ਹੁਣ ਪਤਾ ਨਹੀਂ ਕਿਹੜੀ ਗੱਲ ਆ। ਉਹ ਜਿਹੜਾ ਪਰਮਾਤਮਾ ਅਸਲੀ ਉਹਦੇ ਕੋਲ ਤੇ ਕੋਈ ਜਾਂਦਾ ਹੀ ਨਹੀਂ। ਤੇ ਜੇ ਉਹ ਕੋ ਗਏ ਜਾਈਏ ਤੇ ਨਿੱਜਰ ਸਾਹਿਬ ਇਹ ਸਾਰਾ ਜਿਹੜਾ ਨਾ ਕੰਮ ਬੰਦ ਕਰਨਾ ਪੈਂਦਾ ਮੁੜ ਕੇ। ਬਿਲਕੁਲ, ਉਹ ਜਿਹੜਾ ਨਾਟਕ ਹੈ ਉਹ ਨਾਟਕ ਫਿਰ ਬੰਦ ਕਰਨਾ ਪੈਂਦਾ। ਪਰਮਾਤਮਾ ਏਦਾਂ ਗੱਲਾਂ ਨਾਲ ਨਹੀਂ ਮੰਨਦਾ ਨਿੱਜਰ ਸਾਹਿਬ। ਉਹਨੂੰ ਪ੍ਰੈਕਟੀਕਲ ਚਾਹੀਦਾ ਵਾ। ਕਿਉਂਕਿ ਉਹ ਤੇ ਗੁਰੂ ਨਾਨਕ ਦੇਵ ਜੀ ਵਾਂਗੂ ਵੇਖਿਆ ਕਿੱਦਾਂ ਉਹਨਾਂ ਨੇ ਗੱਦੀ ਦਿੱਤੀ ਤੇ ਨਾਲ ਹੀ ਉੱਥੋਂ ਸਾਈਡ ਤੇ ਟੌਪ ਇੱਕ ਬੰਦਾ ਰੋਟੀਆਂ ਬੜੀਆਂ ਜ਼ਬਰਦਸਤ ਖਾਣੇ ਬਣਾ ਕੇ ਬੈਠਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਘਰੇ ਗਏ ਨਹੀਂ ਉਹਨਾਂ ਕੋਲ। ਨਾਲੇ ਹੁਣ ਦਾ ਕੋਈ ਬਾਬਾ ਏਦਾਂ ਕਰਦੇ ਨੇ ਜਥਾ। ਬਿਲਕੁਲ ਹੈ, ਇੱਕ ਪਿੰਡ ਦੇ ਸੇਠ ਨੇ ਸੱਦਿਆ ਹੋਇਆ, ਐਮਐਲਏ ਐਮਪੀ ਨੇ ਰੋਟੀ ਸੱਦੀ ਹੋਵੇ ਤੇ ਉੱਥੇ ਪਿੰਡ ਦਾ ਇੱਕ ਗਰੀਬ ਸੁੱਕੀ ਰੋਟੀ ਬਣਾ ਕੇ ਬੈਠਾ ਹੋਵੇ ਤੇ ਨਾਲੇ ਸਾਡੇ ਕੋਈ ਬਾਬਾ ਜੀ ਉੱਧਰ ਜਾਣ ਕਿ ਮੈਂ ਐਮਐਲਏ ਦੀ ਐਮਪੀ ਦੀ ਰੋਟੀ ਨਹੀਂ ਖਾਣੀ ਕਿਉਂਕਿ ਲਹੂ ਹੈਗਾ ਇਹਦੇ ਅੰਦਰ। ਨਿੱਜਰ ਸਾਹਿਬ, ਮੈਂ ਗਰੀਬ ਦੇ ਕੋਲੋਂ ਰੋਟੀ ਖਾਊਂਗਾ, ਅੱਜ ਨੇ ਸੁੱਕੀਆਂ ਰੋਟੀਆਂ ਬਣਾਈਆਂ। ਹੈ ਕਿ ਮਾਈ ਦੇ ਲਾਲਚ ਨਹੀਂ ਹਿੰਮਤ। ਗੁਰੂ ਨਾਨਕ ਪਾਤਸ਼ਾਹ ਦੀਆਂ ਗੱਲਾਂ ਹੀ ਕਰਨੀਆਂ ਸੌਖੀਆਂ ਵਾ, ਫੀਲਿੰਗ ਲੈਣੀ ਬੜੀ ਮਜ਼ੇਦਾਰ ਆ। ਬੜੀ ਮਜ਼ਾ ਆਉਂਦਾ ਨਿੱਜਰ ਸਾਹਿਬ ਸਟੇਜ ਤੇ ਬਹਿ ਕੇ ਗੱਲਾਂ ਕਰਨ ਦਾ ਕਿ ਆਹ ਕੀਤਾ ਆਹ ਕੀਤਾ। ਪਰ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਮਝਾ ਕੇ ਗਏ ਨੇ, ਉਹ ਸਾਡੇ ਦਿਮਾਗ 'ਚ ਪਾ ਕੇ ਗਏ ਨੇ। ਉਹ ਕਹਿੰਦੇ ਕਿ ਇਹ ਜੋ ਸੱਚ, ਹੁਣ ਤੁਸੀਂ ਆਪਣੇ ਆਪ ਨੂੰ ਮੈਜਰਮੈਂਟ ਕਰ ਲਓ। ਉਹਨਾਂ ਸਾਨੂੰ ਥਰਮਾਮੀਟਰ ਦਿੱਤੇ ਨੇ। ਥਰਮਾਮੀਟਰ ਦਾ ਮਤਲਬ ਕੀ ਹੁੰਦਾ ਕਿ ਜਿੰਨੇ ਬਣਾਇਆ ਉਹ ਤੇ ਸਾਨੂੰ ਦੇ ਗਿਆ। ਬੁਖਾਰ ਆਪਣਾ ਚੈੱਕ ਕਰ ਲਓ ਹੁਣ। ਉਹ ਕਹਿੰਦੇ ਆ ਕਿ ਹੁਣ ਇਹ ਪਤਾ ਕੀ ਕਹਿੰਦੇ ਆ, ਇਹ ਥਰਮਾਮੀਟਰ ਨੂੰ ਮੂੰਹ 'ਚ ਟਪਾਉਂਦੇ ਨਹੀਂ, ਆਹ ਫੀਲਿੰਗ ਪੂਰੀ ਲੈਂਦੇ ਆ ਕਿ ਹਾਂ ਬਈ
ਏਦਾਂ जी गुरु जी ने ਏਦਾਂ ਕੀਤਾ। ਉਹ गुरु जी ने नहीं ਕੀਤਾ ही, गुरु जी ਸਾਨੂੰ ਸਮਝਾ ਕੇ ਗਏ ਆ ਕਿ ਨਹੀਂ ਉਹਨਾਂ ਬੰਦਿਆਂ ਦਾ ਸੰਗ ਨਹੀਂ ਕਰਨਾ ਜਿੰਨਾ ਘਰ ਮਾੜਾ ਪੈਸਾ ਹੈ, ਨਾ ਜਾਏ ਉਹਨਾਂ ਘਰ, ਕਿਉਂਕਿ ਤੁਸੀਂ ਨੂੰ ਪ੍ਰਮੋਟ ਕਰ ਰਹੇ ਜੋ ਮਾੜੀ ਚੀਜ਼ ਨੂੰ। ਜੇ ਮੈਂ ਉਹਦੇ ਘਰੋਂ ਰੋਟੀ ਖਾਂਦਾ ਤੇ ਮੈਂ ਹਾਂਜੀ ਨਿਜਰ ਸਾਹਿਬ ਅੱਗੇ ਚੱਲੀਏ। ਵਾਹ ਵਾਹੀ ਜਾਣੀਏ ਵਾਹ ਜਾਣੇ ਇਹ ਹੋਏ, ਕਹਿੰਦੇ ਬਸ ਹੋਵੇ ਅੱਖਰ ਤੋਂ ਗਿਆਨ ਦੇ ਰਹੇ, ਕਹਿੰਦੇ ਉਸੇ ਮਾਲਕ ਪਰਮਾਤਮਾ ਨੂੰ ਹੀ ਜਾਣਨਾ ਹੈ। ਜੇ ਤੂੰ ਮਾਲਕ ਪਰਮਾਤਮਾ ਦੇ ਅੰਦਰ ਤੇਰੀ ਸੁਰਤ ਲੀਨ ਹੋ ਗਈ ਤੇ ਤੂੰ ਉਹੀ ਹੋ ਜਾਏਗਾ। वाह ही जानिए वाह जाने ये होए की हो जाएगा ये और ओह जब मिले तब मिलत न जाने कोई। कहते हुण जिहड़ा हैगा ये ते ओह जद मिल गए ना हुण ओह ही हो गया भाई। हुण जिहड़ा हैगा पानी जिहड़ा हैगा बूंद जिहड़ी हैगी वख नहीं की जा सकती। तब मिलत न जाने कोई दस नहीं सकता भाई इहदे विच किहड़ी चीज़ मिली हुई है, उहनूं कोई इंडिकेट ही नहीं कर सकता, एक हो जाएगा। हाँ जी वीर जी। हाँ जी ठीक है जी। ਹੁਣ ਦੇਖੋ ਇਹਦੇ ਵਿੱਚ ਇੱਕ ਕਬੀਰ ਜੀ ਫਿਰ ਆਪਾਂ ਨੂੰ ਬੜੀ ਨੁਕਤੇ ਦੀ ਗੱਲ ਸਮਝਾ ਰਹੇ ਨੇ, ਵਵੇ ਸ਼ਬਦ ਤੋਂ ਸਮਝਾ ਰਹੇ ਨੇ। ਹੁਣ ਜਦੋਂ ਬੂੰਦ ਸਾਗਰ ਚ ਗਈ ਉਸ ਅਵਸਥਾ ਨੂੰ ਕੀ ਆਪਾਂ ਕੋਈ ਬਿਆਨ ਕਰ ਸਕਦੇ ਕੀ ਹੋਇਆ? ਉਹਦੇ ਚ ਇੱਕ ਮਿਕ ਹੋ ਗਏ, ਉਹ ਸਾਗਰ ਦਾ ਹਿੱਸਾ ਹੀ ਹੋ ਗਿਆ। ਔਰ ਤੁਸੀਂ ਦੱਸੋ ਕਿ ਕਿਤਾਬ ਚ ਲਿਖੋ ਉਸ ਚੀਜ਼ ਨੂੰ, ਉਹ ਕਿੱਦਾਂ ਗਈ, ਉਹ ਕੀ ਹੋ ਗਿਆ? ਹੁਣ ਉਸ ਬੂੰਦ ਕੀ ਅਨੁਭਵ ਕਰ ਰਹੀ ਹੈ ਦੱਸੋ? ਬੂੰਦ ਨਹੀਂ ਹੈਗੀ, ਹੁਣ ਤੇ ਸਾਗਰ ਹੀ ਰਹਿ ਗਿਆ ਨਿਜਰ ਸਾਹਿਬ। ਫਿਰ ਬ੍ਰਹਮ ਗਿਆਨੀਆਂ ਦੇ ਕੋਲੋਂ ਜਿਹੜੀ ਚੀਜ਼ ਆਉਂਦੀ ਆ ਬਸ ਉਹ ਤਾਂ ਫਿਰ ਸਾਗਰ ਹੀ ਹੁੰਦੀ ਆ। ਹਾਂ ਉਹ ਗਿਆਨ ਵੀ ਉੱਚ ਕੋਟੀ ਦਾ ਹੀ ਹੋਣਾ, ਕਿਉਂਕਿ ਉਹਨਾਂ ਦਾ ਗਿਆਨ ਜਿਹੜਾ ਨਿਜਰ ਸਾਹਿਬ ਹੁਣ ਕੋਈ ਉਹਨਾਂ ਕੋਈ ਕਾਰੋਬਾਰ ਥੋੜੀ ਚਲਾਉਣਾ ਵਾ। ਬਿਲਕੁਲ ਉਹਨਾਂ ਨੂੰ ਕਿਸੇ ਪੈਸੇ ਦੀ ਲੋੜ ਆ, ਉਹ ਤੇ ਆਪ ਉੱਥੇ ਜਾ ਕੇ ਉੱਥੇ ਕਹਿੰਦੇ ਰੂਹ ਕੱਤ ਰਹੇ ਨੇ ਔਰ ਕੱਤ ਕੇ ਮੁੜ ਕੇ ਵੇਚ ਰਹੇ ਨੇ। ਉਹ ਤੋਂ ਆਪਣਾ ਵੀ ਦੇ ਆਉਂਦੇ ਨੇ ਫਰੀ ਚ ਵੇਚ ਕੇ, ਮੁੜ ਕੇ ਉਹਦਾ ਲੰਗਰ ਲਾਉਂਦੇ ਨੇ ਕਿ ਆਓ ਥੋੜੇ ਦਾਦੀ ਫਕੀਰ ਆਏ ਨੇ ਰੋਟੀ ਖਵਾਉਂਦੇ ਨੇ, ਕੋਈ ਗਿਆਨ ਲੈਣ ਆ ਰਿਹਾ। ਕੋਈ ਕਬੀਰ ਜੀ ਦੇਖੋ ਉਹਨਾਂ ਦੀ ਸੋਚ ਵੇਖੋ, ਰਵਿਦਾਸ ਜੀ ਵੇਖੋ ਕਹਿੰਦੇ ਜੁੱਤੀ ਗੰਢਦੇ ਬੰਦੇ ਦਾ ਮਨ ਗੰਢ ਦਿੰਦੇ ਸੀ ਰੱਬ ਦੇ ਨਾਲ। ਬਿਲਕੁਲ। ਗੁਰੂ ਨਾਨਕ ਪਾਤਸ਼ਾਹ ਜੀ ਦੇਖੋ ਆਪਣੇ ਬੱਚਿਆਂ ਦੇ ਲਈ ਉਹਨਾਂ ਨੇ ਉਹ ਜੋ ਉਹਨਾਂ ਨੂੰ ਤੇ ਕੰਟਰੀਬਿਊਸ਼ਨ ਕੀਤਾ ਆਪ ਵੇਖੋ ਕਿੰਨਾ ਜੀਵਨ ਹੀ ਸਾਰਾ ਜੀਵਨ ਹੀ ਭਗਤੀ, ਪਹਿਲਾਂ ਭਗਤੀ ਕੀਤੀ, ਫਿਰ ਉਹ ਚੀਜ਼ ਨੂੰ ਲੱਭਿਆ, ਫਿਰ ਉਹਦਾ ਪ੍ਰਚਾਰ ਕੀਤਾ, ਇੰਨਾ ਪ੍ਰਚਾਰ ਕੀਤਾ ਜੰਗਲਾਂ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਗਏ। ਅੱਜ ਸਾਡੇ ਕੋਲ ਜਿਹੜਾ ਗਿਆਨ ਪਹੁੰਚਿਆ ਅਸਕਰ ਉਹਨਾਂ ਦੀ ਮਿਹਨਤੀ ਦੇ ਨਾਲ ਹੀ ਪਹੁੰਚਿਆ ਨੇ। ਸਾਨੂੰ ਕਿੱਥੋਂ ਪਤਾ ਲੱਗਣਾ ਹੈ? ਲਿਖਤਾਂ ਦੇ ਗਏ ਨੇ, ਫਿਰ ਐਸੀਆਂ ਮਜ਼ਬੂਤੀਆਂ ਕੀਤੀਆਂ ਕਿ ਇਹ ਧਾਰਮਿਕ ਸਥਾਨ ਬਣਾਤੇ, ਕਿਉਂਕਿ ਇੱਕ ਆਮ ਆਦਮੀ ਲਈ ਇਹ ਚੀਜ਼ ਨੂੰ ਸਾਂਭਣਾ ਕਾਫੀ ਔਖਾ ਹੈ। ਇਸ ਕਰਕੇ ਧਾਰਮਿਕ ਸਥਾਨ ਬਣਾਏ ਕਿ ਚਲੋ ਇੱਕ ਜਗ੍ਹਾ ਤੇ ਇਹ ਚੀਜ਼ ਨੂੰ ਸਾਂਭਿਆ ਜਾ ਸਕੇ। ਪਰ ਉਹਦੇ ਉੱਤੇ ਵੀ ਉਹ ਚੀਜ਼ਾਂ ਕਬਜ਼ਾ ਕਰ ਲੈਂਦੀਆਂ ਨੇ। ਸੰਸਾਰਿਕ ਲੋਕ ਬੜੇ ਖਤਰਨਾਕ ਲੋਕ ਹੁੰਦੇ ਨੇ, ਜਿਹੜੇ ਤਾਮਸਿਕ ਲੋਕ ਹੁੰਦੇ ਆ, ਇਹ ਧਰਮ ਨੂੰ ਤੇ ਬੜੇ ਚੰਗੇ ਤਰੀਕੇ ਨਾਲ ਵਰਤਦੇ ਆ। ਇਹ ਅੱਡ ਤੋਂ ਥੋੜੀ ਆ, ਇਹ ਤੇ ਮੁੱਢ ਤੋਂ ਹੀ ਆ। ਪਰ ਪ੍ਰਮਾਤਮਾ ਨੇ ਇੱਕ ਲੀਲਾ ਰਚੀ ਹੈ। ਪਰ ਇਹਦੇ ਬਾਵਜੂਦ ਵੀ ਚੰਗੇ ਲੋਕ ਪੈਦਾ ਹੁੰਦੇ ਨੇ ਧਰਤੀ ਤੇ ਨਿਜਰ ਸਾਹਿਬ। ਕਿਉਂਕਿ ਧਰਤੀ ਜੇ ਬ੍ਰਹਮ ਗਿਆਨੀ ਨਹੀਂ ਹੋਊਗਾ ਤੇ ਧਰਤੀ ਤੇ ਸੁਨਸਾਨ ਹੋ ਜਾਏਗੀ। ਬਿਲਕੁਲ। ਫਿਰ ਤਾਂ ਖੇਲ ਹੀ ਖਤਮ। ਫਿਰ ਤਾਂ ਮਾਲਕ ਦੀ ਗੇਮ ਕਾਹਦੇ ਵਾਸਤੇ ਹੈਗੀ? ਫਿਰ ਗੇਮ ਦਾ ਪ੍ਰਯੋਜਨ ਕੀ ਹੈਗਾ? ਫਿਰ ਪਰਮਾਤਮਾ ਕੀ ਕਰੂਗਾ ਦੱਸੋ ਮੈਨੂੰ? ਪਰਮਾਤਮਾ ਬ੍ਰਹਮ ਗਿਆਨੀ ਤੋਂ ਬਿਨਾਂ ਉਹਨੂੰ ਪ੍ਰਗਟ ਕੌਣ ਕਰੂਗਾ? ਕੋਈ ਕਰ ਸਕਦਾ? ਜੇ ਇੱਥੇ ਬ੍ਰਹਮ ਗਿਆਨੀ ਖਤਮ ਹੋ ਜਾਣ ਮੰਨ ਲਓ ਧਰਤੀ ਤੇ ਫਿਰ ਪਰਮਾਤਮਾ ਦੀ ਗੇਮ ਦਾ ਫਾਇਦਾ ਕੀ ਹੈ? ਫਿਰ ਤੇ ਆਪੋਜੀਟ ਪਾਰਟੀ ਜਿੱਤ ਗਈ। ਆਪ ਇੱਕ ਸੋਚੋ ਜਦੋਂ ਬ੍ਰਹਮ ਗਿਆਨੀ ਨਹੀਂ ਤੇ ਫਿਰ ਪਰਮਾਤਮਾ ਨੂੰ ਕੌਣ ਜਾਣੂਗਾ? ਫਿਰ ਤੇ ਸਾਰੇ ਇੱਕ ਹੀ ਹੋ ਗਏ ਆ, ਉਹਦੇ ਚੋਰਾਂ ਦੀ ਮੰਡਲੀ ਰਲੀ ਪਈ ਆ। ਪਰ ਜਦੋਂ ਵੀ ਬ੍ਰਹਮ ਗਿਆਨੀ ਧਰਤੀ ਤੇ ਪੈਦਾ ਹੋ ਗਿਆ ਨਾ, ਇੱਕ ਬੜਾ ਖਤਰਨਾਕ ਬੰਦਾ ਹੁੰਦਾ, ਉਹਨੇ ਫਿਰ ਪਤਾ ਨਹੀਂ ਕਿੰਨੇ ਪੈਦਾ ਕਰ ਜਾਣੇ। ਬ੍ਰਹਮ ਗਿਆਨੀ ਨੇ ਬ੍ਰਹਮ ਗਿਆਨੀ ਹੀ ਪੈਦਾ ਕਰਨਾ ਹੈ। ਕਿਉਂ ਕਰਨਾ ਹੈ? ਕਿਉਂਕਿ ਉਸ ਤੋਂ ਥੱਲੇ ਤੇ ਡਿਮਾਂਡ ਹੀ ਨਹੀਂ ਹੈਗੀ ਬ੍ਰਹਮ ਦੀ ਨਿਜਰ ਸਾਹਿਬ। ਬਿਲਕੁਲ। ਇਹ ਥੋੜੀ ਕੋ ਪਹਿਲੀ ਦੂਜੀ ਕਲਾਸ ਚਾਹੀਦੀ, ਉੱਥੇ ਉਹਨੇ ਲੈਵਲ ਦਾ ਗਿਆਨ ਚਾਹੀਦਾ। ਔਰ ਗਿਆਨ ਇਹ ਨਿਜਰ ਸਾਹਿਬ ਜਦੋਂ ਵੀ ਆਉਣਾ ਪੂਰਾ ਹੀ ਆਉਣਾ। ਔਰ ਤੁਹਾਡੇ ਅੰਦਰ ਜਦੋਂ ਪ੍ਰਵੇਸ਼ ਕਰੇਗਾ ਔਰ ਤੁਹਾਡੇ ਅੰਦਰ ਜਿੰਨਾ ਵੀ ਅੰਧਕਾਰ ਹੈ ਉਹਨੂੰ ਖਤਮ ਕਰ ਦੇਣਾ। ਇਸ ਕਰਕੇ ਸਾਧ ਸੰਗਤ ਜੀ ਕਬੀਰ ਜੀ ਨੇ ਅੱਜ ਬੜੀਆਂ 2-3 ਗੱਲਾਂ ਕੰਮ ਦੀਆਂ ਕੀਤੀਆਂ ਨੇ। ਇੱਕ ਤੇ ਕਹਿੰਦੇ ਆ ਕਿ ਉਸ ਮਨ ਨੂੰ, ਉਸ ਚਿੱਤ ਨੂੰ
ਉਹਦੀ ਲਿਵ ਚ ਲਾਉਣਾ ਹੈ, ਉਹਦੇ ਚਰਨਾਂ ਚ ਲਾਉਣਾ ਹੈ। ਔਰ ਜਦੋਂ ਚਰਨਾਂ ਚ ਲਾਇਆ ਤੇ ਆਟੋਮੈਟਿਕਲੀ ਤੇ ਕੋ ਪਰਮਾਤਮਾ ਆ ਜਾਏਗਾ, ਤੈਨੂੰ ਕਿਤੇ ਲੱਭਣ ਦੀ ਲੋੜ ਨਹੀਂ। ਦੂਸਰੀ ਗੱਲ ਉਹਨਾਂ ਫੇਰ ਬੜੀ ਵਧੀਆ ਕੀਤੀ ਹੈ, ਹਿੰਮਤ ਨਾ ਹਾਰੀ। ਇਹ ਨਾ ਹੋਈ ਕਿ ਤੂੰ ਅੱਜ ਕਪੁੱਟ ਕੇ ਘਰ ਨੂੰ ਸਾਫ਼ ਕਰਨ ਦੀ ਹਿੰਮਤ ਕੀਤੀ, ਹੁਣ ਇੱਥੇ 10-20 ਸਾਲ ਕੀ ਤੂੰ ਆਇਆ ਨਾ ਹੋਵੇ ਕਿ ਘਰ ਚ ਕਿੰਨਾ ਗੰਦ ਮੱਚ ਜਾਂਦਾ ਹੈ। ਆ ਪੱਖਾ ਹੋਵੇ 10-12 ਦਿਨਾਂ ਬਾਅਦ ਸਾਫ਼ ਕਰਨਾ ਪੈਂਦਾ ਨਿੱਜਰ ਸਾਹਿਬ। ਬਿਲਕੁਲ। ਤੇ ਕਿਤੇ ਇਹ ਨਾ ਹੋਵੇ ਕਿ 2 ਦਿਨ ਸਾਫ਼ ਕਰਕੇ ਤੇ ਮੁੜ ਕੇ ਹੌਸਲਾ ਟੁੱਟ ਜੇ ਤੇ ਬਹਿ ਜੀ। ਤੇਰੀ ਸੋਚ ਦੇ ਅੰਦਰ ਪਤਾ ਲੱਗ ਰਿਹਾ ਕਿ ਗਤੀ ਨਹੀਂ ਹੋ ਰਹੀ, ਪਰ ਜਦੋਂ ਧਰਤੀ 'ਚ ਬੀਜ ਦੇਈਦਾ ਨਾ ਉਸੇ ਟਾਈਮ ਤੇ ਪ੍ਰੋਸੈਸ ਸ਼ੁਰੂ ਹੋ ਜਾਂਦਾ, ਪਰ ਸਾਨੂੰ ਦਿਖਦਾ ਨਹੀਂ। ਬਿਲਕੁਲ। ਸਾਡੀ ਬੁੱਧੀ ਨਹੀਂ ਤੇਜ਼। ਹਾਂਜੀ ਜੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਬਿਲਕੁਲ ਆਪਾਂ ਨੂੰ ਨਹੀਂ ਦਿਖਦਾ ਕਿਵੇਂ ਜਿਹੜਾ ਹੈਗਾ, ਆਪਾਂ ਬਾਰ-ਬਾਰ ਪੁੱਟੀ ਜਾਵਾਂਗੇ ਤੇ ਫਿਰ ਕੀ ਲੱਭ ਲਾਂਗੇ ਉੱਥੇ। ਹਾਂ, ਪਰ ਕਬੀਰ ਜੀ ਕਹਿੰਦੇ ਕਿ ਅੰਦਰ ਕੰਮ ਚੱਲ ਪਿਆ। ਤੂੰ ਬਸ ਆਪਣਾ ਕੰਮ ਕਰਦਾ ਜਾ, ਬੰਦਗੀ ਕਰਦਾ ਜਾ, ਭਗਤੀ ਕਰਦਾ ਜਾ, ਧਿਆਨ ਇਕਾਗਰ ਕਰਨ ਦੇ ਲਈ ਪੂਰੀ ਵਾਹ ਲਾ ਦੇ ਆਪਣਾ। ਢਿੱਲਾ ਨਹੀਂ ਪੈਣਾ। ਬਾਰ-ਬਾਰ ਕਿਹਾ ਉਹਨਾਂ ਨੇ, ਜਦੋਂ ਬਾਰ-ਬਾਰ ਕਰੇਗਾ ਤੇਰਾ ਕੰਮ ਹੋ ਜਾਏਗਾ, ਆਪਣੇ ਆਪ ਹੀ ਹੋ ਜਾਏਗਾ। ਬ੍ਰਹਮ ਤੇ ਖੁਦ ਬੈਠਾ ਵਾ। ਹੁਣ ਮੇਰੇ ਘਰੇ ਕੋਈ ਬੰਦਾ, ਆਪ ਜਸਟ ਸੋਚੋ, ਇੱਕ ਦਿਨ ਕੋਈ ਬੰਦਾ ਆਇਆ, ਮੰਨ ਲਓ ਕਿ ਮੇਰੇ ਕੋਲ ਕੋਈ ਮੰਗਣ ਆਇਆ ਪੈਸੇ, ਤੇ ਮੈਂ ਕਹਿਣਾ ਜੀ ਨਹੀਂ ਹੈਗੇ, ਬਹਾਨੇ ਬਣਾਉਂਗਾ। 2-4 ਦਿਨ, ਮਹੀਨਾ ਲਗਾਤਾਰ ਆਉਂਦਾ ਰਹੇ, ਨਿੱਜਰ ਸਾਹਿਬ ਭਰ ਕੇ ਦੇਣਾ ਹੀ ਪੈਣਾ ਮੈਨੂੰ ਉਹਨੂੰ। ਹਾਂਜੀ ਨਿੱਜਰ ਸਾਹਿਬ, ਬਿਲਕੁਲ ਸਹੀ ਗੱਲ ਹੈ। ਬਿਲਕੁਲ। ਸੌਰੀ, ਮੇਰਾ ਮਾਈਕ ਬੰਦ ਸੀਗਾ। ਗੋਰਖੀ ਸਾਹਿਬ, ਜੇ ਤਾਂ ਉਹ ਬੰਦਾ ਢੀਠ ਹੈ ਫਿਰ ਤਾਂ ਦੇਣੇ ਹੀ ਪੈਣਗੇ, ਨਹੀਂ ਤਾਂ 2-4 ਵਾਰ ਆਊਗਾ ਚਲੇ ਜਾਊਗਾ। ਆਪਾਂ ਨੂੰ ਵੀ ਭਾਜੀ, ਆਪਾਂ ਨੂੰ ਰਾਮ ਸਿੰਘ ਜੀ, ਆਪਾਂ ਨੂੰ ਢੀਠ ਹੀ ਬਣਨਾ ਪੈਣਾ ਵਾ। ਉਹ ਕਈ ਕਹਿੰਦੇ ਆ ਆਪਾਂ ਢੀਠ ਹੋਣਾਂਗੇ ਤਾਂ ਹੀ ਤਾਂ ਰੱਬ ਨੂੰ ਮਿਲਾਂਗੇ, ਨਹੀਂ ਕਿੱਥੇ ਮਿਲਾਂਗੇ ਜੀ ਆਪਾਂ। ਹਾਂ, ਉੱਥੇ ਸਮਾਧੀ ਕਹਿੰਦੇ ਮਿਲਦੀ ਨਹੀਂ। ਮੈਂ ਤੇ ਨਾ ਲੱਗੇ ਨਾ ਲੱਗੇ, ਤੁਸੀਂ ਬਹਿਣਾ ਹੀ ਪੈਣਾ। ਬਸ। ਉਹ ਵੇਂਦਾ ਪਿਆ ਵਾ, ਪਰਮਾਤਮਾ ਵੀ ਵੇਂਦਾ ਪਿਆ ਵਾ। ਇਹ ਬੰਦਾ ਰੋਜ਼ ਆ ਕੇ ਬਹਿੰਦਾ ਇੱਥੇ, ਤੇ ਜਿੱਦਣ ਉਹ ਤੁਹਾਨੂੰ ਉਹਦੀ ਨਜ਼ਰ ਚ ਕੀੜੀਆਂ ਤੱਕ ਨਹੀਂ ਛੁਪੀਆਂ, ਸਾਡੀ ਭਗਤੀ ਛੁਪੀ ਹੋਊਗੀ ਬੰਦਾ ਪਿੱਛੇ, ਉਹ ਵੀ ਉਹਨੂੰ ਦੇ ਦਿੱਤੀ। ਉਹ ਖਾਸ ਕਰਕੇ ਉਹ ਜਿਹੜੇ ਭਗਤੀ ਕਰਦੇ ਬ੍ਰਹਮ ਦੀ, ਉਹਦੇ ਤੇ ਬਹੁਤ ਜ਼ਿਆਦਾ ਨਜ਼ਰ ਹੁੰਦੀ। ਹੋ ਸਕਦਾ ਧਰਤੀਆਂ ਨਾ ਵੀ ਦਿਖਣ, ਉਹ ਤਾਂ ਉਹੀ ਤਾਂ ਲੱਭਦਾ, ਉਹੀ ਉਹਨਾਂ ਨੂੰ ਤਾਂ ਲੱਭਦਾ ਉਹ। ਹਾਂ, ਐਸੇ ਬੰਦਿਆਂ ਨੂੰ ਤੇ ਲੱਭਦਾ। ਉਹ ਕਹਿੰਦਾ ਸ਼ੁਕਰ ਹੀ ਭਰਾਵਾ ਐਸਾ ਬੰਦਾ ਪੈਦਾ ਹੋ ਗਿਆ। ਫਿਰ ਗੱਲ ਹੈਗੀ ਆ, ਫਿਰ ਉਹ ਕੀ ਕਰਦਾ, ਉਹ ਤੁਹਾਨੂੰ ਮਜ਼ਬੂਤ ਕਰਦਾ। ਹੁਣ ਖਾਸ ਕਰਕੇ ਤੁਸੀਂ ਵੇਖਿਆ ਹੋਊਗਾ, ਜਿਹੜੇ ਬਹੁਤ ਸ਼ਾਰਪ ਸਟੂਡੈਂਟ ਹੁੰਦੇ ਆ ਨਾ, ਜਿਹੜੇ ਚੰਗੇ ਵਧੀਆ ਸਟੂਡੈਂਟ ਹੁੰਦੇ ਆ, ਤੇ ਟੀਚਰ ਉਹਨਾਂ ਦੀ ਬਹੁਤ ਕ੍ਰਿਟੀਸਾਈਜ਼ ਕਰਦੇ ਹੋ, ਉਹਨਾਂ ਨੂੰ ਬਹੁਤ ਝਿੜਕਦੇ, ਉਹਨਾਂ ਦੀ ਛੋਟੀ ਗਲਤੀ ਨੂੰ ਮਾਫ ਨਹੀਂ ਕਰਦੇ ਹੋ। ਆਮ ਜਿਹੜੇ ਬੈਕ ਬੈਂਚਰ ਹੁੰਦੇ ਨੇ, ਜਿਹੜੇ ਢਿੱਲੇ ਹੁੰਦੇ ਆ, ਉਹਨਾਂ ਤੋਂ ਜ਼ਿਆਦਾ ਜਿਹੜੇ ਗੁਰੂ ਹੁੰਦੇ ਐਕਸਪੈਕਟ ਵੀ ਨਹੀਂ ਕਰਦੇ। ਉਹ ਕਹਿੰਦੇ ਸ਼ੁਕਰ ਹੈ ਭਰਾਵਾ ਤੂੰ 33%, ਹੁਣ ਮੇਰੇ ਵਰਗੇ 33% ਨੰਬਰ ਆਏ ਆ, ਉਹ ਕਹਿੰਦੇ ਸ਼ੁਕਰ ਚਰਨਜੀਤ ਤੂੰ ਪਾਸ ਹੋ ਗਿਆ, ਕੋਈ ਗੱਲ ਨਹੀਂ, ਬੜੀ ਵੱਡੀ ਗੱਲ ਹੈ। ਪਰ ਜਿਹੜੇ ਇੰਟੈਲੀਜੈਂਟ ਹੁੰਦੇ ਆ, ਉਹ ਟੀਚਰ ਉਹਨਾਂ ਨੂੰ ਬਹੁਤ, ਉਹਨਾਂ ਤੇ ਨਜ਼ਰ ਹੁੰਦੀ ਆ। ਪਤਾ ਕਿਉਂ? ਕਿਉਂਕਿ ਉਹਨਾਂ ਨੂੰ ਉਮੀਦ ਹੁੰਦੀ ਆ ਇਹ ਕੁਛ ਆਮ ਨਹੀਂ ਹੈਗਾ, ਬੱਚਾ ਇੰਟੈਲੀਜੈਂਟ ਬੱਚਾ, ਔਰ ਉਸ ਤੇ ਜ਼ਿਆਦਾ ਪ੍ਰੈਸ਼ਰ ਪਾਉਂਦੇ ਆ। ਇਸੇ ਹੀ ਤਰ੍ਹਾਂ ਪ੍ਰਮਾਤਮਾ ਕੀ ਕਰਦਾ ਹੈ, ਜਿਹੜਾ ਭਗਤ ਹੁੰਦਾ ਹੈ ਫਿਰ ਉਹਨੂੰ ਚੈੱਕ ਕਰਦਾ ਹੈ, ਉਹਨੂੰ ਪਾਉਂਦਾ ਹੈ, ਉਹਨੂੰ ਵੇਂਦਾ ਰਹਿੰਦਾ ਹੈ, ਇਹਨੂੰ ਖੜਕਾਓ, ਕੋਈ ਚਿੱਬ ਚੁੱਬ ਤੇ ਨਹੀਂ ਹੈਗਾ, ਚਿੱਬ ਚੁੱਬ ਪੂਰੇ ਕੱਢੋ ਇਹਦੇ। ਫਿਰ ਥੋੜਾ ਜਿਹਾ ਜੀਵਨ ਚ ਤੁਹਾਡਾ ਫਿਰ ਜਿਹੜਾ ਖੇਲ ਆ, ਉਹ ਸੰਸਾਰ ਦੇ ਵਿੱਚ ਜਿੱਦਾਂ ਕੋਈ ਦੁੱਖ ਆਉਂਦੇ ਨੇ, ਉਹ ਸਾਨੂੰ ਸਮਝਾਉਂਦਾ ਹੀ ਆ ਕਿ ਹੁਣ ਵੇਖ ਭਲਾ ਕੀ ਕਰਦਾ ਹੈ, ਹੋਰ ਮਜ਼ਬੂਤ ਕਰਦਾ ਨੇ। ਹਾਂਜੀ, ਠੀਕ ਹੈ ਨਿੱਜਰ ਸਾਹਿਬ, ਅਗਲੀ ਤੋਂ ਬੋਲੋ। ਸੱਸਾ ਸੋ ਨੀਕਾ ਕਰ ਸੋ ਦੋ, ਕਹਿੰਦੇ ਦੇਖ ਲਾ ਪਿਆਰਿਆ, ਸਭ ਤੋਂ ਤੇਰਾ ਜਿਹੜਾ ਚੰਗਾ ਜਿਹੜਾ ਹੈਗਾ ਇਹ ਮਾਲਕ ਪਰਮਾਤਮਾ, ਤੇਰਾ ਸਭ ਤੋਂ ਇੱਕੋ ਹੀ ਸਾਥੀ ਹੈਗਾ ਮਾਲਕ ਪਰਮਾਤਮਾ। ਬਸ ਉਸੇ ਮਾਲਕ ਪਰਮਾਤਮਾ ਦੀ ਭਗਤੀ ਕਰ ਲਾ, ਔਰ ਆਪਣੇ ਆਪ ਨੂੰ ਆਪਣੀ ਸੁਧਾਈ ਕਰਦਾ ਜਾ, ਆਪਣੇ ਆਪ ਦੀ ਆਪਣੀ ਮੰਜਾਈ ਕਰਦੇ ਜਾ। ਬਸ ਧਿਆਨ ਸਿਮਰਨ ਦੇ ਦੁਆਰਾ। ਘੱਟ ਪਰਚਾ, ਇਹ ਪਰਚਾ ਤੇਰੇ ਘੱਟ ਦੇ ਅੰਦਰ ਹੀ ਆ, ਅੰਦਰ ਖਾਤੇ ਹੀ ਜਿਹੜੇ ਭਗਤੀ ਕਰਨੀ ਹੈ, ਮਨ ਨੇ ਭਗਤੀ ਕਰਨੀ ਹੈ, ਅੰਦਰ ਹੀ ਭਗਤੀ ਕਰਨੀ ਹੈ। ਬਸ ਘੱਟ ਪਰਚਾ ਕੀ ਬਾਤ ਨਿਰੋਧੋ, ਬਸ ਇਹ ਮਨ ਨੂੰ ਨਿਰੋਧਣਾ ਹੈ ਭਾਈ, ਇਹਨੂੰ ਰੋਕਣਾ ਹੈ ਮਨ ਨੂੰ। ਇਹ ਜਿਹੜਾ ਇੱਧਰ ਉੱਧਰ ਮੂੰਹ ਮਾਰਦਾ ਹੈ, ਇਹਨੂੰ ਉੱਥੋਂ ਹਟਾਉਣਾ ਹੈ। ਬਸ ਮਨ ਨੂੰ ਹਟਾਉਣਾ ਹੈ, ਨਾ ਕਿ ਆਪਾਂ ਨੇ ਉਹ ਜਿਹੜਾ ਹੈਗਾ ਉਹਨੂੰ ਹਟਾਉਣਾ ਹੈ, ਉਹ ਜਿਹੜਾ ਹੈਗਾ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ। ਕਹਿੰਦੇ ਨਹੀਂ, ਮਨ ਨੂੰ ਜਿਹੜਾ ਹੈਗਾ ਇਹ ਧਿਆਨ ਸਿਮਰਨ ਕਰਕੇ ਔਰ ਮਨ ਮਜ਼ਬੂਤ ਹੁੰਦਾ ਔਰ ਇਹ ਹਟਦਾ ਹੈ। ਬਾਰ ਬਾਰ ਇਹੀ ਸੁਧਾਈ ਕਰੀ ਜਾਣੀ ਹੈ, ਮਾਲਕ ਦੀ ਭਗਤੀ ਕਰਨੀ ਹੈ, ਉਹੀ ਟਾਰਗੇਟ ਹੈਗਾ। ਕੱਟ ਪਰਚਾ ਜੋ ਉਪਜੇ ਪਾਓ, ਫਿਰ ਪਿਆਰ ਪੈਦਾ ਹੋ ਜਾਏਗਾ ਤੇਰੇ ਅੰਦਰ।
ਘਟ ਦੇ ਵਿੱਚ ਪਰਚ ਜਾਏਗਾ ਇਹ ਮਨ ਇਹਦੇ ਅੰਦਰ, ਕਿਉਂਕਿ ਮਾਲਕ ਨੇ ਛੱਡਣਾ ਹੈ, ਮਾਲਕ ਨੇ ਨਾਲ ਮਾਲਕ ਨੇ ਜਿਹੜਾ ਹੈਗਾ ਇਹਨੂੰ ਚੋਗਾ ਦੇ ਹੀ ਜਾਣਾ ਹੈ। ਤੇ ਮਨ ਨੇ ਆਟੋਮੈਟਿਕਲੀ ਜਦ ਇਹਨੂੰ ਉਪਲਬਧੀਆਂ ਆਉਣੀਆਂ ਸ਼ੁਰੂ ਹੋ ਗਈ, ਮੀਲ ਪੱਥਰ ਆਉਣੇ ਸ਼ੁਰੂ ਹੋ ਗਏ, ਤੇ ਇਹਨੇ ਆਪਣੇ ਆਪ ਪਰਚ ਜਾਣਾ ਹੈ। ਘਟ ਪਰਚ ਹੈ ਕਿਉਂਕਿ ਉੱਥੇ ਜਿਹੜਾ ਹੈਗਾ ਉਹ ਅਨਹਤ ਸ਼ਬਦ ਆ ਜਾਣਾ, ਉੱਥੇ ਨਾਦੀ ਆ ਜਾਣੀ, ਉੱਥੇ ਪ੍ਰਕਾਸ਼, ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਤੇ ਇਹ ਮੀਲ ਪੱਥਰ ਇਹਦੇ ਅੰਦਰ ਜਿਹੜੇ ਹੈਗੇ ਲੱਗਣਾ ਇਹਨੂੰ ਵੀ ਹੈ। ਗੱਲ ਤਾਂ ਇੱਥੇ ਕੋਈ ਨਾ ਕੋਈ ਚੀਜ਼ ਤਾਂ ਹੈਗੀ ਆ ਭਾਈ, ਆਹ ਚੀਜ਼ ਹੈਗੀ। ਤੇ ਇਹ ਤਾਂ ਇਹਦਾ ਦੇਖੋ ਬਿਲਕੁਲ ਇਨਸਾਨ ਜਿਹੜਾ ਹੈਗਾ ਫਿਰ ਪਰਚ ਜਾਂਦਾ ਹੈ ਪੂਰਾ। ਘਟ ਪਰਚ ਹੈ ਜੋ ਉਪਜੇ ਭਾਓ ਪੂਰ ਰਿਹਾ ਤੈਂ ਤਿਰ ਭਵਨ ਰਾਓ। ਬਸ ਉੱਥੇ ਫਿਰ ਉਹ ਤਿੰਨਾਂ ਭਵਨਾਂ ਦਾ ਮਾਲਕ ਰਾਓ ਰਾਜਾ ਜਿਹੜਾ ਹੈਗਾ ਉਹ ਪੂਰ ਹੋ ਜਾਂਦਾ ਹੈ, ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਹਾਂਜੀ ਵੀਰ। ਹਾਂ ਠੀਕ ਲਓ, ਠੀਕ ਦੇਖ ਲਓ ਸਾਧ ਸੰਗਤ ਜੀ, ਇੱਥੇ ਕਹਿੰਦੇ ਨਿਰੋਧ ਦੀ ਗੱਲ ਕੀਤੀ ਹੈ। ਹਾਂ, ਉਹ ਟਿਕਾਊ ਦੀ ਗੱਲ ਕਰਦੇ ਆ। ਉਹ ਕਹਿੰਦੇ ਜਿਹੜਾ ਤੂੰ ਪਾਠ ਪੜ੍ਹਦਾ ਹੈ, ਬਾਣੀ ਪੜ੍ਹਦਾ ਹੈ, ਉੱਥੇ ਤੇਰਾ ਮਨ ਨਹੀਂ ਮੌਜੂਦ। ਹਾਂ, ਤੂੰ ਕਿਤਾਬ ਪੜ੍ਹਦਾ ਹੈ, ਤੂੰ ਅਖਬਾਰ ਪੜ੍ਹਦਾ ਹੈ, ਅਖਬਾਰ ਸੁਣਦਾ ਹੈ, ਗੱਲਾਂ ਸੁਣਦਾ ਹੈ, ਉੱਥੇ ਤੂੰ 100% ਹੈਗਾ। ਪਰ ਇਹ ਵੀ ਮਨ ਦੀ ਇੱਕ ਅਵਸਥਾ ਹੈ। ਇਹਦਾ ਮਤਲਬ ਕਿ ਤੇਰਾ ਮਨ ਥੋੜਾ ਚੰਚਲ ਹੈ। ਇਹਦੇ ਲਈ ਤੈਨੂੰ ਕਰਨਾ ਪਊਗਾ, ਤੈਨੂੰ ਬੰਦਗੀ ਕਰਨੀ ਪਊ, ਤੈਨੂੰ ਧਿਆਨ ਸਿਮਰਨ ਕਰਨਾ ਪਊ, ਤੈਨੂੰ ਉਸ ਵਿਧੀ ਵਿੱਚ ਲੰਘਣਾ ਪਊਗਾ ਜਿਹਦੀ ਮਦਦ ਦੇ ਨਾਲ ਤੇਰਾ ਮਨ ਜਿਹੜਾ ਇਕਾਗਰਤਾ ਨੂੰ ਪ੍ਰਾਪਤ ਕਰੇ। ਔਰ ਉਹਦੇ ਲਈ ਤੈਨੂੰ ਕੀ ਕਰਨਾ ਪਊਗਾ? ਆਪਣੇ ਧਿਆਨ ਨੂੰ ਸ਼ੁੱਧ ਕਰਨਾ ਪਊਗਾ। ਤੇਰੇ ਜਿਹੜਾ ਧਿਆਨ ਹੈ, ਤੇਰਾ ਧਿਆਨ ਜਿੱਦਾਂ ਮਤਲਬ ਹੁਣ ਸਾਧ ਸੰਗਤ ਜੀ ਵੇਖਿਆ ਨੀ ਤੁਸੀਂ, ਟਾਰਚ ਹੁੰਦੀ ਆ, ਜਦੋਂ ਟਾਰਚ ਦੇ ਅੱਗੇ ਘੁਮਾਈ ਜਾਈਏ ਲੈਂਜ ਜਿਹਾ ਤੇ ਚਾਨਣ ਫੈਲ ਜਾਂਦਾ, ਤੇ ਜਦੋਂ ਉਸੇ ਲੈਂਜ ਨੂੰ ਉਲਟੀ ਡਾਇਰੈਕਸ਼ਨ ਵੱਲ ਘੁਮਾਉਂਦੇ ਆ ਤੇ ਫੋਕਸ ਵੱਧ ਜਾਂਦਾ ਨਿੱਜਰ ਸਾਹਿਬ। ਬਿਲਕੁਲ। ਹੁਣ ਲੇਜ਼ਰ ਵੇਖਿਆ, ਲੇਜ਼ਰ ਉਹ ਕੁਛ ਵੀ ਨਹੀਂ ਆ, ਕੇਵਲ ਉਹ ਲੈਂਜ ਦੇ ਵਿੱਚ ਉਹ ਉਹਨਾਂ ਨੇ ਉਹਦੀ ਸੈਟਿੰਗ ਕੀਤੀ। ਉਹ ਲੈਂਜ ਦੇ ਵਿੱਚ ਜਦੋਂ ਪ੍ਰਕਾਸ਼ ਜਾਂਦਾ ਕਿੰਨੀ ਦੂਰ ਤੱਕ ਜਾਂਦਾ ਉਹ, ਕਿਉਂਕਿ ਹੁਣ ਉਹ ਜਿੰਨੀ ਸ਼ਕਤੀ ਉਹਨਾਂ ਨੇ ਕੰਪਰੈਸ ਕਰਕੇ ਇੱਕ ਛੋਟੇ ਜਿਹੇ ਛੇਕ ਵਿੱਚ ਨਕਾਈ, ਤੇ ਉਹ ਕਿੰਨੀ ਪਾਵਰਫੁਲ ਚੀਜ਼ ਹੋ ਗਈ। ਹੁਣ ਵੇਖੋ, ਆਮ ਬੰਦੂਕ ਦੀ ਗੋਲੀ ਹੈ ਤੇ ਕੁਛ ਵੀ ਨਹੀਂ, ਲੈਡ ਹੀ ਹੈ, ਸਿੱਕਾ ਹੀ ਆ, ਪਰ ਜਦੋਂ ਬੈਰਲ ਦੇ ਵਿੱਚ ਵੜਦੀ ਹੈ ਤੇ ਉਹ ਵੇਖੋ ਉਹਦੀ ਉਸ ਜਗ੍ਹਾ ਦੇ ਵਿੱਚ ਜਦੋਂ ਉਹ ਫੋਰਸ ਨਾਲ ਬਾਹਰ ਨਿਕਲਦੀ ਆ ਤੇ ਵੇਖੋ ਉਹ 'ਚ ਕਿੰਨੀ ਗਤੀ ਆ ਜਾਂਦੀ। ਇਹੋ ਹੀ ਚੀਜ਼ ਹੈ, ਜਦੋਂ ਆਪਾਂ ਆਪਣੇ ਧਿਆਨ ਨੂੰ ਇਕਾਗਰ ਕਰਦੇ ਹਾਂ ਔਰ ਸਾਡੀ ਸੁਰਤ ਆਤਮ ਤੱਤ 'ਚ ਫਿਰ ਬਹੁਤ ਸਪੀਡ ਨਾਲ ਗਤੀ ਕਰਦੀ, ਆਪਣੀ ਆਤਮਾ 'ਚ ਸਥਿਰ ਹੋ ਜਾਂਦੀ। ਪਰ ਉਸ ਵਿਚਾਰ ਮੰਡਲ ਤੋਂ ਲੰਘਣ ਦੇ ਲਈ ਸਾਨੂੰ ਪ੍ਰਾਣ ਸ਼ਕਤੀ ਚਾਹੀਦੀ। ਓਦਾਂ ਨਹੀਂ ਗੱਲ ਬਣਦੀ। ਠੀਕ ਹੈ, ਮਨ 2-4 ਮਿੰਟ ਹੀ ਰੁਕ ਜਾਂਦਾ, ਪਰ ਜਿਹੜੀ ਪ੍ਰੋਪਰ ਸਮਾਧੀ ਆ ਉਹਦੇ ਲਈ ਸਾਡੀ ਪ੍ਰਾਣ ਸ਼ਕਤੀ ਚਾਹੀਦੀ ਹੈ। ਜਦੋਂ ਵੀ ਤੁਸੀਂ ਨਿਰਵਿਚਾਰ ਸਮਾਧੀ 'ਚ ਪ੍ਰਵੇਸ਼ ਕਰਨ ਲੱਗ ਪਏ, ਸਮਝ ਲਓ ਕਿ ਤੁਹਾਡੀ ਪ੍ਰਾਣ ਸ਼ਕਤੀ ਪ੍ਰਗਟ ਹੋ ਗਈ ਹੈ। ਕਿਉਂਕਿ ਪ੍ਰਾਣ ਸ਼ਕਤੀ ਤੋਂ ਬਿਨਾਂ ਸਾਡੀ ਸੁਰਤੀ ਜਿਹੜੀ ਆ ਵਿਚਾਰ ਮੰਡਲ ਤੋਂ ਅੱਗੇ ਨਹੀਂ ਲੰਘ ਸਕਦੀ, ਬਹੁਤ ਕਮਜ਼ੋਰ ਹੈ। ਹੁਣ ਤੁਸੀਂ ਕਹੋਗੇ ਏਦਾਂ ਕਿੱਦਾਂ ਹੋ ਸਕਦਾ? ਤੁਸੀਂ ਇੱਕ ਆਪਾਂ ਪਾਣੀ ਪਹੁੰਚਾਉਣਾ ਹੈ 30 ਫੁੱਟ ਤੇ, ਔਰ ਜਿਹੜਾ ਮੇਰਾ ਪੰਪ ਆ ਉਹਦੀ ਪੋਜੀਸ਼ਨ ਹੀ ਇੰਨੀ ਹੈ ਕਿ 5 ਫੁੱਟ ਤੋਂ ਵੱਧ ਪ੍ਰੈਸ਼ਰ ਹੀ ਨਹੀਂ ਹੈਗਾ। 30 ਫੁੱਟ ਤੋਂ ਪਾਣੀ ਕਿੱਥੇ ਪਹੁੰਚੂਗਾ? ਆਈਏ ਨਿਜਰ ਸਾਹਿਬ। ਬਿਲਕੁਲ। ਫਿਰ ਮੈਨੂੰ ਕੀ ਕਰਨਾ ਪਊਗਾ? ਮੈਨੂੰ ਕੋਈ ਵਿਧੀ ਵਰਤਣੀ ਪਊਗੀ ਜਿਹਦੇ ਨਾਲ ਇਹਦਾ ਮੇਰਾ ਪਾਣੀ 30 ਫੁੱਟ ਤੇ ਜਾਵੇ। ਉਹੀ ਹਿਸਾਬ ਸਾਡੀ ਸੁਰਤੀ ਆ। ਸੁਰਤੀ ਦਾ ਮਤਲਬ ਆਪਣੀ ਸੁਰਤੀ ਨੂੰ ਇਕਾਗਰ ਕਰਦੇ ਜਾਣਾ। ਇਸੇ ਲਈ ਕਹਿੰਦੇ ਕਬੀਰ ਜੀ ਕਿ ਹਰ ਦਿਨ ਤੈਨੂੰ ਕੰਮ ਕਰਨਾ ਪੈਣਾ, ਇੱਕ ਦਿਨ 'ਚ ਨਹੀਂ ਹੋਵੇਗਾ, ਕਿਉਂਕਿ ਉਹ ਫੈਲ ਚੁੱਕੀ ਹੈ। ਹੁਣ ਸਾਰਾ ਦਿਨ ਹੀ ਮਨ ਨੂੰ ਭਜਾਇਆ ਹੋਇਆ। ਆਪਾਂ ਹੁਣ 12 ਘੰਟੇ ਮਨ ਨੂੰ ਭਜਾਈ ਜਾਈਏ। ਹੁਣ ਤੁਸੀਂ 10-20 ਮਿੰਟ ਬੈਠੇ, ਹੁਣ 12 ਘੰਟਿਆਂ 'ਚ ਜਿਹੜੀ ਗੇਮ ਘੁਮਾਈ ਆ ਉਹ 10 ਮਿੰਟਾਂ 'ਚ ਕੀ ਹੋਊਗਾ? ਉਹ ਅਸਰ ਹੋਣੀ ਨਹੀਂ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਉਹ ਆਲਰੇਡੀ ਉਹਨੂੰ ਇੰਨਾ ਚੰਚਲ ਹੈ। ਔਰ ਖਾਸ ਕਰਕੇ ਤੇ ਸਾਨੂੰ ਕੋਈ ਦੱਸਿਆ ਹੀ ਨਹੀਂ ਗਿਆ ਕਿ ਬਈ ਤੁਸੀਂ ਆਪਣੇ ਮਨ ਨੂੰ ਰੋਕਣਾ, ਤੁਸੀਂ ਆਪਣੇ ਮਨ ਨੂੰ ਸਾਧਣਾ। ਉਹ ਕਹਿੰਦੇ ਨਹੀਂ ਜੀ, ਅਸੀਂ ਤੇ ਆਪਣੀਆਂ ਅਸੀਂ ਸੇਵਾ ਕਰਦੇ ਹਾਂ ਤੇ ਪਾਠ ਕਰਦੇ ਹਾਂ ਬਹੁਤ। ਉਹ ਕਹਿੰਦੇ ਠੀਕ ਹੈ ਭਰਾਵਾ, ਪਾਠ ਤੇ ਕਰਦਾ, ਤੈਨੂੰ ਪਤਾ ਪਾਠ 'ਚ ਕੀ ਲਿਖਿਆ? ਉਹ ਬਾਬਾ ਜੀ ਜਿਹੜੀ ਅੱਜ ਉਹਨਾਂ ਦੀ ਕਥਾ ਪਾਈ ਆ, ਉਹ ਕਹਿੰਦੇ ਕਿ ਸਾਰਾ ਜ਼ਿੰਦਗੀ ਮੈਂ ਗ੍ਰੰਥ ਹੀ ਪੜ੍ਹਿਆ। ਤੇ ਮੈਂ ਕਿਹਾ ਤੂੰ ਪੜ੍ਹਿਆ ਹੈ? ਤੂੰ ਮੈਨੂੰ ਪਤਾ ਨਹੀਂ ਪੜ੍ਹਿਆ ਵੀ ਨਹੀਂ ਤੂੰ ਬਰਾਬਰ। ਤੇਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਿੱਥੇ ਬੈਠੇ ਜੋ, ਤੁਹਾਡਾ ਕੀ ਪੋਜੀਸ਼ਨ ਹੈ। ਕਿਉਂਕਿ ਸਾਨੂੰ ਉਹ ਚੀਜ਼ ਦੱਸੋ ਕਿ ਜਿਹਦੇ ਨਾਲ ਸੰਗਤ ਦਾ ਭਲਾ ਹੋਵੇ। ਕੋਈ ਕੰਮ ਦੀ ਗੱਲ ਕਰੋ,
कोई अपना ज्ञान साडे नाल साझा करो। जो तुसीं लभ लिया, की लभ्या? कुछ भी नहीं लभ्या। तो वे बंदा अपनी जगह च ब्रह्म ज्ञानी बन के बैठा निचर साहब। हो सकता कोई 200-400 हज़ार बंदा आउंदा भी होवे, बिल्कुल पक्के पहुंच जाते हैं। ठीक है निचर साहब, अगली तो को बोलो। हुण कहते ने कि इत्थे दो चीज़ां समझाइयां ने कि निरोध करना है मन नूं, ते फिर की होगा कि मन जिहड़ा तुहाडा है, जिवें जिवें आपां ब्रेक मारी ना, मन नूं ब्रेक मारी ते मन ने टुटना है, मुड़ के टुट जाना है। बिल्कुल इन्हें कमजोर हो जाना वा। आप जी देखो, एक घोड़ा वा, पहली गल तो तुसीं रस्सी नहीं पाई, वो जिथे मर्जी तुरिया फिरदा, पर ध्यान सिमरन तुसीं की करदे जो उस घोड़े नूं अद्धे घंटे लई रस्सी पा दिंदे जो। वो घोड़ा 2-4 दिन तुहाडी गल सुणदा नहीं, वो कहंदा कि ਉਹਦੇ गल च रस्सी पाउंदे, ਉਹ ਕਹਿੰਦਾ ਕਿਹੜੀ रस्सी? ਤੁਸੀਂ ਕਹਿੰਦੇ ਕਿ ਆਪਾਂ ਸਿਮਰਨ ਕਰਨਾ ਹੈ। ਕਹਿੰਦਾ ਤੂੰ ਕਿਹੜੀ ਗੱਲ ਕਰਨੇ ਆ, ਇੰਨੇ ਸਾਲ ਹੋ ਗਿਆ ਤੂੰ ਪਹਿਲਾਂ ਤੇ ਗੱਲ ਨਹੀਂ ਕੀਤੀ। ਹੁਣ ਤੁਸੀਂ ਕੁੱਤਾ ਲੈ ਆਓ ਘਰੇ, ਜੇ ਤੇ ਕੁੱਤੇ ਨੂੰ ਤੁਸੀਂ ਸ਼ੁਰੂ ਤੋਂ ਰੱਸੀ ਪਾਈ ਉਹਨੂੰ ਕੋਈ ਪ੍ਰੋਬਲਮ ਨਹੀਂ, ਪਰ ਕੁੱਤੇ ਨੂੰ 8-9 ਸਾਲ ਦਾ ਕੁੱਤਾ ਉਹਦੇ ਗਲ 'ਚ ਰੱਸੀ ਪਾਓ, ਸੱਦਾ ਭੌਂਕਦਾ ਨਿੱਜਾ ਸਾਹਿਬ। ਬਿਲਕੁਲ ਉਹ ਨਹੀਂ ਐਕਸੈਪਟ ਕਰਦਾ। ਇਹਦਾ ਮਾਣੇ ਆ, ਇਹ ਕਹਿੰਦੇ ਬਹੁਤ ਜਨਮ ਤੇ ਬਹੁਤ ਪੁਰਾਣਾ। ਹੁਣ ਇਹਦੇ ਗਲ 'ਚ ਰੱਸੀ ਪਾਓਗੇ, ਉਹ ਕਹਿੰਦਾ ਚੁੱਕ ਕੇ ਲੈ ਜਾ ਆਪਣੀਆਂ ਰੱਸੀਆਂ ਰੁੱਸੀਆਂ, ਮੈਂ ਨਹੀਂ ਜਾਣਦਾ। ਤੁਸੀਂ ਕਹਿੰਦੇ ਨਹੀਂ ਆਪਾਂ ਧਿਆਨ ਸਿਮਰਨ ਕਰਨਾ, ਉਹ ਕਹਿੰਦਾ ਧਿਆਨ ਸਿਮਰਨ ਇਹ ਕਿਹੜੀ ਫਿਲਮ ਚਲਾਤੀ ਐ ਤੇ ਕਿਤੇ ਲਿਖਿਆ ਹੀ ਨਹੀਂ। ਐ ਕਿੱਥੇ ਲਿਖਿਆ ਧਿਆਨ ਸਿਮਰਨ ਕਰਨਾ? ਉਹ ਵੇਖਾਂ ਆ ਡੇਰੇ ਤੇ ਵੇਖ 1 ਕਰੋੜ ਬੰਦਾ ਬੈਠਾ ਹੀ, ਕਿੱਥੇ ਲਿਖਿਆ ਧਿਆਨ ਸਿਮਰਨ? ਵੇ ਤੇ ਕਹਿੰਦੇ ਸੇਵਾ ਕਰੋ, ਟਾਈਲਾਂ ਬਣਾਓ, ਬਿਸਕੁਟ ਬਣਾਓ, ਇੱਥੇ ਕੇਕ ਬਣਾਓ, ਇੱਥੇ ਝਾੜੂ ਮਾਰੋ, ਮਰੀਜ਼ਾਂ ਦਾ ਥੁੱਕ ਚੁੱਕੀ ਜਾਓ, ਸਫਾਈ ਕਰੀ ਜਾਓ। ਬਾਕੀ ਇਹ ਤੇ ਨਹੀਂ ਸਮਝਾਉਂਦੇ ਕਿ ਜਿਹੜੇ ਤੁਹਾਡੇ ਘਰ ਮਰੀਜ਼ ਉਹਨਾਂ ਨੂੰ ਵੀ ਸਾਂਭਣਾ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਆ। ਹੋਰ ਖੋੜੇ ਵੱਧ ਤੋਂ ਵੱਧ ਕਹੂਗਾ ਜਿੰਨਾ ਤੂੰ ਪਾਠ ਕਰਾਉਣਾ ਪਾਠ ਕਰਾ ਲਾ, ਜਿੰਨੀਆਂ ਰੌਲਾਂ ਲਵਾਉਣੀਆਂ ਰੌਲਾਂ ਲਵਾ ਲਾ, ਜਿੰਨਾ ਰਹਿਣ ਸਵਾਈਆਂ ਕਰਵਾਉਣੀਆਂ ਰਹਿਣ ਸਵਾਈਆਂ ਕਰਵਾ ਲਾ, ਮੇਰੇ ਕੋਲ ਬਸ ਆ ਨਹੀਂ ਧਿਆਨ ਸਿਮਰਨ ਨਹੀਂ ਕਰਨਾ। ਸੌਖਾ ਕੰਮ। ਹਾਂ, ਤੇ ਜੇ ਉਹ ਕੰਮ ਕਹੀਏ ਬੰਦਗੀ ਦਾ, ਤੇ ਉਹ ਕਹਿੰਦੇ ਭਰਾਵਾ ਕੋਈ ਕਰਦਾ ਹੀ ਨਹੀਂ ਪਿਆ। ਕਿੱਥੇ ਕਰਦੇ ਪਏ? ਆਵੇ ਕਿੱਦਾਂ ਗੁਰਦੁਆਰੇ 'ਚ ਵੀ ਸਾਰਿਆਂ ਨੇ ਗੁੜਕਾ ਫੜਿਆ, ਬਾਬਾ ਵੀ ਬੋਲਣ ਦਿਆ, ਇੱਕ ਕੀਰਤਨੀਆਂ ਵੀ ਚੱਲਣ ਦਿਆ, ਇੱਕ ਨੇ ਗੁੜਕਾ ਫੜਿਆ, ਪਤਾ ਨਹੀਂ ਕੌਣ ਕੀ ਬੋਲੀ ਜਾਂਦੇ ਆ। ਉੱਥੇ ਜਿੰਨੇ ਬੱਚੇ ਸਾਰਿਆਂ ਨੇ ਗੁੜਕਾ ਫੜਿਆ। ਬਸ ਉਹ ਕੀ ਆ ਕਿ ਰੱਬ ਦੇ ਸਾਹਮਣੇ ਇਹੋ ਕਹਿਣਾ ਕਿ ਮੈਂ ਆਨੰਦ ਸਾਹਿਬ ਦਾ ਪਾਠ ਕੀਤਾ। ਬਾਣੀ ਤੇ ਕੁਛ ਵੀ ਨਹੀਂ ਕਹਿੰਦੀ। ਬਾਣੀ ਤੇ ਕਹਿੰਦੀ ਪਹਿਲਾਂ ਸਮਝੋ, ਪਹਿਲਾਂ ਇਹਨੂੰ ਵਿਚਾਰੋ ਲਿਖਿਆ ਕੀ ਇਹਦੇ ਅੰਦਰ, ਪਹਿਲਾਂ ਸਮਝੋ। ਹੁਣ ਸਮਝਾਉਣ ਵਾਲੇ ਵੀ ਉਹ ਉਦਾਂ ਦੇ ਹੀ ਵਿਚਾਰੇ, ਉਹ ਕਹਿੰਦੇ ਕਿ ਚਲੋ ਮੇਰੀ ਦਿਹਾੜੀ ਚੱਲਦੀ ਸਾਡੀ। ਸੌਖਾ ਕੰਮ ਹੈ ਪੜ੍ਹਨਾ, ਤੇ ਬਹੁਤ ਸੌਖਾ, ਪਰ ਜਿਹਦੇ ਲੈਣ ਪੜ੍ਹ ਲਈ, ਲੈਣ ਸਮਝ ਲਈ, ਉਹ ਕਹਿੰਦੇ ਝੂਠ ਨਹੀਂ ਬੋਲਣਾ। ਫਿਰ ਪਤਾ ਲੱਗੂਗਾ ਕਿ ਤੁਸੀਂ ਝੂਠ ਨਾ ਬੋਲੋਗੇ ਤੇ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਪੈ ਜਾਣਾ ਪੰਗਾ। ਫਿਰ ਨਾਨਕ ਪਾਤਸ਼ਾਹ ਤੇ ਉਹ ਵੀ ਕਹਿੰਦੇ ਆ, ਉਹਨਾਂ ਦੀ ਬਾਣੀ ਪੜ੍ਹੋ, ਉਹ ਕਹਿੰਦੇ ਕਿ ਅਮੀਰ ਦੇ ਘਰ ਜਾ ਕੇ ਰੋਟੀ ਨਹੀਂ ਖਾਣੀ, ਇਹ ਤੇ ਕਮਾਈ ਦਾ ਲਾਲ ਹੀ ਕਰੂਗਾ। ਨਿਜਰ ਸਾਹਿਬ ਬਿਲਕੁਲ ਉੱਥੇ ਤੇ ਪਤਾ ਲੱਗਣਾ ਕਿ ਆਪਾਂ ਸੰਗ ਕਿਹਦਾ ਕਰਦੇ ਪਏ ਆ। ਉਹ ਕਹਿੰਦੇ ਰਿਸ਼ਵਤ ਨਹੀਂ ਲੈਣੀ। ਤੁਸੀਂ ਕਹੋਗੇ ਕਿ ਬਾਬਾ ਜੀ ਕੀ ਰਿਸ਼ਵਤ ਨਹੀਂ ਲਵਾਂਗੇ ਤੇ ਫਿਰ ਕੋਠੀਆਂ ਕਿੱਥੋਂ ਪੈਣਗੀਆਂ? ਉਹ ਕਹਿੰਦੇ ਨਾ ਪਾਓ। ਕਿੰਨੇ ਕਿਹਾ ਤੁਹਾਡੀ ਮੇਰੇ ਨੇ ਜਮਾਂ ਫਸੀ ਹੈ ਬਾਬਾ ਜੀ, ਫਿਰ ਏਡੀ ਵੱਡੀ ਗੱਡੀ ਨਹੀਂ ਆਊਗੀ। ਕਹਿੰਦੇ ਨਾ ਲਿਆਓ, ਜਿੰਨੇ ਕੁ ਪੈਸੇ ਉਨੇ ਕੁ ਲਿਆਓ, ਮਿਹਨਤ ਦੇ ਨਾਲ ਚਲਾਓ, ਹੱਕ ਦੀ ਕਮਾਈ ਖਾਣੀ ਹੈ। ਬਾਣੀ ਤੇ ਕਹਿਣਾ, ਬਾਣੀ ਤੇ ਇਹੋ ਕਹਿੰਦੀ ਆ। ਪਰਮਾਤਮਾ ਕੱਲਾ ਧਿਆਨ ਸਿਮਰਨ ਥੋੜੀ ਚਾਹੁੰਦਾ। ਪਰਮਾਤਮਾ ਕਹਿੰਦਾ ਤੇਰਾ ਜੀਵਨ ਮਾਮਾ ਤੂੰ ਕਿਤੇ ਚਲਾਉਂਦੇ ਉਹ ਵੇਖ, ਤੇਰੀ ਚੀਜ਼ ਤੇ ਹੈ ਕੋਈ ਨਾ। ਆ ਤੇਰਾ ਘਰ ਹੀ ਤੇ ਲੋਕਾਂ ਦੀ ਚੀਜ਼ਾਂ ਨਾਲ ਭਰਿਆ, ਘਰ ਦੇ ਵਿੱਚ ਤੇਰੇ ਕਿੰਨੇ ਕੁ ਪੈਸੇ ਲੱਗੇ? ਮੁੜ ਕੇ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ। ਵਿਜੇ ਸਾਹਿਬ ਬਿਲਕੁਲ ਸਹੀ ਗੱਲ ਹੈ। ਕੋਠੀ ਦੇ ਲੋਕਾਂ ਦੇ ਪੈਸੇ ਨਾ ਬਣਾਈਆਂ ਤੂੰ। ਆੜੀ ਗੱਡੀ 'ਚ ਬਹਿ ਕੇ ਜਿਹੜਾ ਹੈ ਹੈਂਡ ਤੇ ਕਿਲਿੰਗੀ ਲੈਣ ਦੀ ਹੈ, ਇਹਦੇ ਪੈਸੇ ਤੇਰੇ ਕਿੰਨੇ ਵਿੱਚ? 10 ਤੇਰੇ ਆ। ਇਹ ਪੈਸੇ ਕਿੰਨਾ ਦੇ ਆ? ਇਹ ਕਿਤੇ ਉਹ ਬੁੱਢਾ ਬੁੱਢੀ ਦੇ ਨਹੀਂ ਜਿਹੜੇ ਮਾਲਕ ਸੀ, ਜਿਹਨਾਂ ਨੂੰ ਤੂੰ ਬੁੱਢੂ ਖਵਾਉਂਦੇ ਆ। ਆੜੀ ਕੋਠੀ ਤੇ ਕਬਜ਼ਾ ਤੂੰ ਕਰ ਲਿਆ, ਉਹਨਾਂ ਨੂੰ ਕਿੱਥੇ? ਉਹਨਾਂ ਨੂੰ ਤੇ 2 ਰੋਟੀਆਂ ਖਵਾਉਣੀਆਂ ਵੀ ਤੈਨੂੰ ਔਖੀਆਂ ਹੁੰਦੀਆਂ। ਇੱਥੇ ਮੇਰੇ ਕੋਲ ਜੇ ਤੂੰ ਲੰਗਰ ਲੈ ਵੀ ਆ ਬਣਾ ਕੇ, ਤੇ ਮੈਂ ਤੇਰਾ ਕਿੱਥੋਂ ਮਨਜ਼ੂਰ ਕਰਾਂ? ਕਿਤੇ ਉਹਨਾਂ ਨੂੰ ਖਵਾਇਆ ਜਿਨ੍ਹਾਂ ਦੀ ਜਗ੍ਹਾ। ਤੂੰ ਕਹਿਣ ਤੋਂ ਭਾਵ ਸਾਧ ਸੰਗਤ ਜੀ ਇੱਥੇ ਮਰਜ਼ੀ ਘੁੰਮ ਕੇ ਚੱਲ ਜੀਏ, ਗੁਰਬਾਣੀ ਦੇ ਵਿੱਚ ਜੋ ਗੱਲ ਸਮਝਾਈ ਆ, ਸਭ ਤੋਂ ਪਹਿਲਾਂ ਆਪਾਂ ਲੋਕਾਂ ਨੂੰ ਛੱਡ ਦਈਏ, ਆਪਣੇ ਬਾਰੇ ਵੇਖੀਏ। ਆਪਣੇ ਜਿਹੜੇ ਆਚਾਰ ਆ ਉਹਨਾਂ ਨੂੰ ਪਲੀਜ਼ ਸਹੀ ਕਰੋ। ਜਿਹੜਾ ਸਾਡਾ ਧਰਮ ਆ, ਧਰਮ ਕੀ ਆ ਕਿ ਮੈਂ ਸੱਚੀ ਉਹ ਜੀਵਨ ਜੀ ਰਿਹਾ
मैं अपनी मेहनत की कमाई खाने की कोशिश करा। हाँ, मन करता है चोरी करन नूं, पैसे चुकन नूं, किसी भी तरीके नाल। ये चोरी है सारी, जो भी आप पैसा लैके आउंदे आ, बहुत माड़ा, पर कोशिश करो इनू अवॉइड करो। ये चंगा नहीं हैगा, बहुत खतरनाक। हाँ, दुख घट जाणगे, ये तो पक्की गारंटी है, पर ਉਹਦੇ बदले परमात्मा मिलेगा। बहुत महंगी चीज है, और इसके लिए कोई विरला ही कोई इन्नी हिम्मत करता है, क्योंकि परमात्मा नूं मिलना मतलब की है। जिद्दां गन्ना नहीं हो निजा साहब, जिथों गुड़ कढ़ीदा की वेले ने नहीं फसा दईदा, बिल्कुल उन्हें सारा गंदमंद बाहर ही रहन देना वा, क्योंकि परमात्मा च वो चीज नहीं जा सकती। परमात्मा क्यों नहीं सानू मिलदे? कि ਆਪਾਂ ਇੰਨਾ ਕੁਝ ਲਾ ਕੇ ਜੋ ਬੈਠੇ ਆ, ਉਹ ਕਹਿੰਦੇ ਆ ਕਿ ਤੇਰਾ ਜਿਹੜਾ ਕਬੀਰ ਜੀ ਕਹਿੰਦੇ ਨੇ ਹਰ ਕਾ ਦਵਾਰ ਸੰਕਰਾ ਰਾਈ ਦਸਵੇਂ ਪਾਏ, ਮਨ ਤੋਂ ਮੈਗਲ ਹੋਏ ਰਹੋ, ਨਿਕਸਿਓ ਕਿਉਂ ਕਰ ਜਾਏ। ਉਹ ਕਹਿੰਦੇ ਤੂੰ ਮਨ ਤੇ ਮੈਗਲ ਆ, ਇੰਨਾ ਕੋਈ ਸਮਾਨ ਚੁੱਕੀ ਫਿਰਦਾ, ਉਹਦੇ ਰਸਤਾ ਹੀ ਬੜਾ ਬਰੀਕ ਆ। ਕਿਉਂਕਿ ਇਹ ਜੋ ਤੂੰ ਲੱਦੀ ਫਿਰਦਾ ਨਾ ਆਪਣੇ ਨਾਲ ਮਾੜੇ ਕਰਮ, ਨਿੱਜਰ ਸਾਹਿਬ ਉਹੀ ਤੇ ਲੰਘੇ ਨਹੀਂ ਦੇਂਦੇ ਤੈਨੂੰ। ਬਿਲਕੁਲ ਸਹੀ ਗੱਲ ਹੈ, ਉਹੀ ਹੈ ਮੈਗਲ ਆ। ਉਹ ਮੈਗਲ ਹਾਥੀ, ਫਿਰ ਬਾਣੀ ਕਹਿੰਦੀ ਮਾਇਆ ਧਾਰੀ ਅੱਤ ਅੰਨਾ ਬੋਲਾ, ਉਹਨੂੰ ਰੋਲੇ ਘਚੋਲੇ ਚ ਸੁਣਦਾ ਹੀ ਕੁਝ ਨਹੀਂ। ਹੁਣ ਮੇਰੀ ਗੱਲ ਸੁਣੋ ਨਿੱਜਰ ਸਾਹਿਬ, ਇੱਕ ਇੰਨੀ ਕੀ ਜਗ੍ਹਾ ਹੋਏ ਕਿ ਮੇਰੇ ਲੰਘਣ ਜੋਗੀ ਜਗ੍ਹਾ ਹੋਏ, ਇੱਕ ਕਾਮਨ ਸੈਂਸ ਦੀ ਗੱਲ ਕਰਦੇ ਆ, ਤੇ ਮੈਂ ਇੱਥੇ ਪੰਡ ਚੁੱਕੀ ਹੋਵੇ ਸਿਰ ਤੇ ਤੂੜੀ ਵਾਂਗੂ, ਕਿ ਮੈਂ ਲੰਘ ਜੂੰਗੀ? ਨਹੀਂ ਲੰਘ ਸਕਦਾ, ਮੁਸ਼ਕਿਲ ਹੈ। ਇਸ ਲਈ कोशिश करो, पूरा जोर लगाओ। मेहनत की बेकार नहीं जाऊगी, बड़ी वड्डी गल। बाणी इसलिए बार बार कह रही है, जिन्ना नाम ते आया गए मसक्कत काल, नानक दे मुख उजले ते खेती छुट्टी ना। कल ना काली पऊगी, मसक्कत करनी पऊगी, मेहनत करनी पऊगी, रज के करनी पऊगी। आसान नहीं है काम परमात्मा को पहुंचना, फिर ते सारे पहुंच जाते। इसके लिए बाणी च कबीर जी खास करके कह के गए ने, औखट घाटी राम की तैचड़ रहो कभी। बाणी च कहंदे राम राम करता सब जग फिरे, राम ना पाया जाए। क्योंकि वो आसान परमात्मा नूं मिलना चाहुंदे ने, ते ये थोड़ी कि हुण फुल्लियां भी चाहीदियां ने ते तराई चों हत्थ भी बाहर आ जाए। कम ते एक होना, फुल्लियां थोड़ियां थोड़ियां छड्डोगे ना, ਜਦੋਂ ਥੋੜੀਆਂ ਥੋੜੀਆਂ ਛੱਡਣੀਆਂ ਕੀਤੀਆਂ ਨੇ, ਤੇ ਫਿਰ ਪਰਮਾਤਮਾ ਨੇ ਸਾਨੂੰ ਸਾਡਾ ਆਪਣਾ ਰਿਜ਼ਕ ਦੇ ਦੇਣਾ। ਬਿਲਕੁਲ ਨਿੱਜਰ ਸਾਹਿਬ, ਬਿਲਕੁਲ ਸਹੀ ਗੱਲ ਹੈ। ਆਪਣੇ ਹੱਥ ਖਾਲੀ ਨਹੀਂ ਹੈ, ਹੱਥ ਦੇਵੇ ਕਿੱਥੇ ਮਾਲਕ, ਕਿੱਥੇ ਦੇਵੇ? ਸੌਰੀ, ਹਾਂਜੀ ਗੋਰਕੀ ਸਾਹਿਬ, ਆਪਣੇ ਹੱਥ ਹੀ ਖਾਲੀ ਨਹੀਂ ਹੈ ਤੇ ਮਾਲਕ ਦਏ ਕਿੱਥੇ? ਉਹ ਕਹਿੰਦਾ ਹੱਥ ਤਾਂ ਅੱਡ, ਤੂੰ ਤਾਂ ਹੱਥ ਹੀ ਬੰਦ ਕੀਤੇ ਹੋਏ, ਹੱਥ ਦੇ ਵਿੱਚ ਤੇਰੇ ਕੁਝ ਸਮਾਨ ਪਿਆ ਹੋਇਆ। ਉਹ ਤੇ ਨਿੱਜਰ ਸਾਹਿਬ ਸਮਾਨ ਦੂਜਾ ਫੜਿਆ ਹੋਇਆ। ਨਾਮ ਤੇ ਮੰਗਦਾ ਹੀ ਨਹੀਂ ਬੰਦਾ। ਦੇ ਤਾਂ ਦੇਵੇ ਨਾ ਕਿ ਡਿਮਾਂਡ ਕਰੀਏ ਨਿੱਜਰ ਸਾਹਿਬ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਕੋਈ ਮੰਗਦਾ ਹੀ ਨਹੀਂ। ਇਸ ਲਈ ਕਹਿੰਦੇ ਕਿ ਅਲੂਣੀ, ਜਿਹੜੀ ਅਲੂਣੀ ਚਟਨੀ ਹੈ, ਸਿਲ ਅਲੂਣੀ ਚੱਟੀ ਹੈ, ਸਿਲ ਅਲੂਣੀ ਚਟਨੀ ਪੈਣੀ ਹੈ ਭਾਈ। ਹਾਂ, ਟੇਸਟ ਨਹੀਂ ਹੈ, ਪਰ ਟੇਸਟ ਬਹੁਤ ਹੈ, ਬਹੁਤ। ਉਹ ਤੇ ਵੈਸੇ ਉਹਨਾਂ ਨੂੰ ਸਮਝਾਉਂਦੇ ਆਪਾਂ ਨੂੰ, ਇਹ ਤੇ ਬਹੁਤ ਵੱਡੀ ਗੱਲ ਹੈ। ਔਰ ਬੜੇ ਚੰਗੇ ਭਾਗ ਹੁੰਦੇ ਨੇ। ਜੇ ਆਪ ਜਿਹੜੀ ਕਥਾ ਸੁਣ ਰਹੇ ਹੋ ਨਾ, ਇਹ ਵੀ ਤੁਹਾਡੇ ਲੇਖੇ ਚ ਲਿਖੀ ਜਾ ਰਹੀ ਹੈ। बहुत कुछ कोशिश की कथा, आप कली कथा ही श्रवण करते जो ਤੁਹਾਡਾ जीवन बदल जाए। बहुत पावरफुल कबीर जी की कथा जो है वाच रहे हैं आप, जो जिन्नी क साडी बुद्धि है ਉਹਨੂੰ खोल रहे हैं। इस ज्ञान ਨੂੰ ਸੁਣਨ ਦੇ ਨਾਲ ਹੀ ਜੀਵਨ ਉੱਚਾ ਹੋ ਜਾਣਾ, ਕੱਲਾ ਸੁਣਨ ਦੇ ਨਾਲ। ਸੁਣਨਾ ਬਹੁਤ ਔਖਾ, ਸੁਣਦਾ ਥੋੜੀ ਬੰਦਾ, ਪਰ ਜਦੋਂ ਬਾਣੀ ਨੂੰ ਸੁਣਦਾ ਹੈ, ਤੁਸੀਂ ਰੋਜ਼ ਆ ਰਹੇ ਜੋ, ਉਹ ਪਰਮਾਤਮਾ ਦੀ ਨਜ਼ਰ ਚ ਜੋ ਬਹੁਤ ਵੱਡੀ ਕਿਰਪਾ। ਹੋਰ ਕੰਮ ਵੀ ਕਰਵਾ ਸਕਦਾ ਸੀ, ਪਰ ਤੁਸੀਂ ਉਸ ਸੰਸਾਰ ਦੇ ਜਿਹੜੇ ਕਾਰਜ ਬੰਦ ਕਰਕੇ ਉਸ ਪਰਮਾਤਮਾ ਦੀ ਕਥਾ ਨੂੰ ਵਰਣਨ ਕਰ ਰਹੇ ਆ, ਉਹਦੀ ਉਸਤਤੀ ਜਗਾਉਂਦੇ ਆਪਾਂ। ਕੀ ਕਰਨੇ ਆਪਾਂ? ਬਿਲਕੁਲ ਉਸਤਤ ਕੀ ਕਰ ਰਹੇ ਹਾਂ, ਉਹਦੀ ਤਾਰੀਫ ਹੀ ਕਰ ਰਹੇ ਹਾਂ। ਇਹ ਵੀ ਇੱਕ ਪ੍ਰਕਿਰਤੀ ਦੇ ਨਿਯਮ। ਆਪਾਂ ਲੋਕਾਂ ਨੂੰ ਗਲਤ ਥੋੜੀ ਕਹਿ ਰਹੇ ਹਾਂ, ਆਪਾਂ ਤਾਂ ਬਸ ਥੋੜਾ ਜਿਹੀਆਂ ਜਿਹੜੀਆਂ ਚੀਜ਼ਾਂ, ਜੇ ਕੋਈ ਕਾਲੀ ਹੈ ਤੈਨੂੰ ਕਾਲਾ ਕਹਿ ਦਿੰਦੇ, ਜੇ ਕੋਈ ਚਿੱਟੀ ਤਾਂ ਆਪਾਂ ਚਿੱਟੀ ਕਹਿ ਰਹੇ ਹਾਂ। ਕਿਉਂਕਿ ਨਿੰਦਿਆ ਦਾ ਮਤਲਬ ਇਹ ਨਹੀਂ ਆ ਕਿ ਆਪਾਂ ਗਲਤ ਨੂੰ ਸਹੀ ਕਹਿਣਾ ਹੈ। ਨਿੰਦਿਆ ਦਾ ਮਤਲਬ ਹੈ ਕੋਈ ਚੋਰ ਹੈਗਾ, ਤੈਨੂੰ ਚੋਰ ਕਹਿਣਾ ਪਊਗਾ ਸਾਨੂੰ, ਨਹੀਂ ਤੇ ਸਜ਼ਾ ਕਿੱਦਾਂ ਮਿਲੂਗੀ? ਧਰਤੀ ਤੇ ਬਹੁਤ ਗੜਬੜ ਹੋ ਜਾਏਗੀ। ਕੋਈ ਚੀਜ਼ ਹੈ, ਕੋਈ ਗਲਤ ਚੀਜ਼ ਵੇਚਦਾ ਹੈ, ਸਾਡਾ ਫਰਜ਼ ਬਣਦਾ ਹੈ ਦੱਸਣ ਦਾ ਕਿ ਇਹ ਬੰਦਾ ਜਿਹੜਾ ਹੈ ਡੁਪਲੀਕੇਟ ਚੀਜ਼ ਵੇਚਦਾ।
ਉਹ ਕੋਈ ਚੁਗਲੀ ਨਹੀਂ ਹੈਗੀ। ਜੇ ਕਬੀਰ ਜੀ ਨੇ ਬਨਾਰਸ ਦੇ ਠੱਗ ਕਿਹਾ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਨੂੰ ਬਦਨਾਮ ਕਰਨਾ ਚਾਹੁੰਦੇ, ਉਹ ਕੇਵਲ ਇਹ ਦੱਸਣਾ ਚਾਹੁੰਦੇ ਨੇ ਕਿ ਖਤਰਨਾਕ ਲੋਕ ਨੇ, ਇਹਨਾਂ ਨੇ ਧਰਮ ਨੂੰ ਹੀ ਜੀਵਨ ਦਾ ਇੱਕ ਕਾਰੋਬਾਰ ਬਣਾ ਲਿਆ ਹੈ। ਬਾਕੀ ਜਿਹੜੇ ਵੀ ਇਹ ਗੱਲ ਸੁਣਨਗੇ ਤੇ ਉਹ ਨਿਕਲ ਸਕਦੇ ਆ ਨਾ, ਬਚ ਸਕਦੇ ਆ, ਉਹਨਾਂ ਨੇ ਤਾਂ ਲੋਕਾਂ ਦਾ ਬਚਾਓ ਕੀਤਾ ਹੈ। ਹਾਂ, ਤੇ ਹੁਣ ਤੁਸੀਂ ਜਾ ਕੇ ਵੇਖ ਲਓ, ਤੇ ਕੁੜੀਆਂ ਨੇ ਇੱਕ ਦਿਨ ਫੇਸਬੁੱਕ ਤੇ ਪਾਈ ਸੀ, ਪੰਡਤ ਜੀ ਕਹਿੰਦੇ 200 ਰੁਪਇਆ ਦੋ ਤੇ ਤਾਂ ਤਿਲਕ ਲੱਗੂਗਾ ਮੱਥੇ ਤੇ। VIP ਪੂਜਾ ਹੁੰਦੀ ਆ, ਜਿਹੜੇ VIP ਹੁੰਦੇ ਉਹ ਪੈਸੇ ਦਿੰਦੇ ਨੇ ਪਤਾ ਨਹੀਂ ਕਿੰਨੇ ਹਜ਼ਾਰ, ਕੇਵਲ ਉਹੀ ਪੂਜਾ ਕਰ ਸਕਦੇ। ਪਰ ਉਸ ਕਹਿਣ ਤੋਂ ਭਾਵ ਹੈ ਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਕਬੀਰ ਜੀ ਨੇ ਸਮਝਾਇਆ ਹੈ, ਰੋਕਿਆ। ਜਿਹੜੀ ਨਿੱਜਰ ਸਾਹਿਬ ਥੋੜੀ ਜਿਹੀ ਬਾਣੀ ਹੋਰ। ਹਾਂਜੀ, ਇੱਕ ਹੋਰ ਲੈ ਲੈਣੇ। ਖੱਖਾ ਖੋਜ ਪਰੈ ਜੋ ਕੋਈ, ਜੋ ਖੋਜੈ ਸੋ ਬੋਹਰ ਨਾ ਹੋਈ। ਕਹਿੰਦੇ ਬਸ, ਕਹਿੰਦੇ ਖੋਜ ਹੀ ਨਹੀਂ ਕਰਦਾ ਕੋਈ ਧਿਆਨ ਸਿਮਰਨ ਕਰਦਾ ਹੀ ਨਹੀਂ, ਕੋਈ ਪ੍ਰੈਕਟੀਕਲ ਕਰਦਾ ਹੀ ਨਹੀਂ ਹੈ। ਖੱਖੇ ਅੱਖਰ ਤੋਂ ਗਿਆਨ ਦੇ ਰਿਹਾ। ਖੱਖਾ ਖੋਜ ਪਰੇ ਜੋ ਕੋਈ, ਕਹਿੰਦੇ ਕੋਈ ਵੀ ਜਿਹੜਾ ਵੀ ਖੋਜੂਗਾ, ਜੋ ਖੋਜੂਗਾ ਉਹ ਪਾਊਗਾ। ਖੱਖਾ ਖੋਜ ਪਰੇ ਜੋ ਕੋਈ, ਜੋ ਖੋਜੈ ਸੋ ਬੋਹਰ ਨਾ ਹੋਈ। ਔਰ ਇੱਕ ਗੱਲ ਹੋਰ ਹੈਗੀ ਆ, ਜਿਹੜਾ ਧਿਆਨ ਸਿਮਰਨ ਕਰਨ ਬੈਠ ਗਿਆ ਉਹ ਉੱਠੂਗਾ ਤੇ ਉਹ ਜਿਹਾ ਹੋਊਗਾ ਨਹੀਂ, ਉਹਦੇ ਅੰਦਰ ਪਰਿਵਰਤਨ ਆ ਗਿਆ। ਖੱਖਾ ਖੋਜ ਪਰੇ ਜੋ ਕੋਈ, ਜੋ ਖੋਜੇ ਸੋ ਬੋਹਰ ਨਾ ਹੋਈ। ਖੋਜ ਬੂਝ ਜੋ ਕਰੇ ਵਿਚਾਰਾ, ਬਸ ਆਹੀ ਕੰਮ ਕਰਨਾ ਹੈ, ਖੋਜਣਾ ਹੈ ਤੇ ਬੁੱਝਣਾ ਹੈ, ਖੋਜਣਾ ਹੈ ਤੇ ਬੁੱਝਣਾ ਹੈ। ਆਪਣੇ ਅਵਗੁਣ ਬੁੱਝੀ ਜਾਣੇ, ਅਵਗੁਣ ਆਪਣੇ ਆਪ ਅਵਗੁਣ ਨਿਕਲੀ ਜਾਣੇ। ਖੋਜ ਬੂਝ ਜੋ ਕਰੇ ਵਿਚਾਰਾ, ਤੋ ਭੌਜਲ ਤਰਤ ਨਾ ਲਾਵੇ ਬਾਰਾ। ਫਿਰ ਕਹਿੰਦੇ ਸੰਸਾਰ ਸਮੁੰਦਰ ਨੂੰ ਤਰਦੇ ਟਾਈਮ ਨਹੀਂ ਲੱਗਦਾ। ਹਾਂਜੀ ਬੇਟਾ। ਹਾਂਜੀ, ਬਿਲਕੁਲ ਠੀਕ ਹੈ ਜੀ। ਕਬੀਰ ਜੀ ਫਿਰ ਆਪਾਂ ਨੂੰ ਸਮਝਾ ਰਹੇ ਨੇ, ਕਹਿੰਦੇ ਖੱਖਾ ਖੋਜ ਪਰੇ ਜੋ ਕੋਈ। ਕੋਈ ਦਾ ਮਤਲਬ ਇਹ ਨਹੀਂ ਕਿ ਸਾਰੇ, ਕੋਈ ਜੇ ਕੋਈ ਕਰਦਾ ਹੈ ਤੇ ਕੀ ਹੋਊਗਾ, ਜੋ ਖੋਜੇ। ਫਿਰ ਕਹਿੰਦੇ ਆ ਉਹ, ਫਿਰ ਵੇਖੋ, ਉਹ ਜੋ ਖੋਜੇ ਸੋ ਬੋਹਰ ਨਾ ਹੋਈ। ਜਿਹੜਾ ਵੀ ਖੋਜੇਗਾ ਉਹ ਫਿਰ ਵਾਪਸ ਭਵਜਲ ਸਾਗਰ ਚ ਡੁੱਬਦਾ ਨਹੀਂ, ਉਹ ਤੈਰ ਜਾਂਦਾ ਹੈ, ਉਹ ਪ੍ਰਮਾਤਮਾ ਕੋ ਚਲ ਜਾਂਦਾ ਹੈ, ਉਹ ਪਾਰ ਬ੍ਰਹਮ ਚ ਚਲ ਜਾਂਦਾ ਹੈ, ਉਹਨੂੰ ਪਰਾ ਵਿਦਿਆ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਇਹ ਨਹੀਂ ਹੁੰਦਾ, ਹੁਣ ਆਪਾਂ ਸਾਬਣ ਦੇ ਨਾਲ ਕੱਪੜਾ ਸੰਪਰਕ ਚ ਆਉਂਦਾ ਨਾ, ਦੇਖੋ ਕੱਪੜਾ ਭਾਵੇਂ ਇੱਕ ਮਿੰਟ ਵੀ ਸਾਬਣ ਦੇ ਸੰਪਰਕ ਚ ਆਉਂਦਾ ਹੈ, ਸਾਬਣ ਦਾ ਕੰਮ ਹੈਗਾ ਉਹਦੀ ਮਲੀਨਤਾ ਨੂੰ ਦੂਰ ਕਰਨਾ। ਇਸੇ ਲਈ ਧਿਆਨ ਸਿਮਰਨ ਹੈ। ਹੁਣ ਡਿਪੈਂਡ ਹੈ ਕਿ ਸਾਡਾ ਚਿੱਤ ਕੀਤਾ ਕਿੰਨਾ ਕੁ ਖਰਾਬ ਹੈ। ਇਸੇ ਲਈ ਕਿਉਂਕਿ ਸੰਸਕਾਰ ਇੱਕਦਮ ਬਣਦੇ ਨਹੀਂ ਤੇ ਇੱਕਦਮ ਨਸ਼ਟ ਨਹੀਂ ਹੁੰਦੇ। ਕਈ ਲੋਕ ਇੱਕ ਕੰਮ ਬਹੁਤ ਛੇਤੀ ਕਰ ਲੈਂਦੇ। ਹੁਣ ਪਹਿਲੀ ਗੱਲ, ਤੁਸੀਂ ਟਾਰਗੇਟ ਧਾਰਿਆ ਹੋਵੇ ਕਿ ਵੀ ਇਹ ਮਹੀਨਾ ਮੈਂ ਲਗਾਤਾਰ ਬੰਦਗੀ ਕਰਨੀ ਆ, ਤੇ ਤੁਸੀਂ ਕਰ ਵੀ ਸਕਦੇ। ਜੇ ਤੁਸੀਂ ਟਾਰਗੇਟ ਹੀ ਨਹੀਂ ਧਾਰਿਆ, ਤੁਸੀਂ ਲਾਸਟ ਲਿਸਟ ਤੇ ਆ ਕੇ ਬੈਠੇ ਜੋ ਕਿ ਕਿੱਥੋਂ ਖੋਜ ਕਰਨੀ ਆ ਪਰਮਾਤਮਾ ਦੀ। ਖੋਜ ਦਾ ਮਤਲਬ ਹੈ ਕਿ ਰਾਤ ਨੂੰ ਜਾਂ ਦਿਨੇ ਜਦੋਂ ਵੀ ਟਾਈਮ ਮਿਲੇ ਆਪਣੇ ਜੀਵਨ ਦਾ ਇੱਕ ਧਰਮ ਬਣਾ ਲਓ, ਇੱਕ ਹਿੱਸਾ ਬਣਾ ਲਓ ਕਿ ਮੈਂ ਬੰਦਗੀ ਕਰਨੀ ਆ। ਬਿਲਕੁਲ। ਤੇ ਫਿਰ ਜਦੋਂ ਖੋਜੋਗੇ ਤੇ ਫਿਰ ਕੀ ਹੋ ਜਾਊਗਾ, ਤੇ ਫਿਰ ਕਹਿੰਦੇ ਬੋਲ ਨਾ ਹੋਈ। ਫਿਰ ਕਿਸੇ ਤੇਰਾ ਮਤਲਬ ਹੀ ਖੋਜ ਕਰਨਾ ਵਾ। ਤੂੰ ਇਹ ਕੋਸ਼ਿਸ਼ ਕਰ ਕਿ ਮੈਂ ਉਹਨੂੰ ਲੱਭਣਾ, ਲੱਭੂਗਾ ਮੈਂ ਉਹਨੂੰ। ਲੱਭਣਾ ਮਤਲਬ ਧਿਆਨ ਸਿਮਰਨ ਕਰਨਾ ਹੀ ਉਹਨੂੰ ਲੱਭਣਾ ਹੈ। ਕਿਤੇ ਲੱਭਣ ਨਾ ਚੱਲ ਜਿਓ ਬਾਹਰ। ਇਹ ਲੱਭਣਾ ਆਪਣੇ ਆਪ ਦੇ ਅੰਦਰ ਚਿੰਤਨ ਨੂੰ ਵੇਖਣਾ, ਵਿਚਾਰਾਂ ਨੂੰ ਸਮਾਪਤ ਕਰਨਾ, ਧਿਆਨ ਨੂੰ ਇਕਾਗਰ ਕਰਨਾ। ਮਨ ਟੁੱਟ ਜਾਂਦਾ ਹੈ, 2-4 ਮਿੰਟ ਬਾਅਦ ਪਤਾ ਲੱਗਦਾ ਹੈ ਮੈਂ ਪਹੁੰਚ ਜਾਂਦਾ ਪਿੰਡ, ਉੱਥੇ ਪੈਲੀਆਂ ਵਾਹੁਣ ਡੈ ਪੈਂਦਾ, ਹੋਸ਼ ਆ ਗਈ ਹੈ, ਫਿਰ ਵਾਪਸ ਲੈ ਆ। ਬਿਲਕੁਲ। ਇਹ 2 ਮਿੰਟ ਰੁਕਿਆ, ਫਿਰ ਮੇਰਾ ਨਿਆਣਿਆਂ ਦੀਆਂ ਫੀਸਾਂ ਦੇਣੀਆਂ ਸਕੂਲ ਦੀਆਂ, ਸਕੂਲ ਕਦੋਂ ਖੁੱਲਣਗੇ, ਫਿਰ ਵਾਪਸ ਲੈ ਆਓ। ਅੱਛਾ, ਉਹ ਦੁੱਧ ਵਾਲੇ ਦੇ ਪੈਸੇ ਦੇਣ ਵਾਲੇ ਸੀ, ਉਹ ਕਿੱਥੋਂ ਆਉਣਗੇ, ਕੀ ਕਰਨਾ ਅਰੇਂਜਮੈਂਟ, ਉਹ ਕੀ ਫਿਰ ਲੈ ਆਉਣ। ਏਦਾਂ ਹੀ ਪ੍ਰੈਫਰ ਕਰਦਾ ਕਿ ਤੁਹਾਡਾ ਮਨ। ਬਿਲਕੁਲ। ਉਹਨੂੰ ਵਾਪਸ ਲਿਆਓ ਮੋੜ ਤੇ। ਹੁਣ ਜਦੋਂ ਮੱਝਾਂ ਚਾਰਦੇ ਨੇ ਲੋਕ ਜਾਂ ਭੇਡਾਂ ਚਾਰਦੇ ਨੇ, ਉਹ ਇਹ ਥੋੜੀ ਕਿ ਇੱਕ ਡੰਡਾ ਮਾਰ ਕੇ ਸਾਈਡ ਤੇ ਹੋ ਕੇ ਬਹਿ ਜਾਂਦੇ ਆ, ਉਹ ਨਾਲ ਹੀ ਰਹਿੰਦੇ ਨੇ ਭੇਡਾਂ ਦੇ। ਜਦੋਂ ਵੀ ਭੇਡ ਕਿਸੇ ਕਿਸਾਨ ਦੇ ਫਸਲ ਚ ਵੜਨ ਦੀ ਕੋਸ਼ਿਸ਼ ਕਰਦੀ, ਉਹਨੂੰ ਡਾਂਟਦੇ ਨੇ, ਉੱਥੇ ਰੋਕਦੇ ਨੇ। ਉਹ ਇਹੋ ਹੀ ਉਹਨਾਂ ਦਾ ਕੰਮ ਆ। ਤੇ ਧਿਆਨ ਚ ਤੁਸੀਂ ਕੀ ਕਰਨਾ, ਇਹੋ ਤੇ ਕੰਮ ਕਰਨਾ, ਡੰਡਾ ਫੜ ਕੇ ਰੱਖਣਾ ਆਪਣੇ ਹੱਥ ਚ। ਬਿਲਕੁਲ, ਇਹੀ ਕਹਿ ਰਹੇ ਕਿ ਦੇਖੋ ਕੁੱਟ ਮਨ ਕਸਵੱਟੀ ਲਾਵੇ, ਕੁੱਟ ਕੇ ਲਾਉਣਾ ਹੈ ਮਨ ਨੂੰ। ਉਹਨੂੰ ਲਾਉਣਾ ਪੈਣਾ, ਉਹਨੂੰ ਕਸਵੱਟੀ ਦੇ ਨਾਲ ਲਾਓਗੇ, ਉਹ ਬ੍ਰਹਮ ਦੇ ਨਾਲ ਲਾਓਗੇ
ਔਰ ਜਦੋਂ ਵੀ ਉਹਦੇ ਟੱਚ ਤੇ ਆਪਾਂ ਜਾਂਦੇ ਆ ਤੇ ਉਸੇ ਟਾਈਮ ਹੀ ਉਹਨਾਂ ਹੀ ਚਮਕ ਜਾਣਾ ਜੀ, ਕਿਉਂਕਿ ਭਾਰਤ ਆ ਉਹ ਨਿਰਵਿਚਾਰ ਹੋ ਗਏ, ਭਾਰਤ ਦੇ ਲਾਗੇ ਗਏ, ਉਹ ਭਾਰਤ ਨੇ ਕੰਮ ਕਰ ਦੇਣਾ। ਉਹ ਵੱਖਰੀ ਸਾਡੀ ਬੁੱਧੀ ਆ, ਸਾਡੀ ਬੁੱਧੀ ਦੀ ਵਧੀਆ ਨਹੀਂ, ਉਹਨੂੰ ਕੈਚਅਪ ਨਹੀਂ ਕਰ ਪਾਉਂਦੀ, ਪਰ ਸਾਡਾ ਕੰਮ ਹੈ ਧਰਤੀ 'ਚ ਬੀਜ ਨੂੰ ਬੀਜਣਾ। ਉਸ ਤੋਂ ਬਾਅਦ ਤੇ ਪ੍ਰਕਿਰਤੀ ਦਾ ਕੰਮ ਹੈ ਉਹਨੂੰ ਵੱਡਾ ਕਰਨਾ, ਉਹਨੂੰ ਫਲ ਲਾਉਣੇ। ਕੋਈ ਅਸੀਂ ਥੋੜੀ ਕਹਿਣ ਜਾਂਦੇ ਆ ਇਹਨੂੰ ਅੰਬ ਲੱਗ ਜਾਣ, ਮੈਂ ਥੋੜੀ ਕਹਿੰਦਾ ਕਿ ਅਮਰੂਦ ਲੱਗ ਜਾਣ, ਉਹ ਤੋਂ ਬਾਅਦ ਰੁੱਖ ਨੂੰ ਲੱਗਣੇ ਆ। ਸਾਡਾ ਕੰਮ ਉਹਨੂੰ ਬੀਜ ਕੇ ਧਰਤੀ 'ਚ ਨੂੰ ਸਾਂਭ ਕੇ ਰੱਖ ਦੇਣਾ। ਬਸ ਜੱਟ ਦਾ ਕੰਮ ਇੰਨਾ ਹੁੰਦਾ। ਧਿਆਨ ਸਿਮਰਨ ਵੀ ਸਾਡਾ ਇੰਨਾ ਹੀ ਕੰਮ ਹੈ, ਬੰਦਗੀ ਕਰਨੀ ਆ। ਉਹ ਬੀਜ ਨੂੰ, ਮਨ ਰੂਪੀ ਬੀਜ ਨੂੰ ਉੱਥੇ ਬੀਜਣਾ ਪੈਣਾ ਉੱਤੇ, ਪਰ ਤੁਸੀਂ ਮਨ ਨੂੰ ਤੇ ਲਈ ਫਿਰਦੇ ਜੇ ਤੇ ਉਹ ਜਿਹੜਾ ਬੀਜ, ਉਹ ਬੀਜਣਾ ਕਿਹਨੂੰ ਉੱਥੇ ਧਰਤੀ 'ਚ। ਧਿਆਨ ਦੇ ਸਿਮਰਨ ਦੇ ਵਿੱਚ ਮਤਲਬ ਕਿ ਮਨ ਰੂਪੀ ਬੀਜ ਨੂੰ ਉੱਥੇ 5-10 ਮਿੰਟ, ਅੱਧਾ ਘੰਟਾ ਉਸ ਬ੍ਰਹਮ ਦੇ ਵਿੱਚ ਬੀਜਣਾ। ਉਹਨੂੰ ਬੀਜ ਦਿੱਤਾ ਤੇ ਫਿਰ ਪ੍ਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ, ਤੁਸੀਂ ਖੁਦ ਹੀ ਪ੍ਰਮਾਤਮਾ ਹੋ ਜਾਣਾ। ਹਾਂਜੀ ਨਿੱਜਰ ਸਾਹਿਬ, ਅੱਜ ਦੀ ਵਿਚਾਰ ਇੱਥੇ। ਹਾਂਜੀ, ਬਹੁਤ ਵਧੀਆ। ਅੱਜ ਤਾਂ ਕਮਾਲ ਹੋ ਗਈ ਗੋਰਖੀ ਸਾਹਿਬ, ਮਾਲਕ ਦੀ ਬਹੁਤ ਮਿਹਰਬਾਨੀ ਹੈ, ਇਹ ਬਹੁਤ ਹੀ ਕਮਾਲ। ਨਿੱਜਰ ਸਾਹਿਬ ਬਾਣੀ ਤੇ ਨਾ ਭਰਮ ਨੂੰ, ਅਗਿਆਨ ਨੂੰ ਵੱਢਦੀ ਹੈ। ਵੱਢਦੀ ਕਿਉਂ ਆ? ਕਿਉਂਕਿ ਇਹੋ ਹੀ ਤੇ ਰੁਕਾਵਟ ਹੈ, ਸਾਨੂੰ ਜੜ ਦੇ ਨਾਲ ਜੋੜ ਦਿੱਤਾ ਗਿਆ ਵਾ, ਔਰ ਸਾਨੂੰ ਜੜ ਦਾ ਹੀ ਗਿਆਨ ਕਰਾਉਂਦੇ ਨੇ ਲੋਕ। ਕਿਉਂਕਿ ਜਿਹੜਾ ਨਿੱਜਰ ਸਾਹਿਬ ਜਿੱਥੇ ਬੈਠਾ ਉਹਨੇ ਉਹੀ ਗਿਆਨ ਕਰਾਉਣਾ ਵਾ। ਬਿਲਕੁਲ। ਹੁਣ ਜਿਹੜੇ ਬੰਦੇ ਨੇ ਬਿਸਕੁਟ ਬਣਾਏ ਆ ਉਹ ਰਸ ਦੇ ਬਾਰੇ ਕਿੱਥੋਂ ਦੱਸੂਗਾ? ਜਿਹੜੇ ਬੰਦੇ ਨੇ ਜ਼ਿੰਦਗੀ 'ਚ ਰਸ ਬਣਾਏ ਆ ਉਹਨੇ ਸਮੋਸਿਆਂ ਦੇ ਬਾਰੇ ਕਿੱਥੋਂ ਦੱਸਣਾ? ਉਹਦੇ ਲਈ ਤੇ ਰਸ, ਉਹਦੇ ਲਈ ਤੇ ਉਹੀ ਹੈ ਨਾ ਮਾਸਟਰ ਉਹਦਾ ਹੈਗਾ ਕਿ ਜਿਹੜੀ ਚੀਜ਼ ਉਹ ਬਣਾ ਰਿਹਾ। ਬਿਲਕੁਲ। ਹੁਣ ਇੱਥੇ ਬ੍ਰਹਮ ਗਿਆਨੀਆਂ ਦਾ ਮਤਲਬ ਇਹ ਹੁੰਦਾ ਹੈ ਕਿ ਸਾਨੂੰ ਭਰਮ ਤੋਂ, ਅਗਿਆਨ ਤੋਂ, ਕਰਮ ਕਾਂਡ ਤੋਂ ਮੁਕਤ ਕਰਨਾ। ਤੇ ਇੱਕ ਛੋਟਾ ਜਿਹਾ ਹੀ ਕੰਮ ਹੁੰਦਾ ਵਾ। ਉਹਨਾਂ ਦੀ ਕੋਸ਼ਿਸ਼ ਇੰਨੀ ਆ ਕਿ ਅਨਮਨੀ ਅਵਸਥਾ ਪ੍ਰਾਪਤ ਕੀਤੀ ਜਾਵੇ, ਕਹਿਣ ਤੋਂ ਭਾਵ ਵਿਚਾਰਾਂ ਤੋਂ ਮੁਕਤ। ਇਸ ਅਵਸਥਾ 'ਚ ਜੋ ਵੀ ਬੰਦਾ ਆਪਣਾ ਸਮਾਂ ਇਨਵੈਸਟ ਕਰਦਾ ਹੈ, 2-2, 4-4 ਮਿੰਟ, 10-10 ਮਿੰਟ ਤੁਸੀਂ ਲਾਉਣੇ ਸ਼ੁਰੂ ਕਰ ਦਿਓ, ਤੁਹਾਡਾ ਜੀਵਨ ਉੱਚਾ। ਬਾਕੀ ਰੋਟੀਆਂ ਰਾਟੀਆਂ ਜਿਹੜੀਆਂ ਪਕਾਉਣ ਦੀਆਂ ਗੱਲਾਂ ਕਰਦੇ, ਜੋ ਕੰਮ ਕੁੰਮ ਏਦਾਂ ਹੀ ਹੁੰਦੇ ਰਹਿਣੇ ਆ। ਇਹ ਸੰਸਾਰ ਏਦਾਂ ਹੀ ਚੱਲਦਾ ਰਹਿਣਾ ਵਾ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਿਓ, ਇੱਥੋਂ ਲੱਭਣਾ ਕੁਛ ਨਹੀਂ ਆ। ਕੰਮ ਕਰ ਲਓ, ਪਰ ਧਰਮ ਦੇ ਵਿੱਚ ਜਦ ਤੱਕ ਸਾਡੇ ਜੀਵਨ 'ਚ ਧਰਮ ਨਹੀਂ ਆਉਂਦਿਆ, ਉਚਾਈ ਨਹੀਂ ਆਉਂਦੀ, ਇਹ ਚਿੰਤਾ ਦਾ ਵਿਸ਼ਾ ਹੈ। ਉਹ ਚੰਗੀ ਚੀਜ਼, ਕਿਉਂਕਿ ਸਮਾਂ ਹੱਥੋਂ ਜਾ ਰਿਹਾ ਔਰ ਅਸੀਂ ਬਹੁਤ ਢਿੱਲੇ ਬੈਠੇ ਹਾਂ। ਢਿੱਲੇ ਕੀ ਬੈਠੇ ਆ? ਅਸੀਂ ਖਲਾਰਾ ਪਾ ਕੇ ਬੈਠੇ ਹਾਂ। ਕਿਹੜੀ ਟ੍ਰੇਨ 'ਚ? ਜਿਹੜੀ ਟ੍ਰੇਨ ਦੇ ਵਿੱਚ ਸਾਡੀ ਬੈਗੜੀ ਚੁੱਕ ਕੇ ਬਾਹਰ ਮਾਰਨੀ ਨਿੱਜਰ ਸਾਹਿਬ ਉਹਨਾਂ ਅਸੀਂ ਉਹ ਬੈਗੜੀ ਖੋਲ ਕੇ ਬੈਠੇ ਆ। ਅਸੀਂ ਲੋਕਾਂ ਨੂੰ ਦੱਸਣ ਦੇ, ਆਹ ਵੇਖੋ ਜੀ ਸਾਡੀ ਕਾਰ, ਆਹ ਵੇਖੋ ਜੀ ਸਾਡਾ ਕਾਰ, ਇੱਧਰ ਆਓ ਜੀ, ਇੱਧਰ ਜਾਓ। ਪਰਮਾਤਮਾ ਕਹਿੰਦਾ ਵੇਖ ਭੋਲਿਆ, ਤੂੰ ਬੈਠਾ ਐਸੀ ਟ੍ਰੇਨ 'ਚ ਆ, ਕੋਈ ਗਰੰਟੀ ਨਹੀਂ ਹੈਗੀ। ਔਰ ਤੇ ਕਿੱਦਾਂ ਬੰਦਾ ਵਿਚਰਿਆ ਪਿਆ ਰੱਬ ਨੂੰ ਭੁੱਲ ਕੇ ਬੈਠਾ, ਇਹਨੂੰ ਪਤਾ ਹੀ ਨਹੀਂ ਮੈਂ ਕਿੱਥੇ ਆਇਆ। ਔਰ ਇਹ ਨਹੀਂ ਮੈਂ ਕਹਿੰਦਾ ਕਿ ਚਲੋ ਜਾਣਾ ਤੇ ਸਾਰਿਆਂ ਨੇ ਆ, ਕਮ ਸੇ ਕਮ ਇਹ ਗ੍ਰੰਥਾਂ ਦੇ ਵਿੱਚ ਜੋ ਲਿਖਿਆ ਉਹਨੂੰ ਪੜ੍ਹ ਤੇ ਲਈ, ਉਹਨੂੰ ਸਮਝ ਤੇ ਲਈ। ਇਹ ਕਹਿਣੇ ਕੀ ਚਾਹੁੰਦੇ ਨੇ ਗ੍ਰੰਥ? ਤੇ ਗ੍ਰੰਥ ਤੇ ਕਹਿੰਦੇ ਆ ਕਿ ਭਗਤੀ ਕਰ ਪਈ। ਜਦੋਂ ਤੇਰਾ ਮਨ 2-4 ਮਹੀਨੇ ਰੁਕਣ ਲੱਗ ਪਿਆ ਨਾ, ਉਸ ਤੋਂ ਬਾਅਦ ਫਿਰ ਤੈਨੂੰ ਕੋਈ ਗ੍ਰੰਥ ਪੜ੍ਹਨ ਦੀ ਲੋੜ ਨਹੀਂ, ਤੈਨੂੰ ਖੁਦ ਹੀ ਪਤਾ ਲੱਗ ਜਾਣਾ ਕੀ ਸਹੀ ਤੇ ਕੀ ਗਲਤ ਹੈ ਨਿੱਜਰ ਸਾਹਿਬ। ਬਿਲਕੁਲ ਸਹੀ ਹੈ। ਔਰ ਗੋਰਖੀ ਸਾਹਿਬ ਤੁਸੀਂ ਨਾ ਇੱਕ ਗੱਲ ਕਹੀ ਸੀ ਨਾ ਸਮੋਸਿਆਂ ਦੀ, ਤੇ ਹੋਰ ਜਿਹੜੀ ਹੈਗੀ ਆ ਬਈ ਰਸਾਂ ਦੀ ਗੱਲ, ਤੇ ਦੂਸਰੀ ਪਾਤਸ਼ਾਹੀ ਸੇਮ ਗੱਲ ਕਹਿੰਦੇ ਆ। ਕਹਿੰਦੇ ਮੰਤਰੀ ਹੋਏ ਅਠੂਹਿਆਂ ਨਾਗੀ ਲੱਗੇ ਜਾਏ। ਕਹਿੰਦੇ ਮੰਤਰੀ ਕਹਿੰਦੇ ਆ ਮੰਤਰ ਜਿਹੜਾ ਹੈਗਾ ਸਾਧਨਾ, ਤੇ ਅਠੂਏ ਕਹਿੰਦੇ ਆ ਇਹ ਜਿਹੜੇ ਹੈਗੇ ਬਿੱਛੂ ਜਿਹੜੇ ਹੈਗੇ, ਇਹਨਾਂ ਦਾ ਜਿਹੜਾ ਹੈਗਾ, ਠੂਹਿਆਂ ਦਾ ਜਿਹੜਾ ਹੈਗਾ, ਉਹਨਾਂ ਦੇ ਬਾਰੇ ਜਾਣਕਾਰੀ ਹੈਗੀ। ਜਾ ਕੇ ਨਾਗਾਂ ਦੇ ਨਾਲ, ਸੱਪਾਂ ਦੇ ਨਾਲ ਜਾ ਕੇ ਪੰਗਾ ਲੈ ਲਿਆ ਉਹਨੇ ਬਸ। ਉਹਨੇ ਗਲਤ ਚੀਜ਼ ਨੂੰ ਫੜ ਲਿਆ, ਉਹ ਗਿਆਨ ਨਹੀਂ ਹੈਗਾ। ਹਾਂ, ਤੇ ਹੋਊਗਾ ਕੀ? ਦੇਖੋ ਕਹਿੰਦੇ ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ। ਕਹਿੰਦੇ ਆਪਣੇ ਆਪ ਹੀ ਪੰਗਾ ਲਿਆ, ਆਪਣੇ ਆਪ ਨੂੰ ਮਾਰ ਲਊਗਾ ਬਸ। ਹਾਂ, ਗਿਆਨ ਨਹੀਂ ਹੈਗਾ। ਤੇ ਗਿਆਨ ਤੋਂ ਬਿਨਾਂ ਕਹਿੰਦੇ ਆ ਕਿ ਜਿਹੜੀ ਫੀਲਡ ਦਾ ਜਿਹੜਾ ਬੰਦਾ ਗਿਆਨੀ ਹੈ ਨਾ, ਉਹ ਬੰਦੇ ਨੂੰ ਹੀ ਉਸ 'ਚ ਪੰਗਾ ਲੈਣਾ ਚਾਹੀਦਾ। ਜਦੋਂ ਫੀਲਡ ਦੇ ਬਾਰੇ ਪਤਾ ਕੁਛ ਨਹੀਂ, ਐਵੇਂ ਨਜਾਇਜ਼ ਹੀ ਕਹਿੰਦੇ ਹੁਣ ਠੂਹਿਆਂ ਦਾ ਕੰਮ ਸੀ ਤੇ ਸੱਪਾਂ ਦੇ ਨਾਲ ਪੰਗਾ ਲੈ ਲਿਆ। ਇਹ ਸਾਰੇ ਇਸ ਤਰ੍ਹਾਂ ਹੀ ਕਰ ਰਹੇ ਆ ਗੋਰਖੀ ਸਾਹਿਬ। ਦੇਖ ਲਓ, ਜਿੰਨੇ ਮਰਜ਼ੀ ਦੇਖ ਲਓ, ਜਿਹਦੇ ਨਾਲ ਮਰਜ਼ੀ ਗੱਲ ਕਰੋ, ਸਾਰੇ PhD ਕੀਤੀ ਹੋਈ ਆ ਇਹਨਾਂ ਨੇ। ਇਹ ਧਰਮ ਦੀ ਫੀਲਡ ਦੇ ਉੱਤੇ
ਇਹ ਜਿਹੜਾ ਹੈਗਾ ਧਿਆਨ ਸਿਮਰਨ ਤੇ ਭਗਤੀ ਮਾਰਗ ਦੇ ਉੱਤੇ ਸਾਰੇ PhD ਹੋਲਡਰ ਹੈਗੇ, ਜਿੰਨਾ ਮਰਜ਼ੀ ਗੱਲ ਕਰ ਲਓ। ਮੈਂ ਉਹਨਾਂ ਦੀ ਪਾਲਣਾ ਵਾ, ਇਹਨੇ ਸਾਹਿਬ ਜੀ ਦੀ, ਆਪਣੇ ਢੱਡਰੀਆਂ ਵਾਲੇ ਸਾਹਿਬ ਜੀ ਦੀ ਬਾਣੀ ਸੰਗਤ ਦੇ ਵਿੱਚ ਰੋਸ ਵੀ ਆਇਆ ਹੋਊਗਾ। ਚਰਨਜੀਤ ਨਿੱਤਿਆ ਕਰਨ ਦਿਆ ਦੀ ਢੱਡਰੀਆਂ ਵਾਲੇ ਸਾਹਿਬ ਦੀ, ਪਰ ਨਹੀਂ, ਉਹਨੂੰ ਵਿਚਾਰੇ ਨੂੰ ਕੁਛ ਨਹੀਂ ਪਤਾ, ਉਹਨੂੰ ਕੁਛ ਵੀ ਨਹੀਂ ਪਤਾ। ਪਰ ਉਹ ਵੇਖ ਲਓ ਕੀ ਕਹਿੰਦੇ ਆ, ਕਹਿੰਦਾ ਕਿ ਧਿਆਨ ਸਿਮਰਨ ਜਿਹੜਾ ਹੈਗਾ ਜੋਗੀਆਂ ਦਾ ਕੰਮ ਹੈ। ਮੈਂ ਬਾਣੀ ਪੜ੍ਹੀ ਨਹੀਂ ਵਿਚਾਰਿਆ, ਤਰਸਦੇ ਲੋਕ ਹੀ ਨੇ, ਤਰਸਯੋਗ ਲੋਕ ਨੇ। ਤੇ ਉੱਥੇ ਗੁਰਦੁਆਰਾ ਬਣਾਇਆ ਪਰਮੇਸ਼ਰ ਦਵਾਰ, ਫਿਰ ਕਹਿੰਦੇ ਕਿ ਉਹਦਾ ਮੈਂ ਬਾਗ ਬਣਾਇਆ ਸੀ, ਕੁਝ ਕੁਟੀਆਂ ਬਣਾਈਆਂ ਸੀ ਧਿਆਨ ਸਿਮਰਨ ਕਰਨ ਵਾਸਤੇ। ਆਪ ਹੀ ਆਪਣੇ ਚ ਫਸ ਗਿਆ। ਨਿਜਤਾ ਵੇਖ ਲਓ ਬੰਦਾ, ਇਹ ਸੱਚ ਨੂੰ ਤੁਸੀਂ ਰੋਕ ਨਹੀਂ ਸਕਦੇ ਜੋ, ਸੱਚ ਤੇ ਪ੍ਰਗਟ ਹੋ ਜਾਣਾ। ਪ੍ਰਕਿਰਤੀ ਰੌਲਾ ਪਾਉਂਦੀ ਆ ਨਿਜਤ ਸਾਹਿਬ, ਜੋ ਮੇਰੇ ਅੰਦਰ ਹੈਗਾ ਮੇਰੇ ਕੋਲ ਬੁਲਾ ਦੇਣਾ ਉਹਨੇ। ਬਿਲਕੁਲ ਆਰਾਮ ਨਹੀਂ। ਵੇਖ ਲਓ ਉਹ ਖੁਦ ਹੀ ਫਸ ਗਿਆ। ਉਹ ਕਿੱਥੇ ਕੁੜੀ ਵੇਖੋ ਉਹਨੂੰ ਘਰੇ ਲਿਆਂਦਾ ਨੇ, ਇੱਕ ਟਾਈਮ ਹੈ ਉਹ ਕਾਲ ਬਣ ਗਈ। ਇਹ ਦੇਖੋ, ਜੇ ਪ੍ਰਕਿਰਤੀ ਚਾਹਵੇ ਨਾ ਤੇ ਪ੍ਰਕਿਰਤੀ ਕਿਸੇ ਨੂੰ ਗੰਦ ਨਹੀਂ ਪਾਉਣ ਦਿੰਦੀ ਧਰਤੀ ਤੇ। ਬੇਸ਼ੱਕ ਜੀਵ ਨੂੰ ਧਰਤੀ ਤੇ ਬੰਨਣਾ ਚਾਹੁੰਦੀ ਆ, ਪਰ ਉਹਦੇ ਮੂੰਹ ਚੋਂ ਸੱਚ ਵੀ ਕਢਵਾ ਦਿੰਦੀ। ਤੇ ਉਹ ਵੇਖ ਲਓ, ਮੈਂ ਕਥਾ ਉਹਨਾਂ ਦੀ ਪਾਵਾਂਗਾ, ਉਹਨਾਂ ਦੇ ਵਿਚਾਰ ਸੁਣਿਓ ਸਾਧ ਸੰਗਤ ਜੀ। ਆਪ ਬਾਣੀ ਪੜ੍ਹ ਰਹੇ ਨਾ ਗੁਰੂ ਗ੍ਰੰਥ ਸਾਹਿਬ ਚ, ਇਹ ਵੇਖੋ ਇਹਨਾਂ ਬੰਦੇ ਨੇ ਬਾਣੀ ਕਿੱਥੇ ਪੜ੍ਹੀ ਹੈ। ਜੇ ਪੜ੍ਹੀ ਹੋਈ ਤੇ ਸਟੇਟਮੈਂਟ ਨਾ ਦੇਵੇ, ਕਿੱਡਾ ਵੱਡਾ ਬੰਦਾ ਵਾ ਤੂੰ। ਔਰ ਫੇਸਬੁੱਕ ਤੇ ਆਪਣੇ ਤੇ ਪੇਜ ਤੇ ਪਾਈ ਉਹਨੇ ਆਪਣੀ ਵੀਡੀਓ, ਔਰ ਉਹਨੂੰ ਬੜਾ ਸਹੀ ਸਮਝਦੇ ਆ। ਇਹ ਕਹਿੰਦੇ ਕਿ ਜੋਗੀਆਂ ਦਾ ਕੰਮ ਹੈ ਵਿਚਾਰਾਂ ਤੋਂ ਮੁਕਤ ਅਵਸਥਾ ਨੂੰ ਪ੍ਰਾਪਤ ਕਰਨਾ, ਭਗਤੀ ਕਰਨੀ ਵਗੈਰਾ ਜਿਹੜੀਆਂ ਚੀਜ਼ਾਂ ਹੋ ਗਈਆਂ। ਨਹੀਂ, ਚਲੋ ਠੀਕ ਹੈ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਥੋੜੀ ਕਥਾ ਲੰਮੀ ਹੋ ਗਈ ਹੈ, ਮਾਫ ਕਰਨਾ। ਨਹੀਂ ਕੋਈ ਨਹੀਂ, ਬਹੁਤ ਵਧੀਆ ਗੋਪੀ ਸਾਹਿਬ, ਬਹੁਤ ਵਧੀਆ।